मेरा सतगुरु रखवाला हुआ, तार कृपा प्रभु हाथ दे राख्या, हर गोबिंद नाम रोआ। मेरा सतगुरु रखवाला हुआ, छड़ाए लियो महाबली ते, अपने चरण परा छड़ाए लियो महाबली ते, अपने चरण परात, अपने चरण परात। अपने चरण परात, अपने चरण परात। छड़ाए लियो महाबली ते, अपने चरण परात, अपने चरण परात। एक नाम दियो मन मनता, एक नाम दियो मन मनता, बिनस ना करत हूँ जात, बिनस ना करत हूँ जात। छड़ाए लियो महाबली, छड़ाए लियो महाबली ते, अपने चरण परात, अपने चरण परात। सतगुरु पूरे कीनी दा, सतगुरु पूरे कीनी दा, हर हर नाम दियो कीर्तन को, हर हर नाम दियो कीर्तन को, पै हमारी गात, पै हमारी गात।
छुड़ाए लियो महाबली ते अपने चरण परात, अपने चरण परात। अंगीकार कियो प्रभु, अंगीकार कियो प्रभु अपने, अंगीकार कियो प्रभु अपने। भगतन की राखी पात, भगतन की राखी पात। नानक चरण गए प्रभु अपने, नानक चरण गए प्रभु अपने। सुख पायो दिन रात, सुख पायो दिन रात। छुड़ाए लियो महाबली, छुड़ाए लियो महाबली ते अपने चरण परात, अपने चरण परात। एक नाम दियो मन मन का, एक नाम दियो मन मन का। बिन सुना करतु याद, बिन सुना करतु याद। सतगुरु पूरे कीनी दात, सतगुरु पूरे कीनी दात। हर हर नाम दियो कीर्तन को, हर हर नाम दियो कीर्तन को। पै हमारी गात, पै हमारी गात। छुड़ाए लियो महाबली ते, छुड़ाए लियो महाबली ते अपने चरण परात, अपने चरण परात, अपने चरण परात। साडा जिहड़ा ये प्रोग्राम पहली दफ़ा आप जी दे पंजाब विच तूरी च जिहड़ा इस स्कूल वालों कीता गया, उस विच मैं सांझ करना चाहता हाँ कि साडे प्रोग्राम का नाम रखा गया है इंग्लिश विच द लिविंग ट्रेजर और पंजाबी च असीं इसनूं कहंदे हां जीवन जाच दा खजाना। असीं
ਕਿਸੇ ਇੱਕ ਮਜ਼ਹਬ ਦੀ ਗੱਲ ਕਰਨ ਦੀ ਬਜਾਏ ਇਨਸਾਨੀਅਤ ਦੀ ਗੱਲ ਸਿੱਖਦੇ ਹਾਂ ਗੁਰਬਾਣੀ 'ਚੋਂ। ਇਸ ਕਰਕੇ ਅਸੀਂ ਗੁਰਬਾਣੀ 'ਚੋਂ ਇੱਕ ਸ਼ਬਦ ਗਾਇਨ ਕਰਦੇ ਹਾਂ। ਗੁਰਬਾਣੀ ਸਾਰੀ ਦੁਨੀਆ ਵਾਸਤੇ ਉਪਦੇਸ਼ 'ਚੋਂ ਵਰਨਾ ਕੋ ਸਾਂਝਾ ਦਿੰਦੀ ਹੈ ਔਰ ਸਾਨੂੰ ਸਾਡੇ ਅਵਗੁਣਾਂ ਤੋਂ ਛੁਟਕਾਰਾ ਦਿਲਾ ਕੇ ਇਸੇ ਜੀਵਨ ਵਿੱਚ ਜਿਉਂਦਿਆਂ ਮੁਕਤੀ ਦਿਵਾਉਂਦੀ ਹੈ। ਇਸੇ ਕਰਕੇ ਬਾਣੀ 'ਚ ਕਿਹਾ ਗਿਆ, ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੇ। ਸੋ ਸਤਿਗੁਰ ਸਾਨੂੰ ਬਖਸ਼ਿਸ਼ ਕਰਦਾ ਹੈ। ਗੁਰਬਾਣੀ ਅਨੁਸਾਰ ਸਰੀਰਕ ਸਤਿਗੁਰ ਕੋਈ ਨਹੀਂ ਹੁੰਦਾ। ਗੁਰਬਾਣੀ ਅਨੁਸਾਰ ਸ਼ਬਦ ਗੁਰੂ ਨੂੰ ਸਤਿਗੁਰ ਕਹਿੰਦੇ ਨੇ ਔਰ ਸ਼ਬਦ ਗੁਰੂ ਦਾ ਮਤਲਬ ਹੈ ਸੱਚ ਦੀ ਨੌਲੇਜ ਲੈਣਾ ਔਰ ਨੌਲੇਜ ਲੈ ਕੇ ਉਸ ਅਨੁਸਾਰ ਜੀਣਾ। ਇਸ ਨੂੰ ਅਸੀਂ ਬਾਣੀ 'ਚ ਕਹਿੰਦੇ ਹਾਂ ਸੁਣਿਆ ਮੰਨਿਆ ਮਨ ਕੀਤਾ ਪਾਓ। ਗੁਰ ਕਿਆ ਸਾਕਾਰ ਕਮਾਵੋ ਅਨੁਸਾਰ ਅਸੀਂ ਸੱਚ 'ਤੇ ਜੀਣ ਦਾ ਯਤਨ ਕਰਦੇ ਹਾਂ। ਦੁਨੀਆ ਦਾ ਕੋਈ ਵੀ ਮਨੁੱਖ ਕਿਸੇ ਵੀ ਮਜ਼ਹਬ ਵਾਲਾ ਇਸ ਨੂੰ ਜੀ ਸਕਦਾ ਹੈ। ਕਿਉਂ? ਕਿਉਂਕਿ ਸਤਿਗੁਰ ਦਾ ਮਤਲਬ ਹੁੰਦਾ ਸੱਚਾ ਗੁਰ, ਸੱਚੀ ਟੈਕਨੀਕ ਜੋ ਦੁਨੀਆ ਦੇ ਹਰ ਮਨੁੱਖ ਦੇ ਵਾਸਤੇ ਕੰਮ ਆਉਂਦੀ ਹੈ। ਔਰ ਇਹ ਵੀ ਮਜ਼ੇ ਦੀ ਗੱਲ ਹੈ ਕਿ ਅਸੀਂ ਸਾਰੇ ਹੱਸਦੇ ਇੱਕੋ ਜਿਹਾ ਹਾਂ, ਅਸੀਂ ਸਾਰੇ ਰੋਂਦੇ ਇੱਕੋ ਤਰੀਕੇ ਨਾਲ ਹਾਂ। ਸਾਡੇ ਆਂਸੂ ਨਿਕਲਦੇ ਨੇ, ਸਾਰੀ ਦੁਨੀਆ 'ਚ ਮੰਨਿਆ ਜਾਂਦਾ ਰੋ ਰਹੇ ਹਾਂ। ਸਾਡੇ ਜਦੋਂ ਹੋਠ ਖਿਲ ਜਾਂਦੇ ਨੇ, ਸਾਡੇ ਗੱਲਾਂ ਖਿਲ ਜਾਂਦੀਆਂ ਨੇ, ਸਾਡੇ ਦੰਦ ਨਜ਼ਰ ਆਉਣੇ ਸ਼ੁਰੂ ਹੁੰਦੇ ਨੇ, ਸਾਰੀ ਦੁਨੀਆ ਸਮਝਦੀ ਹੈ ਕਿ ਅਸੀਂ ਹੱਸ ਰਹੇ ਹਾਂ। ਇਸ ਤਰ੍ਹਾਂ ਹੀ ਸਾਡੇ ਸੁੱਖ ਦੁੱਖ ਸਭ ਕਾਮਨ ਹੁੰਦੇ ਨੇ। ਇਹ ਸਾਰਿਆਂ ਦੇ ਪਿੱਛੇ ਸਾਡੇ ਹੱਸਣ ਰੋਣ, ਦੁਖੀ ਹੋਣ ਸੁਖੀ ਹੋਣ, ਸਾਰਿਆਂ ਦੇ ਪਿੱਛੇ ਸਾਡਾ ਮਨ ਹੈ। ਇਸ ਮਨ ਨੂੰ ਠੀਕ ਤਰੀਕੇ ਨਾਲ ਸਤਿਗੁਰ ਜੀ ਦੀ ਮੱਤ ਮਿਲ ਜਾਏ ਤਾਂ ਇਹ ਮਨ ਠੀਕ ਹੋ ਜਾਂਦਾ। ਇਸ ਕਰਕੇ ਬਾਣੀ ਸਾਰੀ ਦੁਨੀਆ ਦੇ ਮਨੁੱਖਾਂ ਵਾਸਤੇ ਇੱਕ ਸੱਚ ਦੀ ਗੱਲ ਕਰਦੀ ਹੈ ਅਤੇ ਸੱਚ ਦੀ ਗੱਲ ਕਰਦਿਆਂ ਹੋਇਆਂ ਬਾਣੀ ਸਿਖਾਉਂਦੀ ਹੈ ਕਿ ਸਤਿਗੁਰ ਸਰੀਰਕ ਨਹੀਂ ਹੁੰਦਾ, ਕਿਉਂਕਿ ਇੱਕ ਸਰੀਰ ਨੂੰ ਸਤਿਗੁਰ ਬਣਾਓਗੇ ਫਿਰ ਦੂਜਾ ਲੱਭਣਾ ਪਏਗਾ। ਇਸੇ ਕਰਕੇ ਬਾਣੀ ਕਹਿੰਦੀ ਹੈ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਿਨਾਸ਼ੀ ਪੁਰਖ ਹੈ, ਸਭ ਮੈਂ ਰਿਹਾ ਸਮਾਏ। ਸਭ ਮੈਂ ਰਿਹਾ ਸਮਾਏ ਮੀਨਸ ਸਤਿਗੁਰ ਭਾਵ ਰੱਬ ਜੀ ਹਰ ਇਨਸਾਨ ਦੇ ਹਿਰਦੇ 'ਚ ਵਸਦੇ ਨੇ। ਜਦੋਂ ਵੀ ਬਾਣੀ ਅੰਦਰ ਆਏਗਾ ਮੇਰਾ ਰਾਮ, ਮੇਰੇ ਪ੍ਰਭ ਜੀ, ਮੇਰੇ ਹਰ ਜੀ, ਮੇਰਾ ਵਾਹਿਗੁਰੂ, ਮੇਰਾ ਰਾਮ, ਮੇਰਾ ਅੱਲਾ, ਮੇਰਾ ਖੁਦਾ, ਮੇਰਾ ਗੋਡ, ਜਦੋਂ ਵੀ ਮੇਰਾ ਦੀ ਗੱਲ ਚੱਲੇਗੀ ਤਾਂ ਉਹ ਮੇਰਾ ਦਾ ਮਤਲਬ ਹੁੰਦਾ ਜੋ ਮੇਰੇ ਅੰਦਰ ਵਸਦਾ ਹੈ। ਔਰ ਕਿਤਨੀ ਵਿਸਮਾਦਤ ਗੱਲ ਹੈ, ਜੋ ਮੇਰੇ ਅੰਦਰ ਵਸਦਾ ਹੈ ਉਹ ਦੂਜਿਆਂ ਦੇ ਹਿਰਦੇ 'ਚ ਵੀ ਵਸਦਾ ਹੈ। ਉਸ ਨੂੰ ਕਹਿੰਦੇ ਨੇ ਸਭ ਹੈ ਘਟ ਰਾਮ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਜਿਹੜਾ ਮੇਰੇ ਅੰਦਰ ਰੱਬ ਜੀ ਵਸਦੇ ਨੇ ਉਹ ਸਾਰਿਆਂ ਦੇ ਹਿਰਦੇ 'ਚ ਵਸਦੇ ਨੇ। ਇਸ ਕਰਕੇ ਕਹਿੰਦੇ ਨੇ ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿ ਪੁਕਾਰ। ਹਰ ਕਿਸੇ ਦੇ ਅੰਦਰ ਰੱਬ ਜੀ ਵਸਦੇ ਨੇ ਅਤੇ ਅੰਦਰ ਵਸਦੇ ਰੱਬ ਜੀ ਦੀ ਗੱਲ ਨੂੰ ਸੁਣਨਾ ਸਤਿਗੁਰ ਦੀ ਗੱਲ ਸੁਣਨਾ ਕਹਿਲਾਂਦਾ ਹੈ। ਅੰਦਰ ਵਸਦੇ ਰੱਬ ਜੀ ਦੀ ਗੱਲ ਸੁਣਨ ਦੀ ਜਾਚ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਿਖਾਉਂਦੀ ਹੈ। ਆਪ ਨੜੇ ਗਿਰਵਾਨ ਮੈਂ ਸਿਰ ਨੀਵਾਂ ਕਰ ਵੇਖਣਾ ਸਿਖਾਉਂਦੀ ਹੈ। ਦੁਨੀਆ ਵਿੱਚ ਅਸੀਂ ਬੜੇ ਲੋਕਾਂ ਨੂੰ ਮਿਲਦੇ ਹਾਂ, ਪਰ ਬੜੇ ਲੋਕਾਂ ਨੂੰ ਮਿਲਣ ਦੇ ਵਾਸਤੇ ਮੈਨੂੰ ਜਨਮ ਲੈਣਾ ਪਿਆ। ਮੀਨਸ ਹਰ ਇਨਸਾਨ ਪਹਿਲਾਂ ਪੈਦਾ ਹੁੰਦਾ ਹੈ। ਇਹਦਾ ਮਤਲਬ ਜਦੋਂ ਉਹ ਪੈਦਾ ਹੁੰਦਾ ਉਹਦੇ ਮਾਤਾ ਪਿਤਾ ਹੁੰਦੇ ਨੇ, ਫਿਰ ਉਸ ਨੂੰ ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਭੇਬ, ਫਿਰ ਉਸ ਨੂੰ ਭੈਣ ਭਰਾ ਮਿਲਦੇ ਨੇ, ਚੌਥੇ ਪਿਆਰ ਉਪੰਨੀ ਖੇਡ। ਇਸ ਤਰੀਕੇ ਦੇ ਨਾਲ ਉਸ ਨੂੰ ਸਭ ਤੋਂ ਪਹਿਲਾਂ ਇਸ ਦੁਨੀਆ ਨੂੰ ਮਿਲਣ ਤੋਂ ਪਹਿਲਾਂ ਮਾਤਾ ਪਿਤਾ ਮਿਲਦੇ ਨੇ ਔਰ ਮਾਤਾ ਪਿਤਾ ਤੋਂ ਬਾਅਦ ਭੈਣ ਭਰਾ ਮਿਲਦੇ ਨੇ। ਫਿਰ ਥੋੜ੍ਹੇ ਦੂਰੋਂ ਪਾਰੋਂ ਰਿਸ਼ਤੇਦਾਰ ਬਰਾਦਰੀ ਅਤੇ ਫਿਰ ਉਸ ਤੋਂ ਬਾਅਦ ਗਲੀ ਮੁਹੱਲਾ ਸਮਾਜ ਅਤੇ ਫਿਰ ਇਸ ਦੁਨੀਆ ਨੂੰ। ਅਸੀਂ ਸਾਰੇ ਲੋਕੀ ਇਸ ਦੁਨੀਆ ਨੂੰ ਮੁਖਾਤਿਬ ਹਾਂ, ਪਰ ਦੁਨੀਆ ਨਾਲ ਸਾਨੂੰ
ਵਰਤੋਂ ਵਿਹਾਰ ਵਿੱਚ ਜਾਂਚ ਤਾਂ ਆਉਂਦੀ ਹੈ ਜੇ ਅਸੀਂ ਘਰੋਂ ਆਪਣੇ ਮਾਤਾ ਪਿਤਾ ਕੋਲ ਠੀਕ ਢੰਗ ਨਾਲ ਕੁਝ ਸਿੱਖੇ ਹਾਂ। ਜੇ ਮੇਰੇ ਮਾਤਾ ਪਿਤਾ ਨੇ ਮੈਨੂੰ ਠੀਕ ਨਹੀਂ ਸਿਖਾਇਆ ਤੇ ਮੈਂ ਘਰ ਵੀ ਲੜਦਾ ਰਵਾਂਗਾ ਔਰ ਬਾਹਰ ਵੀ ਦੂਸਰਿਆਂ ਨਾਲ ਮੇਰੀ ਨਹੀਂ ਬਣੇਗੀ। ਕਈ ਲੋਕੀ ਬਹੁਤ ਚਤਰ ਚਲਾਕ ਹੁੰਦੇ ਨੇ, ਘਰ ਲੜਦੇ ਨੇ, ਬਾਹਰ ਸਭ ਨਾਲ ਬੜੀ ਬਣਾ ਕੇ ਰੱਖਦੇ ਨੇ। ਉਹਨਾਂ ਦੀ ਪਤੀ ਜਾਂ ਪਤਨੀ ਕਹਿੰਦੇ ਨੇ ਬਾਹਰ ਤੇ ਬੜਾ ਮਿੱਠਾ ਬੋਲਦੇ ਹੋ, ਘਰ ਤੁਹਾਨੂੰ ਕਿਹੜੀ ਬਿੱਲੀ ਸੁੰਘ ਜਾਂਦੀ ਹੈ। ਉਹ ਥੋੜ੍ਹੇ ਦੂਸਰੇ ਲੋਕਾਂ ਨਾਲੋਂ ਚਤਰ ਚਲਾਕ ਹੁੰਦੇ ਨੇ। ਘਰ ਦੇ ਅੰਦਰ ਲੋਕਾਂ ਪਰਿਵਾਰ ਦੇ ਸੱਜਣਾਂ ਨਾਲ ਮਿਸਬਿਹੇਵ ਕਰਦੇ ਨੇ ਔਰ ਬਾਹਰ ਮੋਮੋ ਠੱਗਣੀ ਕਰਦੇ ਨੇ। ਉਹਨੂੰ ਕਹਿੰਦੇ ਨੇ ਬਾਹਰ ਦਿਸੈ ਚਾਨਣਾ, ਦਿਲ ਅੰਧਿਆਰੀ ਰਾਤ। ਫਿਰ ਐਸੇ ਹੀ ਲੋਕ ਧਾਰਮਿਕ ਸਥਾਨ ਤੇ ਜਾ ਕੇ ਬੜੇ ਧਰਮੀ ਬਣਦੇ ਨੇ ਔਰ ਚੌਂਕੜਾ ਮਾਰ ਲੈਂਦੇ ਨੇ, ਮਾਲਾ ਫੇਰਦੇ ਨੇ ਔਰ ਬਗਲ ਮੇਂ ਛੁਰੀ ਮੂੰਹ ਮੇਂ ਰਾਮ ਰਾਮ ਕਰਦੇ ਹਨ। ਉਹਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਹਰ ਹਰ ਕਰੈ ਨਿਤ ਕਪਟ ਕਮਾਵੈ, ਹਿਰਦਾ ਸ਼ੁੱਧ ਨਾ ਹੋਈ। ਇਸ ਤਰ੍ਹਾਂ ਤੇਰਾ ਹਿਰਦਾ ਸ਼ੁੱਧ ਨਹੀਂ ਹੋਏਗਾ। ਤੂੰ ਮਾਲਾ ਫੇਰ ਕੇ ਜ਼ਬਾਨ ਨਾਲ ਰੱਬ ਜੀ ਦਾ ਰਟਨ ਕਰਕੇ ਜੇ ਪਾਖੰਡੀ ਜੀਵਨ ਜੀਂਦਾ ਹੈ, ਤੇਰਾ ਹਿਰਦਾ ਸ਼ੁੱਧ ਨਹੀਂ ਹੁੰਦਾ। ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਕਾਹੇ ਕੋ ਕੀਜੈ ਧਿਆਨ ਜਪੰਨਾ, ਜਬ ਤੇ ਸ਼ੁੱਧ ਨਾ ਹੀ ਮਨ ਆਪਣਾ। ਤੂੰ ਬਾਹਰੋਂ ਧਾਰਮਿਕ ਗੱਲਾਂ ਬੜੀਆਂ ਕਰਦਾ ਹੈ, ਧਾਰਮਿਕ ਕਰਮ ਕਾਂਡ ਬੜੇ ਕਰਦਾ ਹੈ, ਬੜੇ ਜਪ ਤਪ ਕਰਦਾ ਹੈ, ਬੜੇ ਕਿਸਮਾਂ ਦੇ ਤੂੰ ਵਰਤ ਰੱਖਦਾ ਹੈ, ਬੜੇ ਕਿਸਮਾਂ ਦੇ ਤੂੰ ਸੰਜਮ ਔਰ ਤਪ ਕਰਦਾ ਹੈ, ਪਰ ਤੇਰਾ ਮਨ ਸ਼ੁੱਧ ਨਹੀਂ ਹੈ। ਤੂੰ ਜਗ੍ਹਾ ਬਦਲ ਲੈਂਦਾ ਹੈ, ਤੂੰ ਭੇਸ ਵਟਾ ਲੈਂਦਾ ਹੈ, ਤੂੰ ਮਨ ਹੋਰ ਮੁਖ ਹੋਰ ਕਰਦਾ ਹੈ। ਇਹਨੂੰ ਕਹਿੰਦੇ ਨੇ ਸਾਪ ਕੁੰਚ ਛੋਡੇ ਬਿਖ ਨਹੀਂ ਛਾਡੇ। ਸੱਪ ਕੁੰਚ ਬਦਲ ਲੈਂਦਾ ਹੈ ਪਰ ਆਪਣਾ ਜਿਹੜਾ ਉਹਨੇ ਜ਼ਹਿਰ ਇਕੱਠਾ ਕੀਤਾ ਹੁੰਦਾ ਉਹ ਛੱਡਦਾ ਨਹੀਂ ਹੈ। ਅਸੀਂ ਸਾਰੇ ਧਰਮੀ ਬੰਦੇ ਹਾਂ, ਬੜੇ ਸ਼ਰੀਫ ਬੰਦੇ ਹਾਂ, ਬੜਾ ਮੰਦਿਰ ਮਸਜਿਦ ਗੁਰਦੁਆਰੇ ਜਾਂਦੇ ਹਾਂ, ਬੜੇ ਧਰਮ ਕਰਮ ਦੇ ਕੰਮ ਕਰਦੇ ਹਾਂ, ਪਰ ਸਾਡੇ ਘਰ ਦੀ ਲਾਈਫ ਠੀਕ ਨਹੀਂ ਹੈ। ਜਦੋਂ ਅਸੀਂ ਐਸੀਆਂ ਵਿਚਾਰਾਂ ਕਰਦੇ ਹਾਂ ਕਈ ਵਾਰੀ ਜ਼ਿਆਦਾ ਐਗਜ਼ਾਮਪਲ ਬੀਬੀਆਂ ਬਾਰੇ ਲੱਗ ਜਾਂਦੇ ਨੇ, ਤਾਂ ਮੈਂ ਤੁਹਾਨੂੰ ਮਰਦ ਨਜ਼ਰ ਆਉਂਦਾ ਤਾਂ ਮੈਨੂੰ ਖਿਮਾ ਕਰ ਦੇਣਾ। ਪਰ ਗੱਲ ਦੋਨੋਂ ਪਾਸੇ ਹੈ। ਕਿਸੇ ਜਗ੍ਹਾ ਸਾਵਾਂ ਤੋਲ ਮਰਦਾਂ ਵੱਲੋਂ, ਘਰ ਦੇ ਪਿਤਾ ਵੱਲੋਂ ਗੜਬੜ ਹੋ ਜਾਂਦੀ ਹੈ, ਕਿਸੇ ਜਗ੍ਹਾ ਸਾਵਾਂ ਤੋਲ ਮਾਤਾ ਵੱਲੋਂ ਹੋ ਜਾਂਦੀ ਹੈ, ਲੇਕਿਨ ਅਸੀਂ ਰਲਵੇਂ ਸੁਭਾਅ ਸਮਝਣਾ। ਸੋ ਮੇਰੀ ਗੱਲਾਂ ਨੂੰ ਖਿਮਾ ਕਰਨਾ ਜੇ ਮੰਨ ਲਿਆ ਮੈਂ 10 ਐਗਜ਼ਾਮਪਲ ਦਿਆਂ, 10 ਚੋਂ 4 ਬੀਬੀਆਂ ਬਾਰੇ ਹੋਣ ਔਰ 6 ਮਰਦਾਂ ਬਾਰੇ ਹੋਣ। ਸੋ ਮੈਂ ਕਿਸੇ ਦਾ ਵੀ ਪੱਖਪਾਤ ਨਹੀਂ ਕਰ ਰਿਹਾ। ਅਸੀਂ ਸਾਰੇ ਰਲ ਕੇ ਜਿਹੜਾ ਇਹਨਾਂ ਨੇ ਟੌਪਿਕ ਦਾ ਨਾਂ ਰੱਖਿਆ ਬੱਚਿਆਂ ਦਾ ਸਰਬਪੱਖੀ ਵਿਕਾਸ, ਅਤੇ ਬੱਚਿਆਂ ਦਾ ਵਿਕਾਸ ਹੁੰਦਾ ਹੈ ਮਾਤਾ ਪਿਤਾ ਅਤੇ ਘਰ ਦੇ ਵੱਡਿਆਂ ਦੇ ਅਕੋਰਡਿੰਗ, ਉਹਦੇ ਮੁਤਾਬਿਕ ਹੁੰਦਾ ਹੈ। ਜਿਸ ਬੱਚੇ ਨੂੰ ਗੱਲ 'ਤੇ ਮਾਂ ਝਿੜਕਦੀ ਹੈ ਉਹ ਬੱਚਾ ਦੂਜਿਆਂ ਨੂੰ ਝਿੜਕਦਾ ਹੈ। ਜੇਕਰ ਉਸ 'ਤੇ ਕੋਈ ਨਿੱਕਾ ਭੈਣ ਭਰਾ ਨਹੀਂ ਹੈ ਤਾਂ ਉਹ ਆਪਣੇ ਗੁੱਡੀ ਪਟੋਲੇ ਨੂੰ ਕਹਿੰਦਾ ਚੁੱਪ, ਹਿੱਲਣਾ ਨਹੀਂ, ਬੈਠ ਜਾਓ। ਇਹ ਸਾਰੀ ਐਕਟਿੰਗ ਉਹ ਆਪਣੇ ਮਾਤਾ ਪਿਤਾ ਦਾਦਾ ਦਾਦੀ ਦੀ ਕਰਦਾ ਹੈ। ਅਮਰੀਕਾ ਵਿੱਚ ਚਾਈਲਡ ਸਾਈਕੋਲੋਜੀ ਵਾਲਿਆਂ ਨੇ ਦੁਨੀਆ ਭਰ ਦੇ ਬੱਚਿਆਂ ਨੂੰ ਇਕੱਠਿਆਂ ਕੀਤਾ ਔਰ 5 ਸਾਲ ਦੇ ਬੱਚਿਆਂ ਨੂੰ ਉਹਨਾਂ ਨੇ ਸੁਪਰ ਮਾਰਕੀਟ ਦੇ ਅੰਦਰ ਜਾਣ ਵਾਸਤੇ ਕਿਹਾ ਕਿ ਮਾਰਕੀਟ 'ਚੋਂ ਤੁਸੀਂ ਇਹ ਰੇਹੜੀ ਲੈ ਜਾਓ ਔਰ ਕੁਝ ਵੀ ਤੁਸੀਂ ਲੈ ਸਕਦੇ ਹੋ। ਜ਼ਿਆਦਾਤਰ ਬੱਚਿਆਂ ਨੇ ਚਾਕਲੇਟ ਔਰ ਸਿਗਰਟ ਦੇ ਡੱਬੇ ਚੁੱਕੇ। ਚਾਈਲਡ ਸਾਈਕੋਲੋਜੀ ਦੇ ਟੀਚਰਾਂ ਨੇ ਅੰਦਾਜ਼ਾ ਲਗਾਇਆ
ਕਿ ਬੱਚੇ ਆਪਣੇ ਬਜ਼ੁਰਗਾਂ ਦੇ ਨਾਲ ਆਉਂਦੇ ਨੇ ਔਰ ਸੁਪਰਮਾਰਕੀਟ 'ਚੋਂ ਇਹ ਸਮਾਨ ਲਿਆ ਜਾਂਦਾ ਹੋਣਾ, ਬਜ਼ੁਰਗ ਨਸ਼ਾ ਕਰਦੇ ਹੋਣੇ। ਫਿਰ ਉਹਨਾਂ ਨੇ ਪੁੱਛਿਆ ਕਿ ਕੋਈ ਵੱਡੇ ਦੀ ਐਕਟਿੰਗ ਕਰਕੇ ਵਿਖਾਓ। ਜ਼ਿਆਦਾਤਰ ਬੱਚਿਆਂ ਨੇ ਕੁਰਸੀ 'ਤੇ ਬੈਠ ਕੇ ਇਸ ਤਰ੍ਹਾਂ ਕਰਕੇ ਆਪਣੇ ਬਜ਼ੁਰਗਾਂ ਦਾ ਹੁਕਮ ਚਲਾਉਣ ਦੀ ਐਕਟਿੰਗ ਕੀਤੀ। ਇਹਦਾ ਮਤਲਬ ਬੱਚੇ ਬਹੁਤ ਬਾਰੀਕੀ ਦੇ ਨਾਲ ਸਾਨੂੰ ਵੇਖਦੇ ਹਨ। ਅਸੀਂ ਜੇ ਆਪਣਾ ਨਵਾਂ ਸਮਾਜ ਬਣਾਉਣਾ ਚਾਹੁੰਦੇ ਹਾਂ, ਜੋ ਕਿ ਅਸੀਂ ਲਿਵਿੰਗ ਟ੍ਰੈਜਰੀ 'ਚ ਡਿਟਰਮਿੰਡ ਹਾਂ ਔਰ ਅਸੀਂ ਪੂਰੀ ਡਿਟਰਮੀਨੇਸ਼ਨ ਨਾਲ ਆਪਣਾ ਤਹਈਆ ਕਰਕੇ ਟੁਰੇ ਹਾਂ ਕਿ ਅਸੀਂ ਸਾਰੀ ਦੁਨੀਆ ਵਿੱਚ ਨਵਾਂ ਸਮਾਜ ਬਣਾਉਣਾ ਹੈ। ਲਿਵਿੰਗ ਟ੍ਰੈਜਰ ਨਵੇਂ ਸਮਾਜ ਦੀ ਸਿਰਜਣਾ ਕਰ ਰਿਹਾ ਹੈ। ਨਵੇਂ ਸਮਾਜ ਵਿੱਚ ਹਿੰਦੂ, ਮੁਸਲਮਾਨ, ਸਿੱਖ, ਈਸਾਈ ਵਿਤਕਰਾ ਨਾ ਕੀਤਾ ਜਾਏ। ਨਵੇਂ ਸਮਾਜ ਦੀ ਸਿਰਜਣਾ ਅਸੀਂ ਕਰ ਰਹੇ ਹਾਂ। ਨਵੇਂ ਸਮਾਜ ਵਿੱਚ ਲੋਕੀ ਦਾਜ ਨਾ ਲਿਆ ਕਰਨ, ਦਾਜ ਦੇ ਨਾਂ ਹੇਠਾਂ ਕਿਸੇ ਬੱਚੀ ਨੂੰ, ਉਸਦੇ ਪੇਕਿਆਂ ਨੂੰ ਨਾ ਸਤਾਇਆ ਕਰਨ। ਅਸੀਂ ਨਵੇਂ ਸਮਾਜ ਦੀ ਸਿਰਜਣਾ ਕਰ ਰਹੇ ਹਾਂ। ਨਵੇਂ ਸਮਾਜ ਵਿੱਚ ਕੋਈ ਵੀ ਇਸਤਰੀ ਵਿਮਨ ਸੈੱਲ ਦੇ ਕਾਨੂੰਨਾਂ ਨੂੰ ਵਰਤ ਕੇ ਕਿਸੇ ਮਰਦ ਜਾਂ ਉਸਦੇ ਮਾਤਾ ਪਿਤਾ ਨੂੰ ਤੰਗ ਨਾ ਕਰ ਸਕਣ। ਅਸੀਂ ਨਵੇਂ ਸਮਾਜ ਦੀ ਸਿਰਜਣਾ ਕਰ ਰਹੇ ਹਾਂ। ਨਵੇਂ ਸਮਾਜ ਵਿੱਚ ਲੋਕੀ ਧਰਮ ਦੇ ਨਾਂ ਹੇਠਾਂ ਇੱਕ ਦੂਸਰੇ ਨੂੰ ਮੂਰਖ ਬਣਾ ਕੇ ਜੀਓ ਮੈਲੇ ਬਾਹਰੋਂ ਨਿਰਮਲ ਵਾਲਾ, ਮਨ ਹੋਰ ਮੁਖ ਹੋਰ ਵਾਲਾ ਜੀਵਨ ਨਾ ਜੀਣ। ਭੇਖੀ ਬਾਹਰੋਂ ਧਰਮੀ ਬਣਾ ਕੇ ਅੰਦਰੋਂ ਦਿਲ ਕਾਤੀ ਗੁੜਵਾਤ ਵਾਲੀ ਕੈਂਚੀ ਨਾ ਚਲਾਉਣ। ਇਸ ਕਰਕੇ ਅਸੀਂ ਨਵਾਂ ਸਮਾਜ ਸਿਰਜ ਰਹੇ ਹਾਂ। ਔਰ ਨਵਾਂ ਸਮਾਜ ਸਿਰਜਣ ਵਾਸਤੇ ਇਹ ਜਿਤਨੇ ਮੇਰੇ ਨਾਲ ਸਾਰੇ ਨੌਜਵਾਨ ਤੁਸੀਂ ਮੁੰਡੇ ਕੁੜੀਆਂ ਦੇਖ ਰਹੇ ਹੋ, ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ, ਇਹ ਨਵੇਂ ਸਮਾਜ ਵਿੱਚ ਆਪਣਾ ਦੁਨਿਆਵੀ ਸਾਰੇ ਨੌਕਰੀ, ਬਿਜ਼ਨਸ, ਪੜ੍ਹਾਈਆਂ ਕਰਦੇ ਹੋਏ ਇਸ ਪ੍ਰੋਗਰਾਮ ਨੂੰ ਕਰਨ ਵਾਸਤੇ ਆਪਣਾ ਤਨ ਮਨ ਧਨ ਲਗਾਉਂਦੇ ਨੇ ਅਤੇ ਫਿਰ ਇਹਨਾਂ ਦਾ ਸਾਦਾ ਆਨੰਦ ਕਾਰਜ ਕਰਾਇਆ ਜਾਂਦਾ ਹੈ ਅਤੇ ਇਹ ਆਪਣੇ ਬੱਚਿਆਂ ਦੇ ਵਿੱਚ ਹਿੰਦੂ, ਮੁਸਲਮਾਨ, ਸਿੱਖ, ਈਸਾਈ ਦਾ ਵਿਤਕਰਾ ਦੀ ਨਫ਼ਰਤ ਨਹੀਂ ਪਾਉਂਦੇ ਹਨ। ਅਮੀਰੀ ਗਰੀਬੀ ਦਾ ਵਿਤਕਰਾ ਔਰ ਬ੍ਰੈਂਡ ਨੇਮ ਦੇ ਕੱਪੜਿਆਂ ਦਾ ਵਿਤਕਰਾ ਇਹ ਨਹੀਂ ਪਾਉਂਦੇ ਹਨ। ਕਿਸੇ ਇੱਕ ਦੂਜੇ ਨੂੰ ਬੁਲੀ ਨਹੀਂ ਕਰਦੇ ਹਨ, ਇੱਕ ਦੂਜੇ ਦੀ ਟੰਗ ਨਹੀਂ ਖਿੱਚਦੇ ਹਨ। ਜਦੋਂ ਕਦੇ ਵੀ ਅਸੀਂ ਸਕੂਲ ਵਿੱਚ ਦੇਖਦੇ ਹਾਂ ਬੱਚੇ ਇੱਕ ਦੂਜੇ ਦੀਆਂ ਟੰਗਾਂ ਖਿੱਚਦੇ ਹਨ, ਉਸਦੇ ਕੱਪੜੇ ਔਰ ਉਹ ਕਿਸ ਤਰ੍ਹਾਂ ਆਇਆ ਹੈ, ਸਕੂਟਰ 'ਤੇ ਆਇਆ, ਸਾਈਕਲ 'ਤੇ ਆਇਆ ਕਿ ਉਹਦੇ ਮਾਤਾ ਪਿਤਾ ਉਹਨੂੰ ਕਾਰ 'ਤੇ ਛੋੜ ਗਏ ਨੇ, ਜਾਂ ਉਹ ਪੈਦਲ ਆਇਆ, ਉਹਦੇ ਬੂਟ ਫੱਟੇ ਹਨ ਕਿ ਨਹੀਂ, ਉਹ ਕਿਸ ਘਰ 'ਚੋਂ ਆਇਆ ਹੈ। ਬੱਚਿਆਂ ਦੀ ਆਦਤ ਹੁੰਦੀ ਹੈ ਇੱਕ ਦੂਜੇ ਦੀ ਖਿਚਾਈ ਕਰਦੇ ਹਨ। ਇਹਨੂੰ ਇੰਗਲਿਸ਼ ਵਿੱਚ ਕਹਿੰਦੇ ਨੇ ਬੁਲਿੰਗ ਈਚ ਅਦਰ। ਇਹ ਆਦਤ ਸੁਧਾਰੀ ਨਹੀਂ ਗਈ, ਇਸ ਕਰਕੇ ਵੱਡੇ ਹੋ ਕੇ ਅਸੀਂ ਵੀ ਇੱਕ ਦੂਜੇ ਨੂੰ ਬੁਲੀ ਕਰਦੇ ਹਾਂ। ਮੈਂ ਗੁਰਦੁਆਰੇ ਵਿੱਚ ਸੁਣਿਆ, ਗੁਰਦੁਆਰੇ ਦੇ ਹਾਲ 'ਤੇ ਬਾਹਰ ਵਿਹੜਾ ਹੁੰਦਾ ਹੈ, ਉਸ ਵਿਹੜੇ ਵਿੱਚ ਕੁਝ ਸੰਗਤਾਂ ਬੈਠੀਆਂ ਸੀ ਔਰ ਬੀਬੀਆਂ ਕੁਝ ਬੈਠ ਕੇ ਗੱਲਾਂ ਕਰ ਰਹੀਆਂ ਸਨ। ਨਹੀਂ ਭੈਣ, ਸੁਣਿਆ ਇਹ ਹਰ ਰੋਜ਼ ਸੂਟ ਬਦਲ ਕੇ ਆਉਂਦੀ ਹੈ। ਤਾਂ ਦੂਜੀ ਉਸ ਨੂੰ ਕਹਿ ਰਹੀ ਸੀ, ਬੜੀ ਇਹਨਾਂ ਕੋਲ ਬਲੈਕ ਦੀ ਕਮਾਈ ਆਉਂਦੀ ਹੈ ਤੇ ਕਿਉਂ ਨਾ ਬਦਲ ਕੇ ਆਵੇ। ਫਿਰ ਥੋੜ੍ਹੀ ਦੇਰ ਬਾਅਦ ਇੱਕ ਹੋਰ ਬੀਬੀ ਜੀ ਆਏ, ਉਹਨਾਂ ਦੇ ਬਾਰੇ ਉਹਨਾਂ ਨੇ ਗੱਲ ਕੀਤੀ। ਨਹੀਂ, ਇਹਨੂੰ ਕੋਈ ਸੂਟ ਹੋਰ ਜੁੜਦਾ ਨਹੀਂ ਹੈ, ਰੋਜ਼ ਇੱਕੋ ਸੂਟ ਪਾ ਕੇ ਆ ਜਾਂਦੀ ਹੈ। ਕਹਿੰਦੀ ਇਹਦੇ ਘਰ ਵਾਲੇ ਨੂੰ ਪੈਸੇ ਦੇਣ ਤਾਂ ਪਾਵੇ ਨਾ। ਅਸੀਂ ਆਪਸ ਵਿੱਚ ਧਾਰਮਿਕ ਸਥਾਨ 'ਤੇ ਬੈਠ ਕੇ ਵੀ ਇੱਕ ਦੂਜੇ ਦੀ ਇਸ ਤਰੀਕੇ ਦੇ ਨਾਲ ਲੈਗ ਪੁਲਿੰਗ ਕਰਦੇ ਹਾਂ। ਫਿਰ ਸਾਡੀ ਬਰਾਦਰੀ 'ਚ ਵੀ ਇੰਝ ਹੀ ਚੱਲਦਾ ਹੈ। ਜਦੋਂ ਅਸੀਂ ਵਿਆਹਾਂ ਸ਼ਾਦੀਆਂ 'ਤੇ ਜਾਂਦੇ ਹਾਂ ਔਰ ਆਪਣੇ ਘਰਾਂ 'ਚ ਵਾਪਸ ਆਉਂਦੇ ਹਾਂ ਅਤੇ ਅਸੀਂ ਉਹਨਾਂ ਦੀ ਆਈਸਕ੍ਰੀਮ ਤੋਂ ਲੈ ਕੇ, ਕੌਫੀ ਤੋਂ ਲੈ ਕੇ, ਖਾਣ ਪੀਣ ਦੀਆਂ ਚੀਜ਼ਾਂ ਤੋਂ ਲੈ ਕੇ, ਗੇਟ ਕੈਸਾ ਸਜਾਇਆ ਸੀ ਔਰ ਦਾਜ ਵਿੱਚ ਕੀ ਦਿੱਤਾ ਹੈ, ਏਅਰ ਕੰਡੀਸ਼ਨਰ ਦੇਣਾ ਹੈ ਕਿ ਨਹੀਂ ਦੇਣਾ, ਜੇ ਦਿੱਤਾ ਹੈ ਤਾਂ ਸਾਹਮਣੇ ਸਜਾਇਆ ਕਿਉਂ ਨਹੀਂ ਸੀ, ਅਤੇ ਮਿਲਣੀ ਵੇਲੇ ਕਿਤਨੇ ਕੰਬਲ ਵਰਤਾਏ ਗਏ ਨੇ, ਕਿਤਨੇ ਨੰਗਿਆਂ ਨੂੰ ਸੂਟ ਦਿੱਤੇ ਗਏ ਨੇ ਅਤੇ ਕਿਤਨਿਆਂ ਨੂੰ ਸੋਨੇ ਦੀ ਲੜੀ ਦਿੱਤੀ ਗਈ ਹੈ। ਇਹ ਸਾਰੀਆਂ ਗੱਲਾਂ ਦੀ ਦੰਤ ਕਥਾ ਅਸੀਂ ਕਰਦੇ ਹਾਂ
ਹੁਣ ਇਹਨਾਂ ਨੇ ਟੌਪਿਕ ਰੱਖ ਦਿੱਤਾ ਬੱਚਿਆਂ ਦਾ ਸਰਬਪੱਖੀ ਵਿਕਾਸ। ਅਸੀਂ ਬੱਚਿਆਂ ਦੇ ਸਾਹਮਣੇ ਗੱਲਾਂ ਕਰਦੇ ਹਾਂ, ਇਸ ਕਰਕੇ ਬੱਚੇ ਮੁੜ ਕੇ ਉਹੀਓ ਬਣਦੇ ਨੇ ਜੋ ਅਸੀਂ ਹਾਂ। ਬੱਚਿਆਂ ਦਾ ਵਿਕਾਸ ਹੋ ਸਕਦਾ ਹੈ ਜੇਕਰ ਅਸੀਂ ਗੁਰਬਾਣੀ 'ਚੋਂ ਸੇਧ ਲਈਏ ਔਰ ਆਪਣਾ ਜੀਵਨ ਸੁਧਾਰੀਏ। ਜਦੋਂ ਅਸੀਂ ਬੱਚੇ ਨੂੰ ਕਹਿੰਦੇ ਹਾਂ ਧਾਰਮਿਕ ਸਥਾਨ 'ਤੇ ਜਾਣਾ ਚਾਹੀਦਾ ਹੈ, ਭਗਵਾਨ का नाम लेना ਚਾਹੀਦਾ ਹੈ, ਪਾਠ ਕਰਨਾ ਚਾਹੀਦਾ ਹੈ, ਬੱਚਾ ਸੋਚਦਾ ਹੈ ਮੇਰੇ ਮੰਮੀ ਪਾਪਾ ਰੋਜ਼ ਧਾਰਮਿਕ ਸਥਾਨ 'ਤੇ ਜਾਂਦੇ ਨੇ, ਪਾਠ ਵੀ ਕਰਦੇ ਨੇ, ਰਿਸ਼ਤੇਦਾਰਾਂ ਬਾਰੇ ਬੜੀਆਂ ਗੰਦੀਆਂ ਗੰਦੀਆਂ ਗੱਲਾਂ ਵੀ ਕਰਦੇ ਨੇ ਅਤੇ ਆਪਸ ਵਿੱਚ ਲੜਦੇ ਵੀ ਹਨ, ਅਤੇ ਬੱਚਾ ਫੈਸਲਾ ਕਰਦਾ ਮੈਂ ਧਾਰਮਿਕ ਸਥਾਨ 'ਤੇ ਨਹੀਂ ਜਾਣਾ। ਬੱਚਾ ਕਹਿੰਦਾ ਤੁਸੀਂ ਧਾਰਮਿਕ ਸਥਾਨ 'ਤੇ ਜਾ ਕੇ ਜੋ ਖੱਟਿਆ ਨਾ ਉਹ ਮੈਨੂੰ ਸਮਝ ਆ ਰਹੀ ਹੈ, ਪਰ ਤੁਸੀਂ ਸਭ ਜਾਣਦੇ ਹੋ ਕਿ ਧਾਰਮਿਕ ਸਥਾਨ 'ਤੇ ਲੜਾਈਆਂ ਨਹੀਂ ਸਿਖਾਈਆਂ ਜਾਂਦੀਆਂ। ਧਾਰਮਿਕ ਸਥਾਨ 'ਤੇ ਨਹੀਂ ਸਿਖਾਇਆ ਜਾਂਦਾ ਤੁਸੀਂ ਪਤੀ ਪਤਨੀ ਘਰ ਜਾ ਕੇ ਲੜੋ। ਧਾਰਮਿਕ ਸਥਾਨ 'ਤੇ ਨਹੀਂ ਸਿਖਾਇਆ ਜਾਂਦਾ ਕਿ ਘਰ ਬੱਚਿਆਂ ਨੂੰ ਗਾਲਾਂ ਕੱਢੋ। ਧਾਰਮਿਕ ਸਥਾਨ 'ਤੇ ਨਹੀਂ ਸਿਖਾਇਆ ਜਾਂਦਾ ਕਿ ਆਪਣੇ ਬਜ਼ੁਰਗਾਂ ਦੀ ਇੱਜ਼ਤ ਨਾ ਕਰੋ। ਧਾਰਮਿਕ ਸਥਾਨ 'ਤੇ ਕਦੀ ਨਹੀਂ ਸਿਖਾਇਆ ਜਾਂਦਾ ਕਿ ਨੂੰਹ ਸੱਸ ਨੂੰ ਤੰਗ ਕਰੇ ਜਾਂ ਸੱਸ ਨੂੰਹ ਨੂੰ ਤੰਗ ਕਰੇ। ਧਾਰਮਿਕ ਸਥਾਨ 'ਤੇ ਨਹੀਂ ਸਿਖਾਇਆ ਜਾਂਦਾ ਕਿ ਦਰਾਣੀਆਂ ਜਠਾਣੀਆਂ ਆਪਸ ਵਿੱਚ ਪ੍ਰਾਪਰਟੀ ਦੇ ਨਾਂ ਹੇਠਾਂ ਲੜਨ ਅਤੇ ਇੱਕ ਦੂਜੇ ਦਾ ਪੁੱਤਰ ਨਾ ਹੋਣ ਦੇਣ ਕਿਉਂਕਿ ਪ੍ਰਾਪਰਟੀ ਵੰਡੀ ਜਾਏਗੀ। ਇਹ ਸਭ ਗੱਲਾਂ ਧਾਰਮਿਕ ਸਥਾਨ 'ਤੇ ਸਿਖਾਈਆਂ ਨਹੀਂ ਜਾਂਦੀਆਂ, ਬਲਕਿ ਧਾਰਮਿਕ ਸਥਾਨ 'ਤੇ ਇਹ ਸਿਖਾਇਆ ਜਾਂਦਾ ਕਿ ਮੇਰੇ ਜਿਹੜੇ ਮੰਦੇ ਖਿਆਲ ਹਨ ਉਹਨਾਂ ਨੂੰ ਠੀਕ ਕਿਵੇਂ ਕੀਤਾ ਜਾਏ। ਮੰਦੇ ਖਿਆਲ ਜਿਸ 'ਤੇ ਹਾਵੀ ਹੋ ਜਾਂਦੇ ਨੇ ਉਹ ਮਨੁੱਖ ਜੀਂਦੇ ਜੀ ਜੰਮਾਂ ਦੇ ਵੱਸ ਪੈ ਜਾਂਦਾ ਹੈ। ਅੱਜ ਤੱਕ ਅਸੀਂ ਕਹਾਣੀਆਂ ਸੁਣੀਆਂ ਜਦੋਂ ਮਰ ਜਾਵਾਂਗੇ ਤਾਂ ਜੰਮ ਸਾਨੂੰ ਪਕੜ ਕੇ ਲੈ ਜਾਣਗੇ। ਮੈਨੂੰ ਲੱਗਦਾ ਉਹ ਮਰਨ ਤੋਂ ਬਾਅਦ ਵਾਲੀ ਗੱਲ ਮੈਂ ਨਹੀਂ ਕਰ ਸਕਦਾ ਕਿਉਂਕਿ ਹੁਣੇ ਮੈਂ ਮਰਿਆ ਨਹੀਂ ਹਾਂ, ਲੇਕਿਨ ਜਦੋਂ ਮੈਂ ਮਰ ਜਾਵਾਂਗਾ ਮੈਂ ਮੁੜ ਕੇ ਆ ਨਹੀਂ ਪਾਵਾਂਗਾ ਕਿਉਂਕਿ ਅੱਜ ਤੱਕ ਕੋਈ ਮੁੜ ਕੇ ਆ ਕੇ ਦੱਸ ਨਹੀਂ ਪਾਇਆ ਕਿ ਕਿਸ ਤਰ੍ਹਾਂ ਜੰਮ ਘਸੀਟ ਕੇ ਲੈ ਜਾਂਦਾ ਹੈ। ਪਰ ਮੈਂ ਤੁਹਾਡੇ ਸਾਰਿਆਂ ਨਾਲ ਇਹ ਸਾਂਝ ਕਰਨਾ ਚਾਹੁੰਦਾ ਬੜੀ ਨਮਰਤਾ ਨਾਲ, ਮਰਨ ਤੋਂ ਬਾਅਦ ਦਾ ਪਤਾ ਨਹੀਂ ਹੈ। ਜੀਂਦੇ ਜੀ ਸਾਨੂੰ ਜਿਹੜੇ ਜੰਮ ਤੰਗ ਕਰਦੇ ਨੇ ਗੁਰਬਾਣੀ ਵਿੱਚ ਉਹਨਾਂ ਦਾ ਜ਼ਿਕਰ ਕੀਤਾ ਗਿਆ। ਜਦੋਂ ਮੈਨੂੰ ਕ੍ਰੋਧ ਰੂਪੀ ਜੰਮ ਸਤਾਉਂਦਾ ਹੈ ਗੁਰਬਾਣੀ ਉਹਨੂੰ ਜੰਮ ਕਹਿੰਦੀ ਹੈ। ਜਦੋਂ ਮੈਨੂੰ ਲੋਭ ਜਾਂ ਹੰਕਾਰ ਸਤਾਉਂਦਾ ਹੈ ਗੁਰਬਾਣੀ ਉਹਨੂੰ ਜੰਮ ਕਹਿੰਦੀ ਹੈ। ਜਦੋਂ ਮੈਂ ਕਿਸੇ ਦੀ ਨਿੰਦਾ ਕਰਦਾ ਉਸ ਨੂੰ ਡੀਫੇਮ ਕਰਦਾ ਹਾਂ, ਉਸ ਨੂੰ ਨੀਵਾਂ ਪਾਉਣਾ ਚਾਹੁੰਦਾ ਹਾਂ, ਗੁਰਬਾਣੀ ਇਸ ਨੂੰ ਜੰਮ ਕਹਿੰਦੀ ਹੈ। ਜਦੋਂ ਮੈਂ ਵਿਆਹ ਕਰਾ ਕੇ ਆਪਣੇ ਸੱਸ ਸਹੁਰਾ ਨੂੰ ਤੰਗ ਕਰਨਾ ਚਾਹੁੰਦਾ ਹਾਂ ਔਰ ਮੈਂ ਆਪਣੀ ਵਾਈਫ ਨੂੰ ਕਹਿੰਦਾ ਤੇਰੇ ਪੇਕੇ ਇਸ ਘਰ 'ਚ ਨਹੀਂ ਆ ਸਕਦੇ, ਤੇਰਾ ਭਰਾ ਤਾਂ ਬਿਲਕੁਲ ਨਹੀਂ ਆ ਸਕਦਾ, ਉਹਨਾਂ ਦੀ ਮੈਂ ਸ਼ਕਲ ਨਹੀਂ ਦੇਖਣਾ ਚਾਹੁੰਦਾ, ਇਹ ਮੈਨੂੰ ਜੰਮ ਸਤਾ ਰਿਹਾ ਹੈ ਕਿ ਮੈਂ ਮਰਦ ਹਾਂ। ਔਰ ਜਿਹੜੀ ਇਸਤਰੀ ਆਪਣੇ ਜੋਬਨ ਦੇ ਮਾਣ ਵਿੱਚ ਜੋਰੂ ਕਾ ਗੁਲਾਮ ਬਣਾ ਕੇ ਆਪਣੀ ਸੱਸ ਔਰ ਪਤੀ ਨੂੰ ਤੰਗ ਕਰਦੀ ਹੈ ਔਰ ਫਿਰ ਕਹਿੰਦੀ ਹੈ ਇਸ ਘਰ ਵਿੱਚ ਨਨਾਣ ਨਹੀਂ ਰਹਿ ਸਕਦੀ ਜਾਂ ਇਸ ਘਰ ਵਿੱਚ ਆ ਨਹੀਂ ਸਕਦੀ, ਤੁਹਾਡੇ ਜਵਾਈ ਨੂੰ ਮੈਂ ਪੁੱਛਾਂਗੀ ਨਹੀਂ। ਇਸ ਤਰੀਕੇ ਦੇ ਨਾਲ ਉਸ ਨੂੰ ਵੀ ਰੂਪ ਦਾ ਜੋਬਨ ਦਾ ਮਾਣ ਰੂਪੀ ਜੰਮ ਸਤਾਰਿਆ ਹੁੰਦਾ ਹੈ। ਅਸੀਂ ਜੇ ਜੀਂਦੇ ਜੀ ਨਾ ਜਮਾ ਤੋਂ ਛੁੱਟ ਜਾਈਏ, ਅੱਜ ਦਾ ਸ਼ਬਦ ਕੁਛ ਇਸੇ ਪ੍ਰਥਾएं ਹੈ, ਛਡਾਏ ਲਿਓ ਮਹਾਬਲੀ ਤੇ। ਮੈਂ ਜਿਹਦਾ ਕਹਿਣਾ ਮੰਨ ਲਵਾਂ ਉਹ ਮੇਰੇ ਤੋਂ ਤਾਕਤਵਰ ਹੈ, ਮੈਂ ਜਿਹਦਾ ਕਹਿਣਾ ਮੰਨ ਕੇ ਜੀਵਾਂ ਉਸ ਦਾ ਹੁਕਮ ਮੇਰੇ ਤੇ ਚੱਲਦਾ ਹੈ। ਇਹਦਾ ਮਤਲਬ ਮੇਰੇ ਤੋਂ ਜ਼ਿਆਦਾ ਅਕਲ ਜੰਮ ਨੂੰ ਹੈ। ਗੁਰੂ ਪਾਤਸ਼ਾਹ ਅੱਜ ਦੇ ਸ਼ਬਦ ਵਿੱਚ ਕਹਿੰਦੇ ਨੇ ਛਡਾਏ ਲਿਓ ਮਹਾਬਲੀ ਤੇ ਆਪਣੇ ਚਰਨ ਪਰਾਤ। ਆਪਣੇ ਚਰਨ ਕਿਹੜੇ ਹੁੰਦੇ ਨੇ? ਅਸੀਂ ਪਹਿਲਾਂ ਸਾਂਝ ਕੀਤੀ ਹੈ ਸਾਡੇ ਸਭ ਦੇ ਅੰਦਰ ਰੱਬ ਜੀ ਵਸਦੇ ਨੇ। ਅੰਦਰੋਂ ਰੱਬ ਜੀ ਦੀ ਜਿਹੜੀ ਗੱਲ ਕੀਤੀ ਜਾਂਦੀ ਹੈ ਉਹ ਰੱਬ ਜੀ ਦੇ ਮੁਖ ਤੋਂ ਨਿਕਲੀ ਹੋਈ ਗੱਲ ਨੂੰ ਵੇਦ ਕਹਿੰਦੇ ਨੇ। ਰੱਬ ਜੀ ਦੇ ਮੁਖ ਤੋਂ ਨਿਕਲੀ ਹੋਈ ਗੱਲ ਨੂੰ ਗੁਰਮੁਖ ਨਾਦੰ ਕਹਿੰਦੇ ਨੇ। ਗੁਰ ਦੇ ਮੁਖ ਦੇ ਖੱਖੇ ਨੂੰ ਸਿਹਾਰੀ ਲੱਗੀ ਹੋਈ ਹੈ। ਗੁਰੂ ਦੇ ਮੁਖ ਤੋਂ ਨਿਕਲੀ ਹੋਈ ਆਵਾਜ਼ ਨੂੰ ਨਾਦ ਕਹਿੰਦੇ ਹਨ। ਨਾਦ ਕੋਈ ਮਿਊਜ਼ਿਕ ਸੁਣਾਈ ਦਿੰਦਾ ਉਹਦੀ ਗੱਲ ਨਹੀਂ ਚੱਲ ਰਹੀ, ਉਹ ਸਿੱਧਾ ਜੋਗੀਆਂ ਦੀ ਬੋਲੀ ਹੁੰਦੀ ਸੀ। ਗੁਰੂ ਪਾਤਸ਼ਾਹ ਕਹਿੰਦੇ ਨੇ ਅੰਦਰ ਦੀ ਆਵਾਜ਼ ਨੂੰ ਤੂੰ ਸੁਣੇ ਗੁਰਮੁਖ ਨਾਦੰ, ਗੁਰਮੁਖ ਵੇਦੰ। ਅੰਦਰ ਦੀ ਆਵਾਜ਼ ਨੂੰ ਵੇਦ ਕਹਿੰਦੇ ਨੇ।
ਗੁਰਮੁਖ ਰਿਆ ਸਮਾਈ, ਰੱਬ ਜੀ ਸਭ ਜਗ੍ਹਾ ਨੇ, ਚਾਰੋਂ ਪਾਸੇ ਨੇ, ਤੇਰੇ ਅੰਦਰ ਹੀ ਵਸਦੇ ਨੇ ਔਰ ਤੈਨੂੰ ਤੇਰੇ ਸਾਰੇ ਸਰੀਰ ਨੂੰ ਰੱਬੀ ਨਿਯਮ ਅਨੁਸਾਰ ਚਲਾਉਂਦੇ ਨੇ। ਗੁਰ ਈਸ਼ਰ ਰੱਬ ਜੀ ਦੀ ਮੱਤ ਜਿਹੜੀ ਅੰਦਰੋਂ ਮਿਲਦੀ ਹੈ ਉਹ ਤੇਰੀ ਮਨ ਰੂਪੀ ਧਰਤੀ ਦਾ ਈਸ਼ਵਰ ਨੇ। ਗੁਰ ਗੋਰਖ ਬਰਮਾ, ਅੰਦਰ ਦੀ ਗੱਲ ਚੱਲ ਰਹੀ ਹੈ। ਗੁਰ ਗੋ ਰਖ ਬਰਮਾ, ਬਰਮਾ ਹੁੰਦਾ ਚੰਗੇ ਚੰਗੇ ਗੁਣਾਂ ਦੀ ਉਤਪੱਤੀ ਦੀ ਅਕਲ ਜਿੱਥੋਂ ਮਿਲਦੀ ਹੈ, ਅੰਦਰੋਂ ਰੱਬ ਜੀ ਦੀ ਗੱਲ। ਗੁਰ ਪਾਰਬਤੀ ਮਾਈ, ਪਾਰ ਕਰਾਉਣ ਵਾਲੀ ਵਤੀ, ਸੁਹਾਗਨ ਸੁਹਾਗਵਤੀ, ਮਾਈ ਮਤਲਬ ਮੱਤ, ਉਹ ਮੱਤ ਜਿਹੜੀ ਮੈਨੂੰ ਭੈੜੇ ਖਿਆਲਾਂ ਦੇ ਸਮੁੰਦਰ ਤੋਂ ਪਾਰ ਕਰਾਉਂਦੀ। ਅੰਦਰ ਦੀ ਗੱਲ ਸੁਣ ਕੇ ਉਸ ਨਕਸ਼ੇ ਕਦਮ ਤੇ ਚੱਲਣਾ, ਆਪਣੇ ਚਰਨ ਪਰਾਤ। ਮੇਰੇ ਰੱਬ ਜੀ ਨੇ ਮੈਨੂੰ ਸੁਮਤ ਦਿੱਤੀ ਕਿ ਅੰਦਰ ਦੀ ਗੱਲ ਸੁਣਿਆ ਕਰ। ਅਸੀਂ ਅੰਦਰ ਦੀ ਗੱਲ ਨਹੀਂ ਸੁਣਦੇ। ਜਦੋਂ ਮੈਂ ਆਪਣੀ ਪਤਨੀ ਨਾਲ ਭੈੜੇ ਬੋਲ ਬੋਲਦਾ ਹਾਂ, ਉਸ ਵੇਲੇ ਉਹ ਇਕੱਲੀ ਹੋਵੇ ਔਰ ਮੈਨੂੰ ਕਵੇ ਜੇ ਤੁਹਾਡੀ ਭੈਣ ਨਾਲ ਤੁਹਾਡਾ ਜੀਜਾ ਇੰਝ ਬੋਲੇ ਤਾਂ ਮੈਂ ਉਸ ਦੀ ਗੱਲ ਨਹੀਂ ਸੁਣਦਾ, ਪਰ ਮੇਰੇ ਅੰਦਰੋਂ ਆਵਾਜ਼ ਆਉਂਦੀ ਹੈ ਕਹਿ ਤੇ ਠੀਕ ਰਹੀ ਹੈ, ਪਰ ਮੈਂ ਘਰ ਦਾ ਮਰਦ ਹਾਂ, ਮੈਂ ਤੇਰੀ ਕਿਉਂ ਸੁਣਾ। ਮੈਂ ਅੰਦਰ ਦੀ ਗੱਲ ਨੂੰ ਸਪਰੈਸ ਕੀਤਾ, ਉਸ ਨੂੰ ਨਹੀਂ ਸੁਣਿਆ। ਮੈਂ ਰੱਬ ਜੀ ਦੇ ਦੱਸੇ ਹੋਏ ਨਕਸ਼ੇ ਕਦਮ ਚਰਨਾਂ 'ਤੇ ਨਹੀਂ ਟੁਰਿਆ। ਲੋਕੀ ਰੱਬ ਜੀ ਦੇ ਚਰਨ ਬਾਹਰ ਸਮਝਦੇ ਨੇ। ਲੋਕੀ ਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਪੀੜੇ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਨੇ, ਉਹ ਸਮਝਦੇ ਨੇ ਰੱਬ ਜੀ ਦੇ ਚਰਨ ਨੇ। ਕਈਆਂ ਨੂੰ ਭੁਲੇਖਾ ਹੁੰਦਾ ਔਰ ਰੱਖੜੀ ਵਾਲੇ ਦਿਨ ਉੱਥੇ ਪੀੜੇ 'ਤੇ ਰੱਖੜੀ ਬੰਨ੍ਹ ਆਉਂਦੇ ਨੇ, ਉਹਨਾਂ ਦੇ ਭਾਣੇ ਰੱਬ ਜੀ ਦੀਆਂ ਬਾਹਾਂ ਨੇ। ਕਈਆਂ ਨੂੰ ਪੀੜੇ ਤੱਕ ਪਹੁੰਚਣ ਦਾ ਚਾਂਸ ਨਹੀਂ ਹੁੰਦਾ, ਉਹ ਜੰਗਲੇ ਨਾਲ ਬੰਨ੍ਹ ਆਉਂਦੇ ਨੇ ਰੱਖੜੀਆਂ। ਇਹ ਰੱਬ ਜੀ ਦੇ ਚਰਨ ਨਹੀਂ ਨੇ। ਗੁਰ ਕੇ ਚਰਨ ਜੀ ਕਾ ਨਿਸਤਾਰਾ, ਸਤਿਗੁਰੂ ਜੀ ਸੁਮਤ ਬਖਸ਼ਦੇ ਨੇ। ਮੇਰਾ ਜੀ ਮੇਰਾ ਮਨ ਜਿਹੜੇ ਮੰਦੇ ਖਿਆਲਾਂ 'ਚ ਫਸ ਗਿਆ, ਉਹਨਾਂ ਸੱਚ ਦੇ ਕਦਮਾਂ 'ਤੇ ਟੁਰ ਕੇ ਉਸ ਤੋਂ ਛੁੱਟ ਜਾਂਦੇ ਹਾਂ। ਇਹਨੂੰ ਕਹਿੰਦੇ ਨੇ ਛਿਡਾਏ ਲਿਓ ਮਹਾਬਲੀ ਤੇ। ਮਹਾਬਲੀ ਵਿਕਾਰ ਜਮ, ਉਸ ਤੋਂ ਮੈਨੂੰ ਛੁਡਾ ਲਿਆ। ਆਪਣੇ ਚਰਨ ਪਰਾਤ, ਮੈਨੂੰ ਆਪਣੇ ਨਿਜ ਘਰ ਦੇ ਵਿੱਚ ਵਸਦੇ ਰੱਬ ਜੀ ਨੇ ਆਪਣੇ ਨਕਸ਼ੇ ਕਦਮ 'ਤੇ ਟੁਰਨ ਦੀ ਜਾਚ ਮੈਨੂੰ ਦਿੱਤੀ। ਜਦੋਂ ਮੈਂ ਉਸ 'ਤੇ ਟੁਰਿਆ ਮੈਂ ਛੁੱਟ ਗਿਆ। ਹਰ ਕਿਸੇ ਦੇ ਮਨੁੱਖ ਦੇ ਅੰਦਰ ਇੱਕ ਮੰਤਵ ਹੁੰਦਾ ਹੈ। ਹਰ ਇਨਸਾਨ ਮੰਤਵ ਕੀ ਹੈ, ਹਰ ਇਨਸਾਨ ਦਾ ਏਮ ਕੀ ਹੈ? ਹਰ ਇਨਸਾਨ ਖੁਸ਼ੀ ਚਾਹੁੰਦਾ ਹੈ। ਬੱਚਾ ਖੁਸ਼ੀ ਚਾਹੁੰਦਾ ਹੈ ਕਿ ਜਦੋਂ ਮੈਂ ਪੜ੍ਹਾਈ ਪੂਰੀ ਕਰ ਲਾਂਗਾ ਮੈਨੂੰ ਖੁਸ਼ੀ ਮਿਲੇਗੀ। ਉਸ ਤੋਂ ਵੱਡਾ ਹੁੰਦਾ ਉਹ ਸੋਚਦਾ ਮੈਨੂੰ ਫਲਾਣੇ ਕਾਲਜ 'ਚ ਐਡਮਿਸ਼ਨ ਮਿਲ ਜਾਏਗੀ, ਖੁਸ਼ੀ ਮਿਲੇਗੀ। ਉਸ ਤੋਂ ਇਲਾਵਾ ਚਾਹੁੰਦਾ ਹੈ ਮੇਰੀ ਫਲਾਣੀ ਜੌਬ ਲੱਗ ਜਾਏ, ਫਲਾਣੀ ਜਗ੍ਹਾ ਮੈਂ ਪੈਸਾ ਅਫਸਰ ਬਣ ਜਾ, ਮੈਨੂੰ ਖੁਸ਼ੀ ਮਿਲੇਗੀ। ਫਿਰ ਇਹ ਵੀ ਚਾਹੁੰਦਾ ਹੈ ਕਿ ਮੇਰਾ ਜੇ ਵਿਆਹ ਹੋ ਜਾਏ ਔਰ ਫਲਾਣੀ ਜਗ੍ਹਾ ਹੋ ਜਾਏ ਤਾਂ ਖੁਸ਼ੀ ਮਿਲੇਗੀ। ਫਿਰ ਇਹ ਚਾਹੁੰਦਾ ਮੇਰੇ ਘਰ ਬੱਚਾ ਹੋ ਜਾਏ ਤਾਂ ਖੁਸ਼ੀ ਮਿਲੇਗੀ। ਇਸ ਤਰੀਕੇ ਦੇ ਨਾਲ ਅਸੀਂ ਸਾਰੇ ਖੁਸ਼ੀ ਨੂੰ ਅੱਗੇ ਤੋਂ ਅੱਗੇ ਟਾਲਦੇ ਜਾਂਦੇ ਹਾਂ, ਪਰ ਸਾਰਿਆਂ ਦਾ ਮੰਤਵ ਚਾਹ ਹੈ ਐਵਰੀਬਡੀ ਵਾਂਟਸ ਟੂ ਬੀ ਹੈਪੀ। ਪਰ ਅਸੀਂ ਕਦੇ ਹੈਪੀ ਨਹੀਂ ਹੋ ਪਾਉਂਦੇ ਔਰ ਖੁਸ਼ੀ ਨੂੰ ਟਾਲਦੇ ਰਹਿੰਦੇ ਹਾਂ। ਲੇਕਿਨ ਗੁਰੂ ਪਾਤਸ਼ਾਹ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ, ਹਮੇਸ਼ਾ ਅਸੀਂ ਇਹ ਖੁਸ਼ੀ ਮਾਣ ਸਕਦੇ ਹਾਂ, ਹਮੇਸ਼ਾ ਵਿਗਾਸ ਖੇੜੇ ਵਿੱਚ ਰਹਿ ਸਕਦੇ ਹਾਂ। ਏਕ ਨਾਮ ਦਿਓ ਮਨ ਮੰਤਾ, ਮਨ ਮੰਤਾ ਨਿਜ ਕਰ ਅੰਤਰ ਆਤਮੇ ਦਾ ਮੰਤਵ ਮਨਸ਼ਾ ਮਨੋਰਥ ਏਮ ਪੂਰਾ ਕਰਨ ਦੀ ਮੈਨੂੰ ਅਕਲ ਦਿੰਦੇ ਨੇ। ਏਕ ਨਾਮ ਦਿਓ ਮਨ ਮੰਤਾ, ਬਿਨਸ ਨ ਕਤਹੂੰ ਜਾਤ, ਮੈਨੂੰ ਹਮੇਸ਼ਾ ਵਾਸਤੇ ਖੇੜਾ ਦਿੰਦੇ ਨੇ ਔਰ ਜੋ ਖੇੜੇ ਦੀ ਅਕਲ ਦਿੰਦੇ ਨੇ ਉਹ ਫਿਰ ਕਦੇ ਨਹੀਂ ਜਾਂਦੀ। ਅਸੀਂ ਫਰੀਦ ਜੀ ਦਾ ਇੱਕ
ਸ਼ਲੋਕ ਪੜ੍ਹਦੇ ਹੁੰਦੇ ਆ, ਕੁਕੇਂਦਿਆਂ ਚਾਂਗੇਂਦਿਆਂ ਮੱਤੀ ਦੇਂਦਿਆਂ ਨਿਤ, ਜੋ ਸ਼ੈਤਾਨ ਵੰਜਾਇਆ ਸੇਖਿਤ ਫੇਰੈ ਚਿੱਤ। ਮਨੂੰ ਰੋਜ਼ ਕੂਕ ਪੁਕਾਰ ਦੇ ਦੇ ਕੇ ਸੱਚ ਸੁਣਾਇਆ ਜਾਂਦਾ ਹੈ। ਕੁਕੇਂਦਿਆਂ ਚਾਂਗੇਂਦਿਆਂ ਵਿੱਚ ਹੁੰਦਾ ਹੈ, ਇਹਦੇ ਵਿੱਚ ਤੇਰਾ ਭਲਾ ਹੈ। ਕੁਕੇਂਦਿਆਂ ਚਾਂਗੇਂਦਿਆਂ ਮੱਤੀ ਦੇਂਦਿਆਂ ਨਿਤ। ਅਸੀਂ ਜਦੋਂ ਬੱਚੇ ਨੂੰ ਕਹਿੰਦੇ ਆ ਨਾ, ਅਸੀਂ ਚਾਂਗੇਂਦਿਆਂ ਨਹੀਂ ਕਰਦੇ ਹਾਂ, ਅਸੀਂ ਉਹਨੂੰ ਕਹਿੰਦੇ ਹਾਂ ਇਹ ਖਾ ਲੈ, ਇਹਦੇ ਵਿੱਚ ਤੇਰਾ ਭਲਾ ਹੈ, ਦੇਖ ਤੇਰਾ ਪਿਓ ਕਮਾ ਕੇ ਲਿਆਇਆ, ਤੇਰਾ ਇਹਦੇ ਵਿੱਚ ਭਲਾ ਹੈ। ਇਹ ਚਾਂਗੇਂਦਿਆਂ ਨਹੀਂ ਹੁੰਦਾ, ਇਹ ਕਿਰਪਾ ਦੀ ਦ੍ਰਿਸ਼ਟੀ ਦਾ ਪਿਆਰ ਨਹੀਂ ਹੈ। ਚਾਂਗੇਂਦਿਆਂ ਵਿੱਚ ਉਹਦੇ 'ਤੇ ਉਹ ਇੰਪੋਜ਼ ਨਹੀਂ ਕੀਤਾ ਜਾਂਦਾ, ਪੜ੍ਹੇਗਾ ਨਹੀਂ ਤਾਂ ਮਰੇਗਾ, ਅਸੀਂ ਮਾਂ ਪਿਓ ਮਰ ਜਾਵਾਂਗੇ, ਦੇਖ ਤੇਰੇ ਭਲੇ ਵਾਸਤੇ ਕਹਿ ਰਿਹਾ ਹੈ। ਇਹ ਬੜਾ ਟੌਂਟਿੰਗ ਵੇ ਆਫ ਡੀਲਿੰਗ ਵਿਦ ਦਾ ਚਾਈਲਡ ਹੈ। ਚਾਂਗੇਂਦਿਆਂ ਵਿੱਚ ਹੁੰਦਾ ਹੈ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ। ਚਾਂਗੇਂਦਿਆਂ ਕੁਕੇਂਦਿਆਂ ਚਾਂਗੇਂਦਿਆਂ ਮੱਤੀ ਦੇਂਦਿਆਂ ਨਿਤ। ਮਨੂੰ ਰੋਜ਼ ਸਮਝਾਇਆ ਜਾਂਦਾ ਹੈ। ਸਾਡਾ ਪਤਾ ਕਿਵੇਂ ਸਮਝਾਇਆ ਜਾਂਦਾ ਹੈ? ਇੱਕ ਗੁਰਦੁਆਰਾ ਇੱਥੇ ਆ, ਇੱਕ ਗੁਰਦੁਆਰਾ ਇੱਥੇ ਆ, ਇਹ ਲਾਊਡ ਸਪੀਕਰ ਉਹਨਾਂ ਵੱਲ ਕਰ ਦਿੰਦੇ ਨੇ, ਉਹ ਉਹਨਾਂ ਵੱਲ ਕਰ ਦਿੰਦੇ ਨੇ, ਔਰ ਇੱਕ ਪਾਸੋਂ ਮੰਦਰ ਦੀ ਆਵਾਜ਼ ਆ ਰਹੀ ਹੁੰਦੀ, ਇੱਕ ਪਾਸੋਂ ਮਸਜਿਦ ਦੀ ਆਵਾਜ਼ ਆ ਰਹੀ ਹੁੰਦੀ, ਔਰ ਜਿਹੜੇ ਘਰਾਂ 'ਚ ਬੈਠੇ ਨੇ ਉਹ ਕਹਿੰਦੇ ਨੇ ਓ ਮਾਈ ਗੋਡ ਇਹ ਸਪੀਕਰ ਕਦੋਂ ਬੰਦ ਕਰਨਗੇ। ਔਰ ਜਿਹੜੇ ਬਿਮਾਰ ਹੁੰਦੇ ਨੇ ਉਹਨਾਂ ਦਾ BP ਉੱਚਾ ਨੀਵਾਂ ਹੋ ਰਿਹਾ ਹੁੰਦਾ ਸਪੀਕਰ ਦੀ ਉੱਚੀ ਆਵਾਜ਼ ਦੇ ਨਾਲ। ਔਰ ਜਿਹੜਾ ਬੱਚਾ ਸਾਰੀ ਰਾਤ ਪੜ੍ਹਨਾ ਚਾਹੁੰਦਾ ਹੈ ਉਹ ਡਿਸਟਰਬ ਹੁੰਦਾ ਹੈ, ਉਹ ਕਹਿੰਦਾ ਐਸੇ ਰੱਬ ਜੀ ਮੈਂ ਨਹੀਂ ਪੂਜਣੇ। ਅਸੀਂ ਕਿਉਂ ਲਾਊਡ ਸਪੀਕਰ ਲਾ ਕੇ ਸਾਰੀ ਦੁਨੀਆ ਨੂੰ ਇੰਨੀ ਦੂਰ ਤੱਕ ਸੁਣਾਉਣਾ ਚਾਹੁੰਦੇ ਹਾਂ? ਤੁਸੀਂ ਇਸ ਹਾਲ ਵਿੱਚ ਬੈਠੇ ਹੋ, ਦੂਰ ਤੱਕ ਉਹ ਜਿਹੜਾ ਸਾਹਮਣੇ ਸੱਜਣ ਬੈਠਾ ਉਹਦੇ ਤੱਕ ਆਵਾਜ਼ ਪਹੁੰਚ ਜਾਏ। ਲਾਊਡ ਸਪੀਕਰ ਕੀਮਤੀ ਹੈ, ਲੇਕਿਨ ਇਸ ਹਾਲ ਤੋਂ ਬਾਹਰ ਦੁਨੀਆ ਜਿਹੜੀ ਘਰ ਸੁੱਤੀ ਹੈ ਬੈਠੀ ਹੈ, ਉਹਨਾਂ ਨੂੰ ਕਿਉਂ ਸੁਣਾਉਣਾ ਹੈ? ਅਸੀਂ ਗਲੀ ਮਹੱਲੇ 'ਚ ਉੱਚਾ ਉੱਚਾ ਕਿਉਂ ਸੁਣਾਉਂਦੇ ਆ? ਇਹਨੂੰ ਚਾਂਗੇਂਦਿਆਂ ਨਹੀਂ ਕਹਿੰਦੇ ਨੇ। ਕਿਰਪਾ ਦ੍ਰਿਸ਼ਟੀ ਦੇ ਨਾਲ ਪਿਆਰ ਕਰਕੇ ਮਿੱਠੀ ਆਵਾਜ਼ ਨਾਲ ਕੁਕੇਂਦਿਆਂ ਚਾਂਗੇਂਦਿਆਂ ਮੱਤੀ ਦੇਂਦਿਆਂ ਨਿਤ। ਅਤੇ ਜਿਸ ਨੂੰ ਇਹ ਗੱਲ ਕੁਕੇਂਦਿਆਂ ਚਾਂਗੇਂਦਿਆਂ ਸਮਝ ਆ ਜਾਂਦੀ ਹੈ ਨਾ, ਆ ਹੀ ਜਾਂਦੀ ਹੈ, ਕਾਸ਼ ਕੁਕੇਂਦਿਆਂ ਚਾਂਗੇਂਦਿਆਂ ਹੋਵੇ। ਜਿਹੜੇ ਮਾਤਾ ਪਿਤਾ ਬੜੇ ਲਾਡ ਪਿਆਰ ਨਾਲ ਬੱਚੇ ਨੂੰ ਸਮਝਾਉਂਦੇ ਨੇ ਨਾ ਕਿ ਇਹਦੇ ਵਿੱਚ ਤੇਰਾ ਭਲਾ ਹੈ, ਉਹ ਬੱਚਾ ਸਿੱਖ ਜਾਂਦਾ ਹੈ। ਜਿਹੜੇ टॉन्ट करके सिखाते हैं, अगर मानेगा नहीं ना तो तुम्हारे हाथ से ये चॉकलेट छीन लेंगे फिर हम, ना ये जो तू बोलता है ना मेरे को फलानी जगह ले चलो, नहीं इसको नहीं ले जाएंगे, ये गंदा बच्चा, इससे बात मत करो। सारे घर में नहीं, इससे बात नहीं करना है, भैड़ा है, गंदा है, बातें करता रहता है, रोला पाता है, नहाता नहीं है, खाना नहीं खाता है, फ़ोन करता रहता है, चैट करता रहता है, कंप्यूटर पे लगा रहता है, देर देर रात जागता रहता है, सुबेरे उठता नहीं है, ये भैड़ा है। ਜਦੋਂ ਇੰਜ ਕਰਦੇ ਆ ਬੱਚੇ ਦੀ ਲਿਸਨਿੰਗ ਬੰਦ ਹੋ ਜਾਂਦੀ ਹੈ, ਉਸਨੂੰ ਸਮਝ ਨਹੀਂ ਆਉਂਦਾ ਹੈ, ਉਸ ਦਾ ਕਸੂਰ ਨਹੀਂ ਹੈ, ਅਸੀਂ ਉਹਦੀ ਲਿਸਨਿੰਗ ਬੰਦ ਕਰ ਦਿੱਤੀ। ਸਾਡੇ ਜਦੋਂ ਪ੍ਰੋਗਰਾਮ ਹੁੰਦੇ ਨੇ ਨਾ, ਪ੍ਰੋਗਰਾਮਾਂ ਤੋਂ ਬਾਅਦ ਲੋਕੀ ਫੋਨ ਕਰਦੇ ਨੇ TV ਤੇ ਦੇਖ ਕੇ ਜਾਂ ਮੈਨੂੰ ਮਿਲ ਕੇ, ਵੀਰ ਜੀ ਮੈਂ ਨਾ ਆਪਣੇ ਬੱਚੇ ਔਰ ਆਪਣੀ ਵੋਟੀ ਨੂੰ ਗੁੱਸੇ ਦੇ ਨਾਲ ਕੱਸ ਕੇ ਥੱਪੜ ਮਾਰਦਾ ਸੀ, ਡਾਕਟਰ ਵੀ ਬੜੀ ਵਾਰੀ ਨਾ ਉਹਨਾਂ ਦਾ ਕੰਨ ਦਾ ਪਰਦੇ ਦਾ ਇਲਾਜ ਕਰ ਚੁੱਕਾ ਹੈ, ਮੈਂ ਇੰਨੀ ਜ਼ੋਰ ਦੀ ਥੱਪੜ ਮਾਰਦਾ ਸੀ ਕੰਨ ਦਾ ਪਰਦਾ ਫਾੜ ਦਿੰਦਾ ਸੀ। ਵੀਰ ਜੀ ਤੁਹਾਡਾ ਪ੍ਰੋਗਰਾਮ ਸੁਣਨ ਤੋਂ ਬਾਅਦ ਮੈਨੂੰ ਅਕਲ ਆਈ ਹੈ, ਮਾਵਾਂ ਵੀ ਡਿਸਕਸ ਕਰਦੀਆਂ ਨੇ, ਪਿਆਰ ਗਾਇਬ ਹੈ, ਨਿੱਘ ਗਾਇਬ ਹੈ, ਹੁਣ ਕੀ ਪ੍ਰੈਜ਼ੈਂਟ ਹੈ? ਇਹ ਮੇਰੇ ਕਾਕੇ ਨੂੰ ਔਸ਼-ਕੋਸ਼ ਦੇ ਕੱਪੜੇ ਪਾਓ,
ਇਹ ਸਾਡੇ ਕਾਕੇ ਵਾਸਤੇ ਏਸੀ ਲਾ ਦਿਓ, ਇਹ ਦੇਖੋ ਇਹਦੇ ਵਾਸਤੇ ਕਾਰ ਲੈ ਕੇ ਆਇਆ, ਇਹਨੂੰ ਚਾਕਲੇਟ ਖਵਾ ਦਿਓ, ਇਹਨੂੰ ਪੀਜ਼ਾ ਖਵਾ ਦਿਓ, ਇਹਨੂੰ 버ਗਰ ਖਵਾ ਦਿਓ। ਇਹਦੇ ਵਿੱਚ ਜੀਵਨ ਨਹੀਂ ਹੈ। ਮਹਾਬਲੀ ਸਿਰ ਤੇ ਚੜਿਆ ਹੀ ਰਿਹਾ, ਜੰਮ ਚੰਬੜਿਆ ਹੀ ਰਿਹਾ। ਜਦੋਂ ਪਿਤਾ ਘਰ ਮਿਸਬਿਹੇਵ ਕਰਦਾ ਹੈ, ਜਦੋਂ ਸ਼ਾਮ ਨੂੰ ਘਰ ਪਹੁੰਚਦਾ ਹੈ, ਵੋਟੀ ਤੇ ਮਾਂ ਡਰ ਜਾਂਦੇ ਨੇ ਕਿ ਇਹ ਤਰਥੱਲੀ ਮਚਾ ਦੇਗਾ। ਉਹ ਕਿਚਨ ਵਿੱਚ ਜਾ ਕੇ ਕੜਛੀ ਮਾਰਨਾ ਸ਼ੁਰੂ ਕਰ ਦਿੰਦੀਆਂ। ਚੁੱਪ। ਬੱਚੇ ਡਰ ਜਾਂਦੇ ਨੇ, ਆਪੋ ਆਪਣੀ ਪੜ੍ਹਾਈ ਸ਼ੁਰੂ ਕਰ ਦਿੰਦੇ ਨੇ, ਕਮਰਿਆਂ 'ਚ ਬੈਠ ਜਾਂਦੇ ਨੇ। ਇਹ ਸਾਰਾ ਦਿਨ ਦਾ ਜਿਤਨਾ ਗੁੱਸਾ ਹੈ ਉਹ ਸਾਰਿਆਂ 'ਤੇ ਕੱਢਦਾ ਰਹਿੰਦਾ ਹੈ। ਰੋਟੀ ਖਾ ਕੇ ਕਲਪਦਾ ਹੋਇਆ ਸੋ ਜਾਂਦਾ ਹੈ, ਔਰ ਜਦੋਂ ਸਵੇਰੇ ਉੱਠਦਾ ਹੈ, ਮੇਰੀ ਅਖਬਾਰ ਲੈ ਕੇ ਆਓ, ਪਾਣੀ ਗਰਮ ਰੱਖ ਦਿਓ, ਬਾਥਰੂਮ ਵਿਹਲਾ ਹੋਣਾ ਚਾਹੀਦਾ ਹੈ, ਨਾਸ਼ਤਾ ਵਕਤ ਸਿਰ ਬਣਾ ਦਿਓ। ਕਿਉਂ? ਮੈਂ ਘਰ ਦਾ ਠੇਕੇਦਾਰ ਹਾਂ, ਮੈਂ ਘਰ ਦਾ ਚੌਧਰੀ ਹਾਂ। ਔਰ ਜਦੋਂ 9 ਵਜੇ ਕੰਮਾਂ 'ਤੇ ਨਿਕਲਦਾ ਹੈ ਤਾਂ ਉਹਨਾਂ ਦੀ ਮਾਂ ਜਾਣ ਸਰ ਕਹਿੰਦੀ ਹੈ, ਸ਼ੁਕਰ ਹੈ ਤੁਹਾਡਾ ਪਿਓ ਭੂਤ ਨਾ ਚੰਬੜਿਆ ਹੋਇਆ ਸੀ, ਲੱਥਿਆ। ਇਸੀ ਆਦਤ ਨੂੰ ਮਹਾਬਲੀ ਕਹਿੰਦੇ ਨੇ, ਜੰਮ ਕਹਿੰਦੇ ਨੇ। ਸਤਿਗੁਰੂ ਸਾਨੂੰ ਉਸ ਤੋਂ ਛੁਡਾ ਸਕਦਾ ਹੈ। ਪਿਆਰ, ਮਿਠਾਸ, ਨਮਰਤਾ, ਨਿੱਘ, ਹਲੀਮੀ। ਜਿਸ ਘਰ ਵਿੱਚ ਮੰਮੀ ਪਾਪਾ ਲੜਦੇ ਹਨ, ਉਸ ਘਰ ਵਿੱਚ ਬੱਚੇ ਰਹਿੰਦੇ ਨਹੀਂ ਹਨ। ਬੱਚੇ ਛੇਤੀ ਤੋਂ ਛੇਤੀ ਹੋਸਟਲ ਜਾਣਾ ਚਾਹੁੰਦੇ ਹਨ। ਬੱਚੇ ਛੇਤੀ ਤੋਂ ਛੇਤੀ ਨਸ਼ਾ ਅਡਾਪਟ ਕਰ ਲੈਂਦੇ ਹਨ। ਬੱਚੇ ਛੇਤੀ ਤੋਂ ਛੇਤੀ ਬॉयਫ੍ਰੈਂਡ ਗਰਲਫ੍ਰੈਂਡ ਲੱਭਦੇ ਹਨ। ਬੱਚੇ ਜਦੋਂ ਵੱਡੇ ਹੋ ਜਾਂਦੇ ਨੇ ਆਪਣੇ ਪੈਰਾਂ 'ਤੇ ਖੜ੍ਹੇ ਹੋ ਕੇ, ਉਹ ਜੌਬ ਮਾਪਿਓ ਦੇ ਕੋਲ ਰਹਿਣ ਵਾਲੀ ਨਹੀਂ ਕਰਦੇ ਨੇ, ਕਿਤੇ ਬਾਹਰ ਲੱਭਦੇ ਨੇ। ਦਿੱਲੀ ਵਾਲਾ ਬੰਬੇ ਲੱਭਦਾ, ਬੰਬੇ ਵਾਲਾ ਬੈਂਗਲੋਰ, ਬੈਂਗਲੋਰ ਵਾਲਾ ਲੰਡਨ। ਔਰ ਜਿਹੜਾ ਅਮਰੀਕਾ ਰਹਿੰਦਾ ਹੋਵੇ, ਨਿਊਯਾਰਕ ਵਾਲਾ ਕੈਲੀਫੋਰਨੀਆ ਜਾਣਾ ਚਾਹੁੰਦਾ, ਕੈਲੀਫੋਰਨੀਆ ਵਾਲਾ ਕੈਨੇਡਾ ਜਾਣਾ ਚਾਹੁੰਦਾ। ਕਾਰਨ ਕੀ ਹੈ? ਘਰੋਂ ਪਿਆਰ ਨਹੀਂ ਮਿਲਿਆ। ਬੜੇ ਪਿਆਰ ਦੇ ਨਾਲ ਜਿਹੜੇ ਛਾਤੀ ਨਾਲ ਲਾ ਕੇ ਗੱਲਬਾਤ ਕਰਦੇ ਨੇ, ਉਹ ਮੰਮੀ ਪਾਪਾ ਲੜਦੇ ਨਹੀਂ ਹਨ। ਮੈਨੂੰ ਇਹ ਗੱਲ ਬਾਰ-ਬਾਰ ਕਰਨ ਵਿੱਚ ਸ਼ਰਮ ਵੀ ਆਉਂਦੀ ਹੈ, ਔਰ ਮੈਨੂੰ ਮਨਾ ਕੀਤਾ ਜਾਂਦਾ ਹੈ, ਨਾ ਕਰ। ਖਾਸ ਤੌਰ 'ਤੇ ਮੰਮੀ ਜਾ ਕੇ ਘਰ ਕਹਿੰਦੇ ਨੇ ਤੂੰ ਇਹ ਨਾ ਕਿਹਾ ਕਰ, ਪਰ ਮੈਨੂੰ ਕਰਨ ਵਿੱਚ ਪਤਾ ਨਹੀਂ ਕਿਉਂ ਦਿਲ ਕਰ ਆਉਂਦਾ ਵੇ। ਇੱਕ ਜਗ੍ਹਾ ਗਲੀ ਦੀ ਨੁੱਕੜ 'ਤੇ ਦੋ ਨਿੱਕੇ ਨਿੱਕੇ ਬੱਚੇ ਆਪਸ ਵਿੱਚ ਲੜ ਰਹੇ ਸੀ। ਕੋਲੋਂ ਕੋਈ ਵੱਡਾ ਬੰਦਾ ਲੰਘਿਆ, ਉਹਨਾਂ ਨੂੰ ਕਹਿ ਰਿਹਾ ਸੀ, बेटा ऐसे लड़ते नहीं हैं। तो दोनों बच्चे ਉਹਦੇ ਵੱਲ ਇਸ ਤਰ੍ਹਾਂ ਮੂੰਹ ਕਰ ਕਹਿੰਦੇ, अंकल हम लड़ नहीं रहे, हम मम्मी पापा खेल रहे हैं। अच्छा, ऐसे मम्मी पापा घर में लड़ते होंगे। इसे महाबली वाली आदत तो छुड़ा रहे ने आज गुरु पातशाह। छडाए लियो महाबली ते अंतर आत्मे च वसदे रब जी दे, अपने रब जी की आवाज़ सुननी, उस नाल प्रीत करना, उस मार्ग ते टुरना। तो सानू जाच आती है, मैं अपने बच्चों नाल किस तरह व्यवहार करिया करा। मैं अपने पति पत्नी, अपने सस सहुरा नाल, अपने भैन भरावां नाल, अपने आस पास वालियां नाल, अपने घर दे नौकर चाकर नाल किवें गल करिया करा। ਜਿਹੜੇ ਮਾਤਾ ਪਿਤਾ ਬੱਚੇ ਨੂੰ ਸਿਖਾਉਂਦੇ ਨੇ, ਬੇਟਾ ਹਰ ਗੱਲ 'ਤੇ ਕਰੀਦਾ ਸ਼ੁਕਰ ਹੈ, ਬੱਚਾ ਵੀ ਸਿੱਖ ਜਾਂਦਾ ਸ਼ੁਕਰ ਹੈ। ਪਰ ਜਿਹੜੇ ਆਪਸ ਵਿੱਚ ਪਤੀ ਪਤਨੀ ਇੱਕ ਦੂਜੇ ਨੂੰ ਕੰਪਲੇਂਟ ਕਰ ਰਹੇ ਹੁੰਦੇ ਨੇ, ਉਹ ਬੱਚਾ ਸਮਝ ਜਾਂਦਾ ਹੈ ਇਹ ਸ਼ੁਕਰ ਕਹਿੰਦੇ ਨਹੀਂ ਹਨ, ਸ਼ੁਕਰ ਕਰਦੇ ਵੀ ਨਹੀਂ ਹਨ। ਉਹ ਬੱਚਾ ਵੀ ਸ਼ਿਕਾਇਤਾਂ ਕਰਨਾ ਸਿੱਖ ਜਾਂਦਾ ਹੈ। पर रीसेंटली मैं WhatsApp ते फोन ते WhatsApp एक ऐप होती है, टैक्स मैसेज भी आते हैं, ऑडियो वीडियो भी आते हैं। मैं एक सीन वेख्या, सीन बनया होया है,
ਮਾਂ ਬੱਚੇ ਨੂੰ ਪਿਆਰ ਨਾਲ ਇਸ ਤਰ੍ਹਾਂ ਕਹਿ ਰਹੀ ਹੈ ਔਰ ਇੱਥੇ ਅੱਖਰ ਲਿਖੇ ਹੋਏ ਨੇ। ਬੱਚੇ ਨੇ ਬੋਲਿਆ ਮੰਮੀ ਬਾਹਰ ਕੂੜੇ ਵਾਲਾ ਆ ਗਿਆ। ਮਾਂ ਬੱਚੇ ਨੂੰ ਚੰਗਾ ਗੁਣ ਸਿਖਾਣਾ ਚਾਹੁੰਦੀ ਹੈ, ਇਸ ਕਰਕੇ ਮਾਂ ने कहा बेटे उसको कूड़े वाला नहीं बोलते हैं, कूड़ा तो हम डालते हैं, वो तो उठाने वाला है। कूड़े वाले हम हैं, गंद असी पाने हाँ, वो तो चुकन आया है। जिन्होंने ये गल समझ आ जाती है वो अपने बच्चे के मन अंदर कूड़ा चुकन वाली या कूड़ा चुकन वाला बारे नफरत नहीं पाते ने, उन्होंने अछूत नहीं कहते ने, उन्होंने नीच नहीं कहते ने, उन्होंने जदों चाह देंदे ने टुटे कप च नहीं देंदे ने, उन्होंने जमीन ते नहीं बिठाते ने, उन्होंने प्यार दा इंसान समझ के नाल बांधते ने, उहदे नाल छूआ छूत नहीं करते ने। सतगुर दी जदों मत लैंदे हाँ ना तां जम चला जाता है। जम ने सतगुर की गल नहीं सुनी है, असी सुनी है और ये जम बिरती चली जावे, होना हुआ मेरी मुई बलाए बला गई। पहली कुरूप कुजात कुलखनी सौरे पई है बुरी वाली मत गई, अब की स्वरूप सुजान सुलखनी सहजे उधर तरी वाली मत मैं अपनाई। वो गया जम गया जो शैतान वंजाया, जो है भैड़ियां आदतां क्रोध करन दियां गालां कड्डण दियां छड्ड देंदे ने। जो शैतान वंजाया से कित फेरे चित, वो मुड़ के यू टर्न नहीं लैंदे ने, वो फिर भैड़ नहीं सिखदे ने। अज गुरु पातशाह कहंदे ने छडाए लियो महाबली ते अपने चरण परात, एक नाम दियो मन मनता बिनस न कतहूँ जात। वो मुड़ के यू टर्न लैंदे ही नहीं, वो भैड़े बनते ही नहीं ने। इस दे वास्ते मैं दलील देंदा हाँ, जिस इंसान नू बच्चा पैदा होने वेले उस बच्चे नू टुरना नहीं आंदा, माता पिता उहदी उंगल पकड़ते ने, 3 पहिए वाला उन्होंने रेड़ा देंदे ने, पर जदों चलना सीख जाता है वो मुड़ के कदे नहीं भुलदा। भुलदा है? उच्चा बोलो, भुलदा है? कदे नहीं भुलदा। एक बारी टुरना आ जाए अपने चरण प्रात, ਇਹਦਾ मतलब गुरबाणी कहती है तू अपने जम तो छुट, दूजिਆਂ ਨੂੰ ਸਿੱਧੇ ਰਾਹ ਪਾਉਣ ਦਾ ਠੇਕਾ ਛੱਡ। पर जेड़ा पिता पुत्र नूं समझा रहा होवे वो शरीफ होना चाहिए, सबसे सत्कार से बोलना चाहिए, बड़ी ईमानदारी रखनी चाहिए। और आप की करदा है? मनु गल याद है कि एक बारी स्कूल में टीचर ने पूछा सी, बच्चों हाथ खड़ा करो और खड़े होके बताओ बिजली कहाँ से आती है। मैनू पूछता तो खौरे, मैं कहता भाखड़ा नंगल डैम से आती है, इंज कोई 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 ना कोई जवाब होंदा ना। सो सारे बच्चों ने पूछा बच्चों बताओ बिजली कहाँ से आती है। एक बच्चा खड़ा होया कहता बिजली मेरे नानके तो आती है। अबे ये कौन सा आंसर है, नानके से आती है? तेरे नानके कोई इलेक्ट्रिसिटी डिपार्टमेंट ने ये क्या आंसर किया है, बिजली नानके तो आती है। कहता सर मेरे घर जदों भी बत्ती जाती है मेरे पापा टेबल ते मुक्का मार के कहते ने सालिया ने फिर कटती। हुण जे ऐसे वाला पिता जिहड़ा आप अपने साले नूं अपने सहुरिਆਂ नूं गालां कड्ढदा होवे, आप शराब भी पींदा होवे, आप कैंची भी चलांदा होवे और दूजे नूं डरा धमका के रखदा होवे और बच्चे नूं ईमानदारी दा लैक्चर दे रहा होवे, ओहदा बच्चा नहीं सीखेगा। आवर उपदेश है आप ना करे, आवत जावत जन्म में मरे। और जेड़ी मम्मी सिखा रही है बड़ों का कहना मानना चाहिए बच्चे। और देखे जदों मेरी दादी मेरी मां नूं कुछ कहती है तो मेरी मां कन्न धरदी नहीं है,
ਉਸ ਵੇਲੇ ਉਹ ਬੱਚਾ ਮਾਂ ਦੀ ਇਸ ਐਡਵਾਈਸ ਨੂੰ ਨਹੀਂ ਸੁਣ ਸਕਦਾ। ਸੋ ਧਾਰਮਿਕ ਦੁਨੀਆ ਵਿੱਚ ਸਾਨੂੰ ਖੁਦਗਰਜ਼ ਹੋਣਾ ਹੈ ਕਿ ਸੱਚ ਮੈਂ ਸਿੱਖਣਾ ਹੈ ਅਤੇ ਸੱਚ ਮੈਨੂੰ ਸਿਖਾਇਆ ਜਾ ਰਿਹਾ ਹੈ। ਜਦੋਂ ਅਸੀਂ ਸਕੂਲ, ਕਾਲਜ, ਯੂਨੀਵਰਸਿਟੀ ਦੇ ਅੰਦਰ ਲੈਕਚਰ ਸਾਂਝ ਕਰਦੇ ਹਾਂ ਤਾਂ ਇੱਕ ਕਾਮਨ ਫੈਕਟਰ ਨਿਕਲ ਕੇ ਆਉਂਦਾ ਹੈ ਔਰ ਸਾਰੀਆਂ ਟੀਚਰਾਂ ਔਰ ਪ੍ਰੋਫੈਸਰਸ ਔਰ ਪ੍ਰਿੰਸੀਪਲ ਸਾਰੇ ਮੇਰੇ ਨਾਲ ਨਾਰਾਜ਼ ਹੋ ਜਾਂਦੇ ਨੇ। ਉਹ ਕਹਿੰਦੇ ਨੇ ਤੁਸੀਂ ਕਹਿੰਦੇ ਹੋ ਗੁੱਸਾ ਨਹੀਂ ਕਰਨਾ ਚਾਹੀਦਾ, ਇਹਨਾਂ ਬੱਚਿਆਂ ਨੂੰ ਲੈਸਨ ਦੇਣਾ ਚਾਹੀਦਾ ਹੈ, ਇਹਨਾਂ ਨੂੰ ਗੁੱਸਾ ਕਰਨਾ ਚਾਹੀਦਾ ਹੈ, ਇਹ ਰੋਲਾ ਬੜਾ ਪਾਉਂਦੇ ਨੇ, ਇਹ ਇਹ ਕਰਦੇ ਨੇ, ਉਹ ਕਰਦੇ ਨੇ। ਤਾਂ ਮੈਂ ਉਹਨਾਂ ਨੂੰ ਪੁੱਛਦਾ, ਬੱਚੇ ਤੁਹਾਡੇ ਕੋਲੋਂ 3 ਸਾਲ 5 ਸਾਲ ਜਾਂ ਵੱਧ ਤੋਂ ਵੱਧ 12 ਸਾਲ ਪੜ੍ਹਦੇ ਨੇ, ਉਹ ਤੇ ਚੜ੍ਹੇ ਜਾਂਦੇ ਨੇ। ਤੁਹਾਡੀ ਆਦਤ ਗੁੱਸਾ ਕਰਨ ਦੀ ਪੱਕੀ ਰਹਿੰਦੀ ਹੈ, ਤੁਹਾਨੂੰ ਕੌਣ ਸਵਾਰੇ। ਔਰ ਅੱਜ ਇੱਕ ਟੀਚਰ ਨੇ ਮੇਰੇ ਨਾਲ ਸਾਂਝ ਕੀਤੀ ਕਿ ਮੇਰੀ ਬੱਚੀ ਜਦੋਂ ਸਕੂਲ ਜਾਂਦੀ ਹੈ ਤਾਂ ਵਾਪਸ ਆਉਂਦੀ ਹੈ ਤੇ ਬੜੀ ਦੁਖੀ ਹੁੰਦੀ ਹੈ। ਤਾਂ ਮੈਂ ਇਹ ਸੋਚਦਾ ਹਾਂ ਕਿ ਜਦੋਂ ਟੀਚਰ ਕਿਸੇ ਸਕੂਲ ਵਿੱਚ ਪੜ੍ਹਾਉਣ ਜਾਂਦੀ ਹੈ ਤਾਂ ਬੱਚਿਆਂ ਨੂੰ ਮਾਰਦੀ ਹੈ, ਲੇਕਿਨ ਜਦੋਂ ਉਹਦਾ ਬੱਚਾ ਕਿਸੇ ਸਕੂਲ ਵਿੱਚ ਜਾਏ ਤਾਂ ਚਾਹੁੰਦੀ ਹੈ ਮੇਰੇ ਬੱਚੇ ਨੂੰ ਉੱਥੇ ਟੀਚਰ ਨਾ ਮਾਰੇ। ਤੇ ਇਹਦੇ ਵਾਸਤੇ ਅਸੀਂ ਇੱਕ ਸਾਂਝ ਕਰਦੇ ਹੁੰਦੇ ਹਾਂ ਕਿ ਟੀਚਰ ਦੇ ਕੋਲ ਇੱਕ ਮਾਂ ਆਪਣਾ ਬੱਚਾ ਲੈ ਕੇ ਜਾਂਦੀ ਹੈ ਔਰ ਜਾ ਕੇ ਕਹਿੰਦੀ ਹੈ ਬੱਚਾ ਪਹਿਲੀ ਦਫਾ ਸਕੂਲ ਆਇਆ ਹੈ, ਇਹਨੂੰ ਬਹਿਣਾ ਨਹੀਂ ਆਉਂਦਾ, ਇਹਨੂੰ ਸਕੂਲ ਦਾ ਡਿਸਿਪਲਿਨ ਨਹੀਂ ਆਉਂਦਾ, ਤੁਸੀਂ ਇਸ ਨੂੰ ਮਾਰਨਾ ਨਾ, ਸ਼ਰਾਰਤੀ ਬੜਾ ਹੈ, ਰੌਲਾ ਪਾਏਗਾ, ਮਾਰਨਾ ਨਾ। ਟੀਚਰ ਨੇ ਪੁੱਛਿਆ ਜਦੋਂ ਇਹ ਸ਼ਰਾਰਤਾਂ ਕਰੇ, ਰੌਲਾ ਪਾਏ ਤਾਂ ਫਿਰ ਮੈਂ ਕੀ ਕਰਾਂ। ਅਸੀਂ ਤੇ ਬੱਚੇ ਨੂੰ 2 ਲਾਉਂਦੇ ਹਾਂ, ਨਾ ਨਾ ਮੇਰੇ ਕਾਕੇ ਨੂੰ ਨਾ ਲਾਣਾ। ਅੱਛਾ ਫਿਰ ਤੁਹਾਡੇ ਕਾਕੇ ਨੂੰ ਕੀ ਕਰੀਏ। ਕਹਿੰਦੀ ਬਸ ਤੁਸੀਂ ਇਹਦੇ ਨਾਲ ਜਿਹੜਾ ਬੱਚਾ ਬੈਠਾ ਹੋਏਗਾ ਉਹਨੂੰ ਥੱਪੜ ਮਾਰਨਾ, ਇਹ ਡਰ ਜਾਏਗਾ। ਵਾਹ ਜੀ ਵਾਹ। ਜੇ ਦੂਜੀ ਮਾਂ ਆ ਕੇ ਕਹਿ ਗਈ ਕਿ ਨਾਲ ਵਾਲੇ ਨੂੰ ਮਾਰਨਾ ਤਾਂ ਤੇਰੇ ਬੱਚੇ ਨੂੰ ਵੀ ਥੱਪੜ ਪਵੇਗਾ। ਅਸੀਂ ਕਿਉਂ ਨਹੀਂ ਸਿੱਖ ਰਹੇ, ਸਮਝ ਰਹੇ ਕਿ ਸਕੂਲਾਂ ਵਿੱਚ ਟੀਚਰਾਂ ਨੂੰ ਬੱਚਿਆਂ ਨੂੰ ਨਹੀਂ ਮਾਰਨਾ ਚਾਹੀਦਾ। ਅਸੀਂ ਕਿਉਂ ਨਹੀਂ ਸਿੱਖ ਰਹੇ ਕਿ ਘਰਾਂ ਵਿੱਚ ਮਾਂ ਪਿਤਾ ਜਿਹੜੇ ਗਾਲਾਂ ਕੱਢਦੇ ਨੇ, ਬੱਚੇ ਨੂੰ ਝਿੜਕਦੇ ਨੇ, ਕਮਰੇ 'ਚ ਬੰਦ ਕਰ ਦਿੰਦੇ ਨੇ, ਉਹਦੇ ਟੋਏ ਖੋਹ ਲੈਂਦੇ ਨੇ, ਉਹਨੂੰ ਖੇਡਣ ਨਹੀਂ ਦਿੰਦੇ, ਬੱਤੀ ਬੰਦ ਕਰਕੇ ਕਹਿੰਦੇ ਨੇ ਟੀਵੀ ਆਫ, ਸੋ ਜਾਓ, ਹਿੱਲਣਾ ਨਹੀਂ, आवाज नहीं आनी चाहिए, जो बनाया खा लो, जब कहें सो जाओ, जब कहें उठो उठो। इन्होंने टॉपिक छेड़ के मैनू छेड़ दिता है, बच्चों का सर्वपक्षी विकास। मैनू समझ नहीं आ रही मैं बच्चे नाल साझ करा कि वड्डियां नाल करा, क्योंकि मैं तुहानू कुछ सिखाण नहीं आया, हुणे तो मैं ही सीख रहा हाँ। इत्थे मेरी पत्नी मौजूद नहीं है, मेरा बच्चा मौजूद नहीं है, तुहानू की पता कि मैं उन्हां नाल की मिसबिहेव करदा। इस करके मैं बड़ा सफ़ेद पोश चिट्टे कॉलर वाला नहीं हाँ, मैं तुहानू कुछ भी नहीं सिखा सकता। तुहाडे नाल हाँ असीं सारे रल के सीख रहे हाँ। सानू मम्मी पापा बनना आया नहीं है, सानू दादा दादी बनना आया नहीं है, सानू बच्चे बनना भी नहीं आया, असी सारे सीख रहे हाँ। सतगुर पातशाह कहते ने सतगुर पूरे कीनी दात, हुण सतगुर जी अपनी दात बख्शते ने, सुमत बख्शते ने। सतगुर दी दात कार नहीं होंदी, सतगुर दी दात मकान नहीं होंदे, सतगुर दी दात पुत्र नहीं होंदा, सतगुर दी दात होंदा है। सतगुर जी ऐसी अकल विजडम सुमत बख्शते ने ताकि मैं अपने जींदे जी जमा तो छुट सका। बच्चे की पढ़ाई उत्ते साडा बड़ा ध्यान होंदा है, ए हुण उठ जाए, ए हुण नहा लवे, ए बस पकड़ लवे, ए दूध पी जाए, ए दूध छुआरे खा जाए, ए स्कूल चला जाए, ए स्कूलों आ जाए, एदा होमवर्क हो जाए, ए थोड़ा सो लवे, ए स्विमिंग की क्लास सिखावे, एदा डांस की क्लास सिखावे, ए कर लवे, वो कर लवे, ए सारा ध्यान होंदा है। लेकिन साडे समेत असी आप अते बच्चा असी सतगुर दी दात रूपी मत लेना ते चाहते ही नहीं हाँ। सानू किसी ने भुलेखा पा दिता है
ऐसे इतने पाठ करो तो ये वाली दात मिलती है, ऐसे ये करो तो भगवान जी खुश होके कार दे देते हैं, ऐसे फलानी जगह 40 दिन जाओ और फलाना चोला चढ़ाओ, फलानी सुखना सुखो तो भगवान जी फिर तुम्हारे को केस जिता देते हैं, बिजनेस चलना शुरू हो जाता है, घर में पैसे आने शुरू हो जाते हैं, ये हो जाता है। ये धर्म के नाम ते टकोसला तंदा है। सतगुर का मतलब है, सतगुरु जी सुमत बख्शे ने हर नाम दियो कीर्तन को पई हमारी गात। ऐसी अक्ल देते ने कि मेरी गति करा देंदे ने, किदे तो जमा तो पैड़े ख्यालों तो मेरी आदत ठीक कर देंदे ने। ਜਦੋਂ मैं वाजे तबले ਦੇ ਨਾਲ ਗਾਵਾਂ ਉਹਨੂੰ ਕੀਰਤਨ ਅਸੀਂ ਲੋਕੀ ਕਹਿੰਦੇ ਹਾਂ। ਗੁਰਬਾਣੀ ਅਨੁਸਾਰ ਕੀਰਤਨ ਦਾ ਮਤਲਬ ਹੁੰਦਾ ਹੈ ਕੀਰਤੀ ਕਰਨਾ, ਰੱਬੀ ਗੁਣਾ ਦੀ ਕੀਰਤੀ ਕਰਨਾ। ਰੱਬ ਜੀ ਜੇ ਨਿਰਵੈਰ ਹਨ ਤਾਂ ਮੈਂ ਨਿਰਵੈਰ ਬਣਾ, ਇਹਨੂੰ ਕੀਰਤੀ ਕਰਨਾ ਕਹਿੰਦੇ ਨੇ, ਕੀਰਤਨ ਕਰਨਾ ਕਹਿੰਦੇ ਨੇ। ਰੱਬ ਜੀ ਨਿਰਭਉ ਨੇ, ਮੈਂ ਨਿਰਭਉ ਬਣਾ, ਇਹਨੂੰ ਕੀਰਤਨ ਕਰਨਾ ਕਹਿੰਦੇ ਨੇ। ਰੱਬ ਜੀ ਦਿਆਲੂ ਨੇ, ਕਾइंड हार्ट ने, मैं काइंड हार्ट ਬਣਾ, ਇਹਨੂੰ ਕੀਰਤਨ ਕਰਨਾ ਕਹਿੰਦੇ ਨੇ। रब्बी गुणा की कीर्ति नू जीना कीर्तन कहलाता है। हर नाम दियो कीर्तन को। रब जी सुमत बख्शते ने जदों रब्बी गुणा नाल जीवो तां साडी गति होंदी है जींदे जी। अंगीकार कियो प्रभ अपने भगतन की राखी लाज। भगतन की होंदा है? भगतन होंदा है चंगे चंगे गुण। संत अते भगत भगतन चंगे चंगे गुणा नाल जीवो, उन्हां दी लाज रखी जाती है। लाज किदे तो रखी जाती है? जमा तो। जिवें द्रौपदी दी पत टक्की गई, इस तरह गुरु पातशाह कहते हैं मेरी द्रौपदी दी पत जदों दुर्योधन रूपी जमा रूपी मंदे ख्यालों तो रखी जाए, इनू पत टकना कहते ने, पत रखना कहते ने। पंचाली को राज सभा में राम नाम सुधाई। सतगुर दी मत लैंदियां साडी पत रखी जाती है। ਜਦੋਂ मैं ਭੈੜ बोल बोलांगा तो दूजे पासों भी फिर भैड़े बोल की आवाज़ आएगी। भावें कोई दूजा मेरी पत्नी मैनू डर के जवाब ना दे सके, या जड़ियाँ पत्नियां ज़्यादा बड़बोलियां होंदियां, पति डर जाता है, सस डर जाती है, वो महल्ले वाले की सुननगे यार ये तो कपत्ती है, अपने पेक्यों सिख आई है मंदे ख्याल। वो डर के दूजा इंसान जवाब देवे ना देवे, असी भैड़ी बोली बोलते हाँ। लेकिन जैसा तीर मैं छड्डांगा, जैसी चिट्ठी मैं भेजांगा, वैसा जवाब किसी ना किसी शेप ही चाहेगा। तुसी सारे ने सुनिया कि जिहड़ा बंदा बस वालियां कोल गया, बस वाले नूं जाके कहंदा ओए भाऊ ये खटारा कदों चलूगी। ड्राइवर नूं कहंदा है ये खटारा कदों चलूगी। उन्हें जवाब पता की दिता है, जदों तेरे वर्गे कबाड़ियां नाल भर जाएगी। पर ओहदा कुछ लगता नहीं सी, उन्हें जवाब दे दिता। जदों जम मैनू सतान लगा वे तो मैं इस जुबान नाल भैड़े बोल बोलांगा, इन्हां अखां नूं कूरी वट के देखांगा और मैं मत्थे ते त्यूड़ी चढ़ा लांगा। किसी बंदे नाल मैनू नफरत है, उन्होंने देखण सार मैनू खुंदक चढ़ जाती है, मेरी त्रिकुटी चढ़ जाती है। इस त्रिकुटी तो छूटना ही धर्म का काम है। सिद्ध जोगी समझते सी त्रिकुटी का मतलब है ध्यान धरो, ये सुषमना पिंगला इड़ा नाड़ी होती है, ये होती है वो होती है, यहाँ पर ध्यान धरो, एक टांग पर खड़े हो, शादी मत कराना, स्त्री को हाथ मत लगाना, जंगल में चले जाना, माया होती है, कपड़े मत पहनो, ये मत करो वो मत करो। वो इदा अपनी इड़ा पिंगला सुषमना नाड़ियां ना रख के इस दी त्रिकुटी नूं सवारन दियां गल्लां करदे सन। गुरु पातशाह कहते हैं तेरे मन उत्ते त्रिकुटी चढ़ी हुई है, मन नफरत करता है, ईर्खा करता है, जैलसी करता है, हेट्रेट करता है। इस त्रिकुटी नूं सवार तां जम तेरी पत नहीं लुटेगा। नानक फिक्के बोलिया तन मन फिक्का होए, फिक्का हो जाता है। सतगुरु पातशाह सुमत बख्शे ने अंगीकार हो जाते ने, इनू अंगीकार करना कहते हैं। पख करना, सतगुरु जी मेरा पख करते हैं, मैनू सुमत बख्शते ने। पैड़े बोलना बोलिया कर। रब जी मिठ बोलने ने, तू भी मिठा बोलिया कर। रब जी सब नू माफ कर देंगे ने, तू माफ कर दिया कर। रब जी की नज़र ही सारे एक पिता एक असके मुबारक है, तू भी सब नू एक
ਇੱਕ ਜਿਹਾ ਦੇਖਿਆ ਕਰ, ਜਾਤ ਪਾਤ ਦੇ ਸਿਸਟਮ ਵਿੱਚ ਨਾ ਰਿਹਾ ਕਰ, ਕੋਈ ऊंच जात का कोई नीच जात का ना करया कर। अंगीकार कियो प्रभ अपने भगतन की राखी पात, नानक चरण गहे प्रभ अपने। मैं अपने अंदर दे प्रभु जी दे चरण पकड़ लेने, मीन्स मैं सच दे मार्ग ते टुरना शुरू कर दिता है। ਇਹਨੂੰ ਚਰਨ ਗਏ ਕਹਿੰਦੇ ਨੇ, ਚਰਨਾਂ ਨੂੰ ਪਕੜਨਾ ਕਹਿੰਦੇ ਨੇ। ਸੰਤ ਨਾ ਛਾੜੇ ਸੰਤ ਹੀ ਜੇ ਕੋਟਕ ਮਿਲੇ ਅਸੰਤ। ਫਿਰ ਅਸੀਂ ਭੈੜੇ ਲੋਕ ਹੋਣ ਜਾਂ ਭੈੜੇ ਲੋਕਾਂ ਦੇ ਐਕਸ਼ਨ ਹੋਣ, ਮੇਰੇ ਨਾਲ ਕੋਈ ਮਿਸਬਿਹੇਵ ਕਰੇ, ਅਸੀਂ ਟਿਟ ਫॉर ਟੈਟ ਜੈਸੇ ਕੋ ਤੈਸਾ ਕਰਕੇ ਭੈੜੇ ਅਵਗੁਣ ਕਰਦੇ ਨਹੀਂ ਹਾਂ, ਕਿਉਂਕਿ ਸਤਿਗੁਰ ਨੇ ਮੈਨੂੰ ਮਹਾਬਲੀ ਤੋਂ ਛੁਡਾ ਲਿਆ। नानक चरण गए पर अपने सुख पायो दिन रात। फिर असी दिन रात हमेशा वास्ते सुखी हो जाते हैं, सानू खेड़ा आ जाता है, नानक भगतां सदा विगास हो जाते हैं। फिर साडा मन डके डोले नहीं खांदा, कबू जीड़ा उप चढ़दा कबू जाए प्याले, लोभी जीड़ा थिर ना रहता चारे कुंडा पाले। साडा इस तरह डके डोले खांदा मन नहीं रहिंदा, फिर असी टिक जाते हैं। सतगुर कर दीने अस्थिर कर बार। सतगुरु जी ने मेरा अंदरों ते बाहरों मेरा कार-बार स्टेबल कर दिता। मैनू चिट आई है कि साडा समा हो गया है, असी बाकी दे समय विच सवाल जवाब साझ कर सकते हैं। सारा मैं तुहाडी सारी गलबात सुन रहा सी, मैं जो महसूस किया कि ਸਿੱਖਣ ਦੀ ਜਿਹੜੀ ਗੱਲ ਹੈ, ਜਿਵੇਂ ਅਸੀਂ ਗੱਲ ਕਰ ਰਹੇ ਸੀ, ਤੁਸੀਂ ਵੀ ਇਹ ਗੱਲ ਕਹੀ ਕਿ ਮੈਂ ਬੱਚਾ ਬਣਨਾ ਲੋਚਦਾ। ਮੈਨੂੰ ਜਿਹੜਾ ਕਿਵੇਂ ਇਸ ਤਰੀਕੇ ਦਾ ਮਤਲਬ ਮੇਰੇ 'ਚ ਕੀ ਚੇਂਜ ਆਏ ਕਿ ਮੇਰੀ ਜਿਹੜੀ ਗ੍ਰਹਿਣ ਕਰਨ ਦੀ ਜਿਹੜੀ ਸ਼ਕਤੀ ਹੈ ਉਹ ਵੱਧ ਜਾਏ। ਕੁਝ ਕਨਫਿਊਜ਼ਨਸ ਵੀ ਹੈਗੀਆਂ ਵੀਰ ਜੀ, ਜਿਵੇਂ ਅਸੀਂ ਗੱਲ ਕਰਦੇ ਹਾਂ, ਮਤਲਬ ਬੜਾ ਕੁਝ ਮੈਂ ਦੇਖਿਆ ਆਪਣੀ ਲਾਈਫ ਦੇ ਵਿੱਚ, ਬਹੁਤ ਕੁਝ ਐਕਸਪੀਰੀਅੰਸ ਕੀਤਾ ਹੈ। ਜੋ ਕੁਝ ਤੁਸੀਂ ਅੱਜ ਤੁਹਾਡੇ ਨਾਲ ਸ਼ੇਅਰ ਹੋਇਆ, ਮੈਨੂੰ ਲੱਗਦਾ ਕਿ ਕਾਫੀ ਹੱਦ ਤੱਕ ਉਹ ਸਹੀ ਵੀ ਹੈ, ਪਰ ਕੁਝ ਫਿਰ ਵੀ ਜਿਹੜਾ ਹੈ ਮਤਲਬ ਇਹ ਵੀ ਮੈਂ ਫੀਲ ਕਰਦਾ ਕਿ ਜਿਵੇਂ ਆਪਣੀਆਂ ਹੀ ਪਰਸਨਲੀ ਗੱਲ ਕਰਦਾ ਹਾਂ ਤਾਂ ਮਤਲਬ ਜਿਸ ਤਰੀਕੇ ਦੀ ਸਾਡੀ ਜ਼ਿੰਦਗੀ ਹੈ, ਇੱਕ ਬੈਲੈਂਸ ਸੰਤੁਲਨ ਦੀ ਜਿਹੜੀ ਹੈਗੀ ਹੈ ਜ਼ਰੂਰਤ ਹੈ, ਉਹ ਸੰਤੁਲਨ ਨਹੀਂ ਬਣ ਪਾਉਂਦਾ। ਕਿਵੇਂ ਬਣੇਗਾ ਉਹ ਸੰਤੁਲਨ? ਕਿਵੇਂ ਜਿਹੜੀਆਂ ਅਸੀਂ ਆਪਣੀਆਂ ਕਮੀਆਂ ਜਿਹੜੀਆਂ ਉਹਨਾਂ ਨੂੰ ਕਿਵੇਂ ਪਛਾਣ ਸਕਦੇ ਹਾਂ? ਕਰਮਵੀਰ ਜੀ, ਕੋਈ ਐਗਜ਼ਾਮਪਲ ਕਿਸ ਵੇਲੇ ਸੰਤੁਲਨ ਨਹੀਂ ਰਹਿੰਦਾ? ਜਿਵੇਂ ਹੁਣ ਅਸੀਂ ਗੱਲ ਕਰਦੇ ਹਾਂ, ਇੱਕ ਤਾਂ ਐਕਸਪੈਕਟੇਸ਼ਨਸ ਦੀ ਗੱਲ ਹੁੰਦੀ ਹੈਗੀ ਆ। ਐਕਸਪੈਕਟੇਸ਼ਨਸ ਆਪਣੇ ਆਪ ਤੋਂ ਵੀ ਹੈ, ਆਪਣੇ ਪਰਿਵਾਰ ਤੋਂ ਵੀ ਹੈ। ਸੋ ਸਭ ਤੋਂ ਪਹਿਲਾਂ ਤਾਂ ਅਸੀਂ ਐਕਸਪੈਕਟੇਸ਼ਨਸ ਛੱਡਾਂਗੇ। ਆਈ ਡੋਂਟ ਹੈਵ ਟੂ ਲੀਨ ਵਿਦ ਇਟ। ਮੈਨੂੰ ਕਿਸੇ ਹਾਲਤ ਵਿੱਚ ਕਿਸੇ ਕੋਲੋਂ ਵੀ ਕੁਝ ਐਕਸਪੈਕਟ ਨਹੀਂ ਕਰਨਾ। ਫੋਰ ਐਗਜ਼ਾਮਪਲ, ਮੈਂ ਬਚਪਨ ਵਿੱਚ ਆਪਣੀ ਮਾਂ ਕੋਲੋਂ ਪਾਣੀ ਦਾ ਗਲਾਸ ਮੰਗਦਾ ਸੀ, ਮੇਰੀ ਮਾਂ ਦੇ ਦਿੰਦੀ ਸੀ, ਰਾਈਟ। ਪਰ ਮੈਨੂੰ ਇਹ ਆਦਤ ਨਾ ਪੈ ਜਾਏ ਕਿ ਵੱਡਾ ਹੋ ਕੇ ਮੈਂ ਆਪਣੀ ਵਹੁਟੀ ਕੋਲੋਂ ਹੀ ਮੰਗਾਂਗਾ। ਇਸ ਕਰਕੇ ਮੇਰੇ ਨਾਨੀ ਜੀ ਕਹਿੰਦੇ ਸਨ, ਜੇ ਸੁਖ ਲੋਣੇ ਆਪਣਾ ਪਾਣੀ ਮੰਗਣਾ ਪੀ। ਉਹ ਆਦਤ ਮੈਨੂੰ ਪੈ ਗਈ। ਮੈਂ ਕੋਸ਼ਿਸ਼ ਕਰਦਾ, ਮੈਂ ਆਪਣੀ ਵਾਈਫ ਨੂੰ ਕਦੇ ਨਹੀਂ ਕਹਿੰਦਾ ਮੈਨੂੰ ਪਾਣੀ ਗਲਾਸ ਦਿਓ। ਇਹ ਗੱਲ ਵੱਖਰੀ ਹੈ ਕਿ ਜਦੋਂ ਮੈਂ ਪਾਣੀ ਗਲਾਸ ਲੈਣ ਜਾ ਰਿਹਾ ਹੁੰਦਾ, ਉਹ ਕਹਿੰਦੇ ਨੇ ਤੁਸੀਂ ਖੋਜ ਕਰਦੇ ਪਏ ਹੋ, ਤੁਸੀਂ ਅਪੜਦੇ ਪਏ ਹੋ, ਮੈਨੂੰ ਕਿਉਂ ਨਹੀਂ ਕਹਿੰਦੇ, ਮੈਂ ਲਿਆ ਦਿੰਦੀ ਹਾਂ। ਦੈਟ ਇਜ਼ ਐਂਟਾਇਰਲੀ ਡਿਫਰੈਂਟ। ਬਜਾਏ ਇਸ ਦੇ ਕਿ ਮੈਂ ਉਸਨੂੰ ਹੁਕਮ ਕਰਾਂ। ਐਕਸਪੈਕਟੇਸ਼ਨ ਜਿੱਥੇ ਹੁੰਦੀ ਹੈ, ਮਨੁੱਖ ਸੋਚਦਾ ਨਾ ਆਪਣਿਆਂ ਨੂੰ ਨਹੀਂ ਕਵਾਂਗੇ ਤਾਂ ਕਿਸ ਨੂੰ ਕਵਾਂਗੇ। ਲੇਕਿਨ ਮੁਸ਼ਕਿਲ ਇਹ ਹੈ ਨਾ ਕਿ ਜੇ ਦੂਜਾ ਨਾ ਮੰਨੇ ਤਾਂ ਸਾਨੂੰ ਬਰਦਾਸ਼ਤ ਵੀ ਨਹੀਂ ਹੁੰਦਾ, ਹੈ ਨਾ। ਇੱਕ ਦੀ ਮੰਨ ਜਾਏ, ਮੇਰੀ ਵੋਟੀ ਮੰਨ ਜਾਏ ਜਾਂ ਤੁਹਾਡੀ ਵੋਟੀ ਮੰਨ ਜਾਏ, ਤੀਜੇ ਦੀ ਨਾ ਮੰਨੇ ਤਾਂ ਉਹ ਸਾਡੀ ਨਕਲ ਮਾਰੇਗਾ। ਉਹਨੂੰ ਤਾਂ ਕਹਿੰਦੇ ਨੇ ਰੀਸਾਂ ਕਰੇ ਤੇ ਨਾੜੀਆਂ ਜੋ ਸੇਵੇਦਾਰ ਖੜੀਆਂ, ਹੈ ਨਾ। ਸੋ ਸਿੱਧੀ ਗੱਲ ਸੱਪ ਦੀ ਖੁੱਡੀ ਬੰਦ ਕਰੀਏ ਨਾ ਕਿ ਐਕਸਪੈਕਟੇਸ਼ਨ ਰੱਖਣੀ ਨਹੀਂ ਚਾਹੀਦੀ। ਜਿਤਨਾ ਹੋ ਸਕੇ ਆਪਣ ਹੱਥੀ ਆਪਣਾ ਆਪੇ ਹੀ ਕਾਜ ਵਾਰੀਏ ਤੇ ਬੈਲੈਂਸ ਬਣਦਾ ਜਾਏਗਾ। ਪਰ ਐਕਸਪੈਕਟ ਨਾ ਕਰਨਾ, ਆਸ ਨਾ ਰੱਖਣੀ, ਇਹ ਵੀ ਬਹੁਤ ਔਖਾ ਕੰਮ। ਇਹ ਬਹੁਤ ਸੌਖਾ ਹੈ। ਔਖਾ ਤੇ ਇਹ ਹੈ ਕਿ ਮੈਂ ਐਕਸਪੈਕਟੇਸ਼ਨ ਰੱਖੀ, ਹੁਣ ਮੈਂ ਵੇਟ ਕਰ ਰਿਹਾ ਹਾਂ ਕਿ ਉਹ ਕੰਮ ਕਰਨ, ਔਰ ਜੇ ਉਹ ਨਹੀਂ ਕਰਦੇ ਨੇ ਤਾਂ ਹੋਰ ਔਖਾ ਹੋ ਗਿਆ ਕਿ ਹੁਣ ਮੈਂ ਲੋਕ ਅਵਗੁਣਾ ਕੀ ਬੰਨਾ ਗੰਠੜੀ, ਮੈਂ ਹੁਣ ਸਿਰ ਤੇ ਗੰਠੜੀ ਚੁੱਕੀ ਰੱਖਦਾ। ਕਹੋ ਨਾਨਕ ਤਬ ਹੀ ਮਨ ਛੁੱਟੀਆ ਜੋ ਸਗਲੇ ਅਵਗੁਣ ਮੇਟ ਤਰਿਆ। ਮੈਂ ਆਪਣਾ ਇਹ ਅਵਗੁਣ ਰੱਖ ਦਿਆਂ, ਮਨ ਛੁੱਟ ਜਾਏਗਾ। ਸੌਖਾ ਹੈ ਤਾਂ
ਇਹ ਤਾਂ ਬੜਾ ਹੀ ਸੌਖਾ ਹੈ। ਸਾਨੂੰ ਆਦਤਾਂ ਪੈ ਗਈਆਂ ਨੇ ਕਿ ਅਸੀਂ ਇੱਕ ਦੂਜੇ ਨੂੰ ਇਸ ਤਰੀਕੇ ਨਾਲ ਐਕਸਪੈਕਟੇਸ਼ਨਸ ਕਰਦੇ ਹਾਂ, ਬਜਾਏ ਇਸ ਦੇ ਕਿ ਤੁਸੀਂ ਉਹ ਗਾਣਾ ਨਹੀਂ ਸੁਣਿਆ ਹੋਇਆ, मधुबन खुशबू देता है, सागर सावन देता है, जीना उसका जीना है, जो औरों को जीवन देता है। सो ਜਿਹੜਾ ਦੂਜਿਆਂ ਨੂੰ ਜੀਵਨ ਦੇਣ ਲੱਗ ਪੈਂਦਾ ਹੈ ਉਹ ਕਿਉਂ ਐਕਸਪੈਕਟ ਕਰੇਗਾ। ਸੋ ਲਰਨ ਹਾਊ ਟੂ ਲਿਵ ਫॉर ਅਦਰਸ, ਰਾਈਟ। ਥੈਂਕ ਯੂ ਵੈਰੀ ਮਚ। ਥੈਂਕਸ ਫॉर ਸ਼ੇਅਰਿੰਗ। ਥੈਂਕ ਯੂ ਸਰ, ਬਹੁਤ ਮਿਹਰਬਾਨੀ। ਵੈਲਕਮ। ਤੁਹਾਡਾ ਕੀ ਨਾਮ ਹੈ? ਡਾਕਟਰ ਜਗਤਾਰ ਸਿੰਘ। ਡਾਕਟਰ ਦੀਦਾਰ ਸਿੰਘ। ਜਗਤਾਰ ਸਿੰਘ। ਜਗਤਾਰ ਸਿੰਘ ਜੀ, ਹਾਂਜੀ। ਪਹਿਲਾਂ ਤਾਂ ਬਹੁਤ ਬਹੁਤ ਮਿਹਰਬਾਨੀ, ਬਹੁਤ ਹੀ ਸਿੱਖਿਅਤ ਗੱਲਾਂ ਜਿਹੜੀਆਂ ਤੁਹਾਡੇ ਤੋਂ ਸਿੱਖੀਆਂ ਨੇ, ਅਤੇ ਕਾਫੀ ਦੇਰ ਕੁਛ ਕੁਐਰੀ ਨਹੀਂ ਹੈਗੀ, ਸਿਰਫ ਸ਼ੇਅਰਿੰਗ ਕਰ ਲਿਆ ਤੁਹਾਡੇ ਨਾਲ। ਗ੍ਰੇਟ, ਕਾਈਂਡਲੀ ਗੋ ਹੈਡ। ਇਹ ਹੈਗਾ ਵੀ ਜਿਹੜਾ ਮੇਰੇ ਤੋਂ ਪਹਿਲਾਂ ਸਰ ਨੇ ਕੁਐਸਚਨ ਕੀਤਾ ਸੀ, ਠੀਕ ਹੈ ਵੀ ਕੋਈ ਐਕਸਪੈਕਟੇਸ਼ਨ ਨਹੀਂ ਕਰਨੀ, ਉਹ ਅਸੀਂ ਆਪਣੇ ਆਪ 'ਤੇ ਲਾਗੂ ਕਰਦੇ ਹਾਂ, ਠੀਕ ਹੈ, ਅਤੇ ਉਹਦੇ ਨਾਲ ਐਗਰੀਡ ਵੀ ਹੈਗੇ ਅਤੇ ਕਰਨਾ ਵੀ ਪਵੇਗਾ। ਦੂਸਰਾ ਸਰ ਕੁਐਸਚਨ ਜਿਹੜਾ ਮੇਰਾ ਇਹ ਹੈਗਾ ਵੀ ਬੱਚਿਆਂ ਦੇ ਲਈ, ਜਿਹੜੇ ਛੋਟੇ ਬੱਚੇ ਨੇ ਸਾਡੇ ਆਪਣੇ ਬੱਚੇ ਨੇ, ਕਿਉਂਕਿ ਮੇਰਾ ਟੀਚਿੰਗ ਪ੍ਰੋਫੈਸ਼ਨ, ਮੈਂ ਐਸੋਸੀਏਟ ਪ੍ਰੋਫੈਸਰ ਸਲਾਈਟ ਲਾਉਂਗਾ, ਵਾਹ ਜੀ ਵਾਹ, ਸੇਵਾ ਨਿਭਾ ਰਿਹਾ। ਮੈਂ ਪਹਿਲਾਂ ਆਪਣੇ ਘਰ 'ਤੇ ਗੱਲ ਕਰਦਾ ਵੀ ਜਿਹੜੇ ਬੱਚੇ ਨੇ ਡਿਸਿਪਲਿਨ ਵਾਲਾ ਪਾਰਟ ਜਿਹੜਾ ਹੈਗਾ, ਉਹਨਾਂ ਨੂੰ ਕਿਹਾ ਜਾਂਦਾ ਵੀ ਸਵੇਰੇ ਬੇਟੇ 5 ਵਜੇ ਉੱਠਣਾ, ਇੰਨਾ ਕੰਮ ਕਰਨਾ, ਕਿ ਉਹਨਾਂ ਨੂੰ ਇੱਕ ਕਹੀਏ ਜਾਂ ਨਾ ਕਹੀਏ, ਜੇ ਨਹੀਂ ਕਹਿੰਦੇ ਤਾਂ ਫਿਰ ਉਹ ਆਪਣੇ ਆਪ ਕੰਮ ਨਹੀਂ ਕਰਦੇ ਨੇ। ਅਤੇ ਉਹ ਡਿਸਿਪਲਿਨ ਵਾਲਾ ਪਾਰਟ ਕੁਛ ਨਾ ਕੁਛ ਸਾਨੂੰ ਇੰਪਲੀਮੈਂਟ ਕਰਨਾ ਪਵੇ, ਕਿਉਂਕਿ ਅਸੀਂ ਆਪਣੇ ਪੇਰੈਂਟਸ ਤੋਂ ਸਿੱਖਿਆ ਹੈ। ਪਿਆਰ ਨਾਲ, ਠੀਕ ਹੈ ਜੀ, ਹੁਕਮ ਚਾੜ ਕੇ ਨਹੀਂ, ਠੀਕ ਹੈ, ਔਰ ਉਸਨੂੰ ਸਜ਼ਾ ਔਰ ਟੌਂਟ ਕੀਤੇ ਬਿਨਾਂ। ਠੀਕ ਹੈ। ਫਰਜ਼ ਕਰੋ ਮੈਂ ਬੱਚੇ ਨੂੰ ਇਹ ਕਹਿਣਾ ਚਾਹੁੰਦਾ, ਬੇਟਾ ਸਵੇਰੇ ਉੱਠ ਕੇ ਮੇਰਾ ਇੱਥੇ ਕੋਟ ਰੱਖ ਦੇਣਾ ਔਰ ਬਾਹਰ ਦਾ ਗੇਟ ਖੋਲ੍ਹ ਦੇਣਾ, ਠੀਕ ਹੈ, ਕਾਰ ਸਾਫ਼ ਕਰ ਦੇਣਾ। ਬੱਚੇ ਨੇ ਨਹੀਂ ਕੀਤੀ ਤਾਂ ਦੂਜੇ ਦਿਨ ਮੈਂ ਉਹਨੂੰ ਕੁਛ ਵੀ ਨਾ ਕਹਾਂ ਔਰ ਇਹ ਤਿੰਨੋਂ ਕੰਮ ਮੈਂ ਕਰ ਲਵਾਂ। ਠੀਕ ਹੈ, ਅਗਲੇ ਦਿਨ ਫਿਰ ਪਿਆਰ ਨਾਲ ਕਹਿ ਦਿਆਂ, ਫਿਰ ਮੈਂ ਕਰ ਲਵਾਂ। ਬੱਚਾ ਬਹੁਤ ਸਮਝਦਾਰ ਹੁੰਦਾ ਹੈ। ਉਹ ਇਸ ਪਿਆਰ ਦੀ ਬੋਲੀ ਕਿ ਮੇਰੇ ਮਾਤਾ ਪਿਤਾ ਨੇ ਮੈਨੂੰ ਝਿੜਕਿਆ ਨਹੀਂ, ਗਾਲਾਂ ਨਹੀਂ ਕੱਢੀਆਂ, ਮੋਸਟਲੀ ਬੱਚਾ ਸਿੱਧੇ ਪਾਸੇ ਟੁਰ ਪੈਂਦਾ ਹੈ। ਲੇਕਿਨ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਹਾਂ। ਮੈਂ ਮੈਡੀਕਲ ਡਾਕਟਰ ਕੋਲੋਂ ਸੁਣਿਆ ਸੀ ਕਿ ਅਗਰ ਬੱਚਾ 3 ਮਹੀਨੇ ਕੁਛ ਨਾ ਖਾਏ ਤਾਂ ਬੱਚੇ ਨੂੰ ਕੁਛ ਨਹੀਂ ਹੁੰਦਾ, ਪਰ ਮਾਵਾਂ ਕੁਛ ਘੰਟੇ ਬਾਅਦ ਹੀ ਸਬਰ ਛੱਡ ਜਾਂਦੀਆਂ ਨੇ। ਮੇਰਾ ਬੱਚਾ ਨਹੀਂ ਕੁਛ ਖਾ ਰਿਹਾ ਜੀ, ਹੈ ਨਾ। ਇੰਝ ਅਸੀਂ ਆਪਣੇ ਜੀਵਨ ਵਿੱਚ ਹੀ ਨਿੱਕੀ ਨਿੱਕੀ ਗੱਲ 'ਤੇ ਸਬਰ ਬੜੀ ਜਲਦੀ ਛੱਡ ਜਾਂਦੇ ਹਾਂ, ਹੈ ਨਾ। ਭਾਖਿਆ ਪਾਓ, ਅਪਾਰ ਬੇਅੰਤ ਅਪਾਰ ਸਾਡੇ ਕੋਲ ਪਿਆਰ ਦੀ ਬੋਲੀ ਹੋਣੀ ਚਾਹੀਦੀ ਹੈ ਔਰ ਬੇਅੰਤ ਅਪਾਰ ਦਾ ਸਬਰ ਹੋਣਾ ਚਾਹੀਦਾ ਹੈ। ਬੱਚਾ ਆਪੇ ਟੁਰ ਪਏਗਾ। ਜੇ ਨਹੀਂ ਟੁਰਿਆ ਸਾਨੂੰ ਨਜ਼ਰ ਆਉਂਦਾ, ਲੇਕਿਨ ਉਹ ਮਾਂ ਪਿਓ ਦਾ ਚੰਗਾ ਗੁਣ ਲੈ ਲੈਂਦਾ ਹੈ। ਸੋ ਸਬਰ ਹੀ ਕਰਨਾ ਹੈ। ਬਾਕੀ ਦੀ ਗੱਲ, ਮੈਂ ਆਪਣੇ ਬੱਚੇ ਨੂੰ ਕਹਾਂ, ਬੇਟਾ ਤੁਹਾਡੀ 6 ਵਜੇ ਬੱਸ ਆਉਂਦੀ ਹੈ, ਤੁਸੀਂ 6 ਵਜੇ 'ਚ 1 ਮਿੰਟ 'ਤੇ ਉੱਠਦੇ ਹੋ, ਨਾ ਤੁਸੀਂ ਨਹਾਉਂਦੇ ਹੋ, ਨਾ ਤੁਸੀਂ ਬਾਥਰੂਮ ਜਾਂਦੇ ਹੋ, ਬਸ ਚੁੱਲੀ ਕਰਕੇ ਛੇਤੀ ਨਾਲ ਦੌੜ ਜਾਂਦੇ ਹੋ। ਇਹਦੇ ਨਾਲ ਤੁਹਾਡੀ ਸਿਹਤ ਖਰਾਬ ਹੋ ਜਾਏਗੀ। 5 ਵਜੇ ਉੱਠ ਜਾਇਆ ਕਰੋ। ਜੇ ਬੱਚਾ ਇਹ ਆਦਤ ਨਾ ਛੱਡੇ ਤਾਂ ਕੋਈ ਗੱਲ ਨਹੀਂ, ਪਰ ਜੇ ਮੈਂ ਉਹਨੂੰ ਡਾਂਟਾਂ, ਗੁੱਸਾ ਕਰਾਂ, ਸਜ਼ਾ ਦਿਆਂ, ਮੇਰੀ ਆਦਤ ਜ਼ਰੂਰ ਵਿਗੜ ਜਾਏਗੀ। ਭਾਵੇਂ ਮੈਂ 5 ਵਜੇ ਉੱਠਦਾ ਹਾਂ, ਮੈਂ ਕੀ ਖੱਟਿਆ। ਇਸ ਤਰ੍ਹਾਂ ਟੀਚਰਾਂ ਨੂੰ ਭੁਲੇਖਾ ਹੋ ਜਾਂਦਾ ਹੈ, ਜੀ ਮੈਂ ਡਿਗਰੀ ਲੈ ਕੇ ਆਈ ਹਾਂ, ਮੈਂ ਇਹਨਾਂ ਬੱਚਿਆਂ ਨੂੰ ਸਮਝਾਂਗੀ ਨਹੀਂ ਤਾਂ ਕੀ ਸਮਝਾਂਗੀ। ਮੈਂ ਉਹਨੂੰ ਪੁੱਛਦਾ, ਤੇਰੀ ਡਿਗਰੀ 'ਚ ਕਿੱਥੇ ਲਿਖਿਆ ਹੈ ਕਿ ਤੂੰ ਇਹਨਾਂ ਬੱਚਿਆਂ ਨੂੰ ਗੁੱਸਾ ਕਰਕੇ ਡਿਸਿਪਲਿਨ ਕਰਨਾ ਹੈ? ਕਿੱਥੇ ਵੀ ਨਹੀਂ ਲਿਖਿਆ। टीचर मुझको अंडा देती है,
मुर्गा मुझे बनाती है, अंडा आप देती है। ए डिग्री च किथे नहीं लिखा है, बट शी डस इट, है ना। ਉਹਨੂੰ ਭੁਲੇਖਾ ਪੈ ਗਿਆ ਡਿਗਰੀ ਉਸਦੀ ਕਿਸੇ ਕੰਮ ਦੀ ਨਹੀਂ ਰਹੀ, ਜੋ ਬੱਚਿਆਂ ਨੂੰ ਇਸ ਤਰ੍ਹਾਂ ਪਨਿਸ਼ ਕਰਦੇ ਕਰਦੇ ਆਪਣਾ ਸੁਭਾਅ ਵਿਗਾੜ ਕੇ ਘਰ ਗਈ। ਜਦੋਂ ਸੁਭਾਅ ਵਿਗਾੜ ਕੇ ਘਰ ਗਈ, ਉਹਦਾ ਪਤੀ ਬੜਾ ਦੁਖੀ, ਉਹਦੀ ਸੱਸ ਬੜੀ ਦੁਖੀ, ਔਰ ਜਦੋਂ ਉਹ ਰਿਟਾਇਰ ਹੋ ਗਈ ਤਾਂ ਉਹ ਆਪ ਵੀ ਦੁਖੀ। ਕੀ ਖੱਟਿਆ, ਬੱਚੇ ਨੂੰ 5 ਵਜੇ ਉਠਾ ਲਿਆ ਔਰ ਮੇਰਾ ਸੁਭਾਅ ਵਿਗੜ ਗਿਆ। प्यार ना जितना कर सकते हैं, मेरा स्वभाव ना बिगड़े, बस। थिंग्स विल चेंज, थिंग्स डू चेंज एंड इट वर्क्स बिकॉज आइडियल्स आर बाउंड टू प्रिवेल, ट्रूथ प्रिवेल्स, है ना। जिसमें बच्चों को गाइड तो करना ही पेगा, प्यार ना, प्यार। हाँ जी। ठीक है बेटा इत्थे हाथ रखो ना, हाथ सड़ जाता, नहीं रखीदा, है ना। होर एग्जाम्पल फलाने का सड़ गया सी, उहदा सड़ गया सी। देखो ट्राई करो, जे तो तुसी हाथ साड़ के सीखना तो तुहाडी मर्जी है, पर मैं पिता हाँ, माता हाँ, मेरा फर्ज बनता है तुहानू एडवांस विच आगाह कराना। काइंडली ट्राई दिस, जितना प्यार कर सकते हैं। साडे कोल प्यार की घाट है, लेकिन अंदर ढेर सारा प्यार है, उसनू असीं ताला मार दिता है। जिवें बाहर दे समुंदर सारे पॉल्यूटिड हो गए ने, मेरे अंदर दे प्यार दा समुंदर मैं पॉल्यूटिड कर दिया, है ना। सब्जेक्ट टू समाज। थैंक यू सो मच, सो नाइस ऑफ यू, थैंक यू। मेहरबानी। मेरा सवाल ये है, जिस तरह अज असी एक मीडिया के युग में रह रहे, तो कंप्यूटर का युग है, टैक्नोलॉजी का युग है, बहुत सारे बच्चों को सानू पता कि टीवी चैनल ने, तो उहदे विच बच्चे कार्टून देखते हैं, बड़ा जिहड़ा दृश्य आ रहे हैं उहदे विच, जे तां ग्लैमर ने जां उहदे विच मार धाड़ आ जी, नैतिकता वाला जो सिस्टम है वो लगभग खारज है। यस। तो मेरा सवाल एक है कि मौजूदा दौर दे विच ना तो दादा दादियां कोले वो कहानी ने जिहदे जरिए बच्चों नूं नैतिकता का पाठ पढ़ाया जाता सी पुराने जमाने च, ते माता पिता कोले टाइम कोई नहीं, तो ठीक है कि बच्चे उन्होंने एक गुरुद्वारा साहब लेके जाते हैं सवेर शाम, पर बच्चे की वो समझ नहीं कि उन्ना वो फॉलो करन उहनूं, क्योंकि बेसिकली मैनूं इउं लगदा कि हुण जिहड़ी मौजूदा स्थिति है तो ये बच्चों का नैतिक विकास किद्दां होवे, जे मौजूदा टैक्नोलॉजी के नाल संबंधित इहनूं जोड़ के वेख्या जाए, तो इहो जिहे प्रोग्रामां की की अज मौजूदा लोड़ नहीं है कि वो सीधे तौर पर बच्चे ते इंटरैक्ट करन। धन्नवाद जी। ਇਹ ਤਾਂ ਮਿੰਦਰਪਾਲ ਵੀਰ ਜੀ ਜਿਨ੍ਹਾਂ ਦੇ ਘਰ ਅਸੀਂ ਆਏ ਹਾਂ, ਉਹਨਾਂ ਦਾ ਕੀ ਨਾਂ ਹੈ? राजीव जी ते करमवीर जी का धन्यवाद करो जिन्होंने प्रोग्राम रखा है। थैंक यू जी, थैंक यू, थैंक यू। ते दूजी गल कि जितना यह गड़बड़ तुसी सांझ कीती है ना, इसका सोल्यूशन एक ही है, हुण प्यार। जितना असी वध तो वध प्यार कर सकीए। और तुसी गुलाम अली दी गज़ल सुनी है, मिलिया ना प्यार तो मैं तेनू गल लगा लिया है, भुलिया ना पहला काम दूजा पल्ले पा लिया। वो कह रहा है शराब की बोतल में, राइट। सो साडे घरां विच जिस इंसान नूं प्यार नहीं मिलता वो इंसान नशई हो जाता है, वो इंसान शराब पीन लग पैंदा है, वो इंसान ड्रग खान लग पैंदा है, वो इंसान बाहरों प्यार लभण लग पैंदा है, वो इंसान बाहरों बॉयफ्रेंड गर्लफ्रेंड लभण लग पैंदा है। असी घरां विच प्यार क्यों नहीं सांझ करते पे, है ना। सो जो कुछ भी मीडिया विचों सानू नैतिकता के बदले अनैतिकता दिखाई जा रही है और समाज साडा सारा गड़बड़ हो रहा है। हुण इहदे विच सानू घरों ही बच्चे नूं प्यार वंडना पेगा, और जिहड़े घरों ब्रैकफास्ट दे रज्जे जाते हैं वो बाहर भी रज्जे रहिंदे ने, जिहड़े घरों ही ब्रैकफास्ट ना खा के जा सकन
ਤਾਂ ਉਹ ਬਾਹਰ ਵੀ ਭੁੱਖੇ ਰਹਿੰਦੇ ਨੇ। ਇੱਕ ਜਿਵੇਂ ਛੋਟੀ ਜੀ ਗੁਜ਼ਾਰਿਸ਼ ਹੈ, ਦੇਖੋ ਮੌਜੂਦਾ ਦੌਰ ਦੇ ਵਿੱਚ ਆਪਾਂ ਕਹੀਏ ਵੀ ਬੱਚਾ ਬੇਟਾ ਟੀਵੀ ਨਹੀਂ ਦੇਖਣਾ, ਉਹ ਕਹਿਣਗੇ ਪਾਪਾ ਤੂੰ ਬੈਕਵਰਡ ਆ ਵੀ ਤੂੰ ਸਾਨੂੰ ਟੀਵੀ ਦੇਖਣ ਤੋਂ ਮਨਾ ਕਰ ਰਿਹਾ। ਤੇ ਮੈਨੂੰ ਜਿਉਂ ਲੱਗ ਰਿਹਾ ਵੀ ਕੋਈ ਦੇਖੋ ਬੱਚੇ ਨੂੰ ਮੈਂ 7 ਚੈਨਲ ਲਾਏ, ਉਹਦੇ ਸਾਰਿਆਂ ਤੋਂ ਇੱਕੋ ਜੀ ਚੀਜ਼ ਆ ਰਹੀ ਹੈ, ਸਾਰਿਆਂ ਤੋਂ ਇੱਕੋ ਜੀ ਚੀਜ਼ ਆ ਰਹੀ ਹੈ, ਤੇ ਬੱਚੇ ਨੂੰ ਮੈਂ ਚਾਹਣਾ ਵੀ ਮੈਂ ਦੂਸਰੇ ਪਾਸੇ ਲੈ ਕੇ ਜਾਵਾਂ। ਉਹਦਾ ਇੰਟਰਸਟ ਕਿਵੇਂ ਪੈਦਾ ਕੀਤਾ ਜਾਵੇ ਜੀ, ਵੀ ਉਹਨੂੰ ਇਹੋ ਜਿਹਾ ਕੁਛ ਜਿੱਥੇ ਉਹਦੀ ਰੁਚੀ ਬਣੇ, ਕੀ ਉਹਦੇ ਨਾਲ ਉਸ ਟੀਵੀ ਦੇ ਲੈਵਲ ਦਾ ਸਾਡੇ ਕੋਲ ਕੀ ਇਹੋ ਜਿਹਾ ਕਿ ਉਹਨੂੰ ਅਸੀਂ ਇੰਨਾ ਆਪਣੇ ਵੱਲ ਅਟਰੈਕਟ ਕਰ ਲਈਏ ਕਿ ਉਹ ਉਧਰ ਨੂੰ ਜਾ ਨਾ ਸਕੇ। ਪਿਆਰ, ਇਸ ਪਿਆਰ ਦੀ ਕਾਢ ਹਰ ਮਾਂ ਪਿਓ ਨੂੰ ਆਪਣੇ ਆਪ ਹੀ ਸਮਝ ਆਉਂਦੀ ਹੈ। ਜਦੋਂ ਮਾਂ ਦੇਖਦੀ ਹੈ ਬੱਚਾ ਰੌਲਾ ਪਾ ਰਿਹਾ ਹੈ, ਦਾਦਾ ਜਾਂ ਦਾਦੀ ਜਾਂ ਪਿਓ ਇਹ ਉਹਨੂੰ ਗੁੱਸਾ ਕਰਨ ਲੱਗਦੇ ਨੇ ਨਾ, ਤਾਂ ਉਹ ਬੱਚੇ ਨੂੰ ਨਾ ਪਕੜ ਕੇ ਮੈਂ ਇਹਨੂੰ ਸਮਝਾ ਲਾਂਗੀ, ਅੰਦਰ ਲੈ ਜਾਂਦੀ ਹੈ, ਮੈਨੂੰ ਪਤਾ ਹੈ ਮੇਰਾ ਬੱਚਾ ਹੈ, ਮੈਂ ਸਮਝਾ ਲਾਂਗੀ, ਇੰਝ ਕਹਿੰਦੀ ਹੈ ਨਾ। ਇਸ ਤਰ੍ਹਾਂ ਹਰ ਮਾਤਾ ਪਿਤਾ ਕੋਲ ਆਪਣੇ ਬੱਚੇ ਦਾ ਸੋਲੂਸ਼ਨ ਹੈ, ਸਭ ਦਾ ਕਾਮਨ ਇੱਕ ਸੋਲੂਸ਼ਨ ਨਹੀਂ ਹੈ, ਲੇਕਿਨ ਹਰ ਕਿਸੇ ਦੀ ਪ੍ਰੋਬਲਮ ਅਲੱਗ-ਅਲੱਗ ਹੈ, ਹਰ ਕਿਸੇ ਦੇ ਬੱਚਾ ਸ਼ਰਾਰਤ ਡਿਫਰੈਂਟ ਕਰਦਾ ਹੈ, ਹਰ ਮਾਂ ਪਿਓ ਡਿਫਰੈਂਟ ਹਨ, ਪਰ ਇੱਕ ਕਾਮਨ ਫੈਕਟਰ ਹੈ ਪਿਆਰ। ਉਸ ਪਿਆਰ ਦੇ ਵਿੱਚੋਂ ਇਸ ਨੂੰ ਕ੍ਰੀਏਟ ਕਰਨਾ ਕਿ ਮੈਂ ਆਪਣੇ ਬੱਚੇ ਨੂੰ ਕਿਵੇਂ ਹੈਂਡਲ ਕਰਾਂ, ਬਟ ਸ਼ਰਤ ਰਹੇਗੀ, ਕੀ ਰਹੇਗੀ? ਪਿਆਰ। ਉਹਨੂੰ ਭਾਖਿਆ ਪਾਓ ਪਾਰ ਕਹਿੰਦੇ ਨੇ। ਅਸੀਂ ਅਪਾਖਾ ਕਿਆ ਗੁੱਠਾ ਬੱਕਰਾ ਖਾਣਾ, ਅਪਾਖਿਆ ਵਾਲੀ ਭੈੜੀ ਬੋਲੀ ਸਿੱਖਣੀ ਨਹੀਂ ਹੈ ਨਾ। ਜਦੋਂ ਮਾਵਾਂ ਕਹਿੰਦੀਆਂ ਵੇ ਰੁੜ ਜਾਣਿਆ, ਵੇ ਭੈੜਿਆ, ਹੈ ਨਾ, ਨਿੱਜ ਨਾ ਜੰਮਦਾ, ਐਸੀਆਂ ਗੱਲਾਂ ਅਸੀਂ ਨਾ ਕਰਿਆ ਕਰੀਏ, ਹੈ ਨਾ। ਔਰ ਜਿਹੜੇ ਕਹਿੰਦੇ ਇਹ ਤੇ ਨਲਾਇਕ ਹੈ, ਪੜ੍ਹਦਾ ਹੀ ਨਹੀਂ, ਉਹ ਫਿਰ ਕਹਿੰਦਾ ਠੀਕ ਹੈ ਤੁਹਾਡੇ ਭਾਣੇ ਮੈਂ ਨਲਾਇਕ ਹਾਂ, ਮੈਂ ਪੜ੍ਹਦਾ ਨਹੀਂ, ਮੈਂ ਜਾ ਰਿਹਾ ਕਰੂੰ। ਤਾਂ ਹੀ ਨਸ਼ਾ ਜ਼ਿਆਦਾ ਵਧਿਆ, ਤਾਂ ਹੀ ਕ੍ਰਾਈਮ ਜ਼ਿਆਦਾ ਵਧਿਆ। ਸਾਡੇ ਕੋਲ ਹੁਣ ਕੋਈ ਰਾਹ ਰਹਿ ਨਹੀਂ ਗਿਆ ਸਵਾ ਪਿਆਰ ਦੇ। ਥੈਂਕ ਯੂ ਸਰ। ਪਹਿਲਾਂ ਤਾਂ ਮੈਂ ਇਸ ਚੀਜ਼ ਨਾਲ ਬਹੁਤ ਜ਼ਿਆਦਾ ਖੁਸ਼ ਹਾਂ ਵੀ ਤੁਸੀਂ ਜਿਹੜਾ ਗੁਰਬਾਣੀ ਨੂੰ ਬੱਚਿਆਂ ਦੇ ਵਿਕਾਸ ਨਾਲ ਜੋੜ ਕੇ, ਮੇਰੇ ਖਿਆਲ 'ਚ ਮੈਂ ਆਪਣੀ ਲਾਈਫ 'ਚ ਮੈਂ ਬੜੀਆਂ ਬੁੱਕਸ ਪੜ੍ਹਦਾ, ਪਰ ਇਹ ਮੈਨੂੰ ਪਹਿਲੀ ਵਾਰ ਜੋ ਇਹ ਚੀਜ਼ ਫੀਲ ਹੋਈ ਹੈ ਕਿ ਇਹ ਗੁਰਬਾਣੀ ਨੂੰ ਬੱਚਿਆਂ ਦੇ ਵਿਕਾਸ ਨਾਲ ਵੀ ਜੋੜਿਆ ਜਾ ਸਕਦਾ। ਇਹ ਕ੍ਰੈਡਿਟ ਜਾਂਦਾ ਸ਼੍ਰੀਮਤੀ ਤੇਜਿੰਦਰ ਕੌਰ ਜੀ, ਜਿਨ੍ਹਾਂ ਨੇ ਇਸ ਟੌਪਿਕ ਦਾ ਨਾਂ ਰੱਖਿਆ। ਇਸ ਭਾਈ ਦਿਆਲ ਸਿੰਘ ਫਾਊਂਡੇਸ਼ਨ ਅਤੇ ਨਿਊ ਹੋਰਾਈਜ਼ਨਸ ਗਲੋਬਲ ਸਕੂਲ ਵਾਲਿਆਂ ਨੂੰ ਜਾਂਦਾ, ਜਿਨ੍ਹਾਂ ਨੇ ਬੱਚਿਆਂ 'ਤੇ ਇਤਨਾ ਕਰਮ ਕਰਕੇ ਉਹਨਾਂ ਦਾ ਭਲਾ ਸੋਚਣ ਵਾਸਤੇ। ਪਰ ਇਹਦੇ ਵਿੱਚ ਮਤਲਬ ਇੱਕ ਚੀਜ਼ ਗੱਲ ਕਹਿਣਾ ਚਾਹੁੰਦਾ ਸੀ, ਮੈਂ ਸ਼ੇਅਰ ਕਰਨਾ ਚਾਹੁੰਦਾ ਵੀ ਬੱਚਿਆਂ ਦੇ ਵਿਕਾਸ ਦੇ ਲਈ ਜੋ ਲਿਟਰੇਚਰ ਹੈ, ਮੇਰੇ ਹਿਸਾਬ ਨਾਲ ਉਹਦੀ ਕਾਫੀ ਕਮੀ ਹੈ ਪੰਜਾਬ ਦੇ ਵਿੱਚ। ਹਾਂਜੀ, ਕਾਫੀ ਜ਼ਿਆਦਾ ਕਮੀ ਹੈ। ਹਾਂ। ਤੇ ਸੈਕਿੰਡ ਮੇਰੀ ਜਿਹੜੀ ਗੱਲ ਹੈ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਉਹ ਇਹ ਹੈ ਵੀ ਬੱਚਿਆਂ ਦੇ ਵਿੱਚ ਜੋ ਕੰਪੀਟੀਸ਼ਨ ਹੋ ਰਿਹਾ, ਬੱਚਿਆਂ 'ਚ ਛੱਡੋ, ਮਾਂ-ਬਾਪ ਦੀ ਜੋ ਕੰਪੀਟੀਸ਼ਨ ਹੋ ਰਿਹਾ ਕਿ ਜੇ ਮੇਰਾ ਬੱਚਾ ਫਸਟ ਨਾ ਆਇਆ ਤਾਂ ਮੈਂ ਆਪਦੇ ਜਵਾਕ ਨੂੰ ਘਰੇ ਨਹੀਂ ਵੜੂੰਗਾ। ਬਸ ਇਹ ਪਾਪ ਦੀ ਜੜ ਹੈ, ਸਾਰੇ ਮੁਸੀਬਤ ਦੀ। ਉੱਤੇ ਇੱਕ ਨੰਬਰ ਘੱਟ ਨਾ ਆ ਜਾਏ ਕਿਸੇ ਪਾਸਿਓਂ। ਇਹ ਚੀਜ਼ ਤੇ ਥੋੜਾ ਜਿਹਾ ਚਾਨਣਾ ਪਾਓ ਵੀ ਪੇਰੈਂਟਸ ਨੂੰ ਸਮਝਾਇਆ ਜਾਵੇ ਕਿ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਟੈਕਲ ਕੀਤਾ ਜਾਵੇ ਕਿ ਉਹਨਾਂ ਦੇ ਅੰਦਰ ਇਹ ਹੀਨ ਭਾਵਨਾ ਕਦੇ ਨਾ ਆਵੇ ਵੀ ਮੇਰਾ ਨੰਬਰ ਘੱਟ ਆ ਗਏ ਜਾਂ ਮੇਰੇ ਤੋਂ ਆ ਨਹੀਂ ਹੋਇਆ, ਜੇ ਮੈਂ ਨਾ ਕਰ ਸਕਿਆ ਤਾਂ ਮੈਂ ਐਂ ਕਰ ਲੂੰਗਾ। ਜਿਸ ਕਰਕੇ ਤੁਹਾਨੂੰ ਪਤਾ ਅੱਜ ਕੱਲ੍ਹ ਸੁਸਾਈਡਸ ਬਹੁਤ ਜ਼ਿਆਦਾ ਵੱਧ ਰਹੇ ਨੇ, ਤੇ ਕਿਰਪਾ ਕਰਕੇ ਮੈਨੂੰ ਦੱਸਿਓ। ਡਾਕਟਰ ਸਾਹਿਬ ਨੇ ਬੜੀ ਅੱਛੀ ਗੱਲ ਦੱਸੀ ਹੈ, ਮੈਨੂੰ ਬਾਰ-ਬਾਰ ਇਹ ਗੱਲ ਯਾਦ ਆ ਜਾਂਦੀ ਹੈ ਔਰ ਉਹਨੂੰ ਰਿਪੀਟ ਕਰਨ ਵਿੱਚ ਮੈਨੂੰ ਬੜਾ ਅੱਛਾ ਲੱਗਦਾ ਹੈ। ਜਦੋਂ ਮੈਂ 11ਵੀਂ ਪਾਸ ਕੀਤੀ ਸੀ, ਮੇਰੇ ਮੈਥਮੈਟਿਕਸ ਦੇ 3 ਐਗਜ਼ਾਮ ਸੀ, ਸਾਇੰਸ ਲਈ ਸੀ, ਹਾਇਰ ਮੈਥਮੈਟਿਕਸ ਦੇ ABC 3 ਐਗਜ਼ਾਮ ਸੀ, ਔਰ ਮੈਂ ਖੇਡਦਾ ਬਹੁਤ ਸੀ। ਮੇਰੇ ਵੱਡੇ ਭੈਣ ਭਰਾ ਮੈਨੂੰ ਗੁੱਸਾ ਕਰਦੇ ਸੀ, ਪਰ ਮੇਰੀ ਮਾਂ ਮੈਨੂੰ ਬਹੁਤ ਪਿਆਰ ਕਰਦੀ ਸੀ, ਔਰ ਮੇਰੇ ਪਾਪਾ ਜੀ ਨੇ ਮੈਨੂੰ ਕਦੇ ਵੀ ਗੁੱਸਾ ਨਹੀਂ ਸੀ ਕੀਤਾ। ਸੋ ਜਦੋਂ ਮੈਂ ਮੈਥਮੈਟਿਕਸ ਦਾ A ਪੇਪਰ ਦੇ ਕੇ ਆਇਆ ਸੀ, ਮੇਰਾ ਪੇਪਰ ਖਰਾਬ ਹੋਇਆ ਸੀ, ਔਰ ਆਉਣ ਸਾਰ ਮੇਰੀ ਮਾਂ ਨੇ ਮੈਨੂੰ ਪੁੱਛਿਆ ਪੇਪਰ ਕੈਸਾ ਹੋਇਆ। ਮੈਂ ਕਿਹਾ ਬੀਜੀ ਅੱਛਾ ਨਹੀਂ ਹੋਇਆ। ਉਹਨਾਂ ਨੇ ਮੈਨੂੰ ਗੁੱਸਾ ਬਿਲਕੁਲ ਨਹੀਂ ਕੀਤਾ, ਮੈਨੂੰ ਛਾਤੀ ਨਾਲ ਲਾਇਆ ਔਰ ਉਹਨਾਂ ਕਹਿੰਦੇ ਤੈਨੂੰ ਖੀਰ ਅੱਛੀ ਲੱਗਦੀ ਹੈ ਨਾ, ਮੈਂ ਤੈਨੂੰ ਖੀਰ ਬਣਾ ਕੇ ਖਵਾਉਂਦੀ ਹਾਂ। ਔਰ ਮੈਨੂੰ ਲੰਚ ਖਵਾਉਣ ਤੋਂ ਬਾਅਦ ਖੀਰ ਖਵਾਈ, ਔਰ ਖੀਰ ਖਵਾ ਕੇ ਆਪਣੇ ਨਾਲ ਮੈਨੂੰ ਸੁਲਾ ਲਿਆ। ਕਹਿੰਦੇ ਤੂੰ ਆਰਾਮ ਕਰ ਲੈ। ਤੇ ਜਦੋਂ ਮੈਂ ਸ਼ਾਮੀ 4-5 ਵਜੇ ਉੱਠਿਆ ਤਾਂ ਮੈਨੂੰ ਕਹਿੰਦੇ ਤੇਰਾ ਧਿਆਨ ਬਾਹਰ ਨਾ ਜਾਵੇ, ਇਸ ਕਰਕੇ ਜਾ ਥੋੜਾ ਖੇਲ ਆ।
कोई गल नहीं, तेरा कल पेपर अच्छा हो जाएगा। बी पेपर होया, बी पेपर मेरा खराब होया। जदों मैं बी वेले वापस आया तो मैं क्या मेरा बीजी पेपर ठीक नहीं होया, तो कहते कोई गल नहीं, 33 नंबरां नाल पास होना हुंदा, तू पास हो जाएगा, मैनूं तेरे ते कॉन्फिडेंस है। तेनू कड़ा बड़ा प्रसाद पसंद है ना, मैं तेनू गरम गरम प्रसाद बना के खवाती हाँ। दैट वॉज हर वे टू लव मी। शी डिड नॉट स्कोल्ड एट मी। उन्होंने मैनू गुस्सा नहीं किया, मैनू झाड़िया नहीं, मैनू जलील नहीं किया। और मैं सी पेपर दे के आया, मेरा सी पेपर भी ठीक नहीं से होया, पर मसा मैं 33% नंबर लैके उहदे विच पास होया। मैथमैटिक्स के 33% 49 नंबर होंदे सन, मैं 49 नंबर लैके पास हो गया। पर मैनू वो दिन याद रहेगा कि मेरी माँ ने मैनू प्यार किया, गुस्सा नहीं किया। तुहाडा बच्चा जदों पढ़ाई विच ठीक ना निकले, उसनूं प्यार करो, तुहाडा अपना है। पढ़ाई दूजिਆਂ नाल कंपेयर ना करो, फलाणिਆਂ दा बच्चा चंगा पढ़दा है, फलाणिਆਂ दा डॉक्टर बन गया, फलाणिਆਂ दा इंजीनियर बन गया। दूजिਆਂ दी आदतां अपने बच्चे उत्ते ना थोपो, बच्चे नूं सिर्फ प्यार करो। जे बच्चा डॉक्टर इंजीनियर नहीं बनना चाहता, दुनिया नूं वेख के उन्होंने डॉक्टर इंजीनियर ना बनाओ। जे बच्चा तुहाडा मकैनिक बनना चाहता है, या गायक बनना चाहता है, या स्पोर्ट्समैन बनना चाहता है, ਉਹਦੇ ਗੁਣ ਨੂੰ ਦੇਖੋ, ਇਹਦਾ ਹੀ ਰੁਝਾਨ ਕਿਹੜੇ ਪਾਸੇ ਹੈ, ਔਰ ਉਹਦੇ ਰੁਝਾਨ ਵਾਸਤੇ ਪੂਰਾ ਤਨ ਮਨ ਲਗਾ ਦਿਓ, ਤੁਹਾਡਾ ਬੱਚਾ ਚੰਗਾ ਬਣ ਜਾਏਗਾ। ਅਸੀਂ ਜ਼ਬਰਦਸਤੀ ਬੱਚੇ ਨੂੰ ਡਾਕਟਰ ਇੰਜੀਨੀਅਰ ਬਣਾਉਣਾ ਚਾਹੁੰਦੇ ਹਾਂ, ਉਹ ਬਣ ਤੇ ਜਾਂਦਾ ਹੈ, ਪਰ ਸਾਡੇ ਤੋਂ ਉਹਦੀ ਦੂਰੀ ਵੱਧ ਜਾਂਦੀ ਹੈ। ਉਹ ਦੁਨਿਆਵੀ ਡਾਕਟਰੀ ਔਰ ਸਾਇੰਸ ਔਰ ਇੰਜੀਨੀਅਰਿੰਗ ਲੈ ਲੈਂਦਾ ਹੈ, ਪਰ ਮਾਂ ਪਿਓ ਤੋਂ ਉਹਨਾਂ ਦਾ ਬੱਚਾ ਛਿਨ ਜਾਂਦਾ ਹੈ। ਇਸ ਕਰਕੇ ਤੁਹਾਡਾ ਪੁਆਇੰਟ ਬਹੁਤ ਕੀਮਤੀ ਹੈ, ਔਰ मैं सोचदा कि माता पिता नूं दुनिया दे नाल कंपीटीशन की रेस नहीं रखनी चाहिए, और ये कंपीटीशन की रेस सानूं बड़ा नुकसान पहुँचाती। सैकंड क्वेश्चन है जो पंजाब ਦੇ ਵਿੱਚ ਤੁਸੀਂ ਪੜ੍ਹਦੇ ਹੋਗੇ ਕਿ ਅੱਜ ਕੱਲ੍ਹ ਨਸ਼ੇ ਨੇ ਜਿਹੜੇ ਡਰੱਗ ਟੈਰੋਰਿਜ਼ਮ ਜਿਹਨੂੰ ਕਿਹਾ ਜਾਂਦਾ ਵੀ ਇੰਨੇ ਜ਼ਿਆਦਾ ਹੋ ਚੁੱਕੇ ਨੇ ਪਿੰਡਾਂ ਦੇ ਵਿੱਚ, ਪਿੰਡਾਂ 'ਚ ਸ਼ਹਿਰਾਂ 'ਚ ਸਾਰੇ ਕਿਤੇ ਬਹੁਤ ਜ਼ਿਆਦਾ ਹੋ ਚੁੱਕੇ ਨੇ। ਤੇ ਛੋਟੇ ਛੋਟੇ ਬੱਚੇ ਸਾਡੇ ਕੋਲ ਆਉਂਦੇ ਨੇ, ਅਸੀਂ ਦੇਖਦੇ ਹਾਂ OPD ਦੇ ਵਿੱਚ, ਤੇ ਉਹਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ ਪਿੰਡਾਂ 'ਚ ਜਾ ਕੇ, ਕਿਵੇਂ ਪੇਰੈਂਟਿੰਗ ਕੀਤੀ ਜਾਵੇ ਬੱਚਿਆਂ ਦੇ ਮਾਂ-ਬਾਪ ਦੀ? ਕਿਉਂਕਿ ਦੇਖੋ ਜੇ ਆਪਾਂ ਐਕਸਪੈਕਟ ਕਰਾਂਗੇ ਕੋਈ ਇਹਨੂੰ ਲੀਡਰ ਖਤਮ ਕਰ ਦੇਣਗੇ ਜਾਂ ਹੋਰ, ਉਹ ਤਾਂ ਕਰ ਨਹੀਂ ਸਕਦੇ। ਇਹਦੀ ਮਤਲਬ ਬੇਸ ਦੇ ਵਿੱਚ ਕੀ ਹੋ ਸਕਦਾ ਕਿ ਇੰਟੀਰੀਅਰ 'ਚ ਜਾ ਕੇ ਕੰਮ ਕੀਤਾ ਜਾਵੇ ਕਿ ਇਹਨੂੰ ਖਤਮ ਕੀਤਾ ਜਾਵੇ? ਪਿਓ ਨੂੰ ਸ਼ਰਾਬ ਔਰ ਨਸ਼ਾ ਛੋੜਨਾ ਪਏਗਾ। ਸਰ ਸ਼ਰਾਬ ਤੋਂ ਬਿਨਾਂ ਹੋਰ ਨਸ਼ੇ ਬਹੁਤ ਆ ਗਏ। ਹਾਂਜੀ, ਜੋ ਵੀ ਡਰੱਗ ਹੈ, ਭੁੱਕੀ ਹੈ, ਜਿਸ ਕਿਸਮ ਦਾ ਵੀ, जितने किस्मां के नशे प्यो करता है, या चाचा करता है, या भरा करता है, इन्हां नूं नशा छड्डना पेगा। तो माँ अते दादी नूं बच्चे नूं कलेजे नाल लगा के वध तो वध प्यार देना पेगा, ताकि बच्चा प्यार नाल रजिया रहे और उसनूं नशे की भुख ना लगे। वही गल है ना, उन्होंने प्यार किवें सिखाया जाए, माँ बाप नूं प्यार किवें सिखाया जाए? प्यार सिखाया नहीं जाता, प्यार उन्हां दे अंदर हुंदा है। एक दूजे का गुस्सा हुंदा है, एक दूजे का गुस्सा, जिस तरह प्यो घर गुस्सा करके जो बाहर जाता है तो माँ गुस्से के नाल बच्चे की कंघी करती है ना, वो जो कंघी करती है तो जोर जोर के नाल अड़े लाती है। प्यार वो अंदर है, लेकिन यह अड़े की गुस्से नाल ला रही है। बच्चा रो रहा है, वो वाल दर्द कर रहे हैं, सिर दर्द कर रहे हैं, यह गुस्सा वो प्यो का वो कटती पई है ना। सो प्यार तो उन्होंने कोल है, पर वो अपने प्यार की चाबी भुले हुए ने। इस करके असीं अपने प्रोग्राम का नाम रखा है द लिविंग ट्रैजर। ये ट्रैजर है, खजाना है, और यह तुहाडे कोल है। असीं तुहानूं कोई नवीं गल सुनाण समझाण नहीं आए हाँ, क्योंकि असीं ज्ञानी जी, भाई जी, बाबा जी, श्रीमान 108 जी नहीं हाँ। थैंक यू। सिर्फ तुहाडी चाबी तुहानूं देण आए हाँ कि तुहाडे कोल है, अपनी जेब विच हत्थ पाओ, तुहाडे कोल प्यार है, तुसीं बन सकते हो। थैंक यू। थैंक यू। मैं CP भाटिया एडवोकेट, ਤੁਹਾਡੇ ਕੋਲ ਤੁਹਾਡਾ ਸਮਾਂ ਬੜਾ ਕੀਮਤੀ ਹੈ। ਮੈਂ ਵੇਖ ਰਿਹਾ ਕਿ ਹਾਲ ਜਿਸ ਤਰ੍ਹਾਂ ਸ਼ੁਰੂ ਦੇ ਵਿੱਚ ਭਰਿਆ ਸੀ ਉਸ ਤਰ੍ਹਾਂ ਹੀ ਅਜੇ ਵੀ ਭਰਿਆ। ਥੈਂਕ ਯੂ। ਸ਼ਾਇਦ ਤੁਹਾਡੀ ਸ਼ਖਸੀਅਤ ਜਾਂ ਤੁਹਾਡੀ ਸ਼ਖਸੀਅਤ ਦੇ ਬਾਰੇ ਚਾਨਣਾ ਪਾਉਣ ਵਾਲੇ ਤੁਹਾਡੇ ਮੈਨੇਜਮੈਂਟ ਦੇ ਬੰਦੇ ਹੀ ਇਹੋ ਜਿਹੇ ਸਨ ਜਿਨ੍ਹਾਂ ਨੇ ਹਰ ਆਦਮੀ ਦੇ ਉੱਤੇ
ਘੱਟੋ ਘੱਟ 10 ਮਿੰਟ 15 ਮਿੰਟ ਲਗਾਏ, ਉਹਨਾਂ ਦਾ ਕੋਈ ਬ੍ਰੇਨ ਵਾਸ਼ ਕੀਤਾ ਅੱਛਾ ਜੀ। ਤੇ ਤਦ ਇਹ ਗੈਦਰਿੰਗ ਹੋਈ। ਔਰ ਜਿਵੇਂ ਤੁਸੀਂ ਆਖਿਆ ਕਿ ਬੜੀ ਪਿਨ ਡ੍ਰੌਪ ਸਾਇਲੈਂਸ, ਮੈਂ ਵੀ ਅਬਜ਼ਰਵ ਕਰ ਰਿਹਾ ਸਾਂ ਕਿ ਡੈਫੀਨੇਟਲੀ ਪਿਨ ਡ੍ਰੌਪ ਸਾਇਲੈਂਸ ਹੀ ਸੀ। ਹਾਲਾਂਕਿ ਇਸ ਮਜਲਿਸ ਦੇ ਵਿੱਚ ਛੋਟੇ ਬੱਚੇ ਵੀ ਹਨ, ਵੱਡੇ ਵੀ ਹਨ, ਪਰ ਕੋਈ ਉਹਨਾਂ ਨੂੰ ਇਸ ਤਰ੍ਹਾਂ ਕਹਿਣ ਵਾਲਾ ਨਹੀਂ ਹੈ ਕਿ ਬੱਚੇ ਬੈਠ ਜਾ, ਬੱਚੇ ਹਾਏ ਹਾਏ। ਕਰ, ਰੌਲਾ ਨਾ ਪਾ, ਇੰਨਾ ਕਰ ਤੇ ਆਉਣਾ ਕਰ, ਨਥਿੰਗ ਆਫ ਦੈਟ ਸੌਰਟ। ਲੇਕਿਨ ਫਿਰ ਵੀ ਬੜਾ ਅੱਛਾ ਪ੍ਰੋਗਰਾਮ ਹੈ। ਉਸ ਪ੍ਰੋਗਰਾਮ ਨੂੰ ਇੱਕ ਸਾਇੰਸ ਟੀਚਰ ਡਾਕਟਰ ਸਾਹਿਬ ਤੋਂ ਪਹਿਲੇ ਆਏ ਸਨ, ਉਹਨਾਂ ਨੇ ਇੱਕ ਸਵਾਲ ਕੀਤਾ ਸੀ ਮੀਡੀਆ ਦੇ ਬਾਰੇ। ਕੁਛ ਉਸੇ ਗੱਲ ਨੂੰ ਹੀ ਮੈਂ ਅੱਗੇ ਵਧਾਉਣ ਵਾਸਤੇ ਆਇਆ ਹਾਂ ਕਿ ਅੱਜ ਸਾਡੇ ਸਮਾਜ ਦੇ ਵਿੱਚ ਆਡੰਬਰ ਦੇ ਤੌਰ 'ਤੇ ਹੀ ਮੈਂ ਕਹਾਂਗਾ, ਧਰਮ ਗੁਰੂ ਵੀ ਬਹੁਤ ਹਨ, ਧਰਮ ਦੇ ਠੇਕੇਦਾਰ ਵੀ ਬਹੁਤ ਹਨ, ਵੱਡੇ ਵੱਡੇ ਪ੍ਰੋਗਰਾਮ ਵੀ ਬਹੁਤ ਹੁੰਦੇ ਹਨ। ਕਿਤੇ ਜਾਗਰਣ ਹੋ ਰਿਹਾ ਹੈ, ਕਿਤੇ ਕੁਝ ਹੋ ਰਿਹਾ ਹੈ ਅਤੇ ਕਿਤੇ ਕੁਝ ਹੋ ਰਿਹਾ ਹੈ, ਕਿਤੇ ਵੱਡੇ ਮਜਲਿਸਾਂ ਬਹੁਤ ਵੱਡੀਆਂ ਵੱਡੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਆਰਗੇਨਾਈਜ਼ ਕੀਤੀਆਂ ਜਾਂਦੀਆਂ ਨੇ। ਲੇਕਿਨ ਉਸ ਦੇ ਬਾਵਜੂਦ ਲੋਕ ਧਾਰਮਿਕ ਨਹੀਂ ਹਨ, ਲੋਕ ਕ੍ਰਾਈਮ ਵੱਲ ਜ਼ਿਆਦਾ ਵੱਧ ਰਹੇ ਹਨ। ਕ੍ਰਾਈਮ ਵੀ ਬੜਾ ਘਿਨੌਣਾ, ਬੜਾ ਗੰਦਾ, ਰੋਜ਼ ਜਿਹੋ ਜਿਹਾ ਅਸੀਂ ਅਖਬਾਰਾਂ ਦੇ ਵਿੱਚ ਪੜ੍ਹਦੇ ਹਾਂ ਅਤੇ ਸਾਹਮਣੇ TV ਦੇ ਉੱਤੇ ਵੇਖਦੇ ਹਾਂ। ਇਹ ਸਾਰਾ ਕੁਝ ਇਸ ਤਰ੍ਹਾਂ ਦਾ ਮਾਹੌਲ, ਇੰਨਾ ਧਾਰਮਿਕ ਪ੍ਰੋਗਰਾਮਾਂ ਦੇ ਬਾਵਜੂਦ ਤੁਹਾਡਾ ਪ੍ਰੋਗਰਾਮ ਜੋ ਹੈ, ਜੋ ਕੁਝ ਤੁਸੀਂ ਸੇਧ ਇਸ ਸਮਾਜ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ, ਇਸ ਮਾਹੌਲ ਦੇ ਵਿੱਚ ਇਹੋ ਜਿਹੇ ਹੀ ਪ੍ਰੋਗਰਾਮ TV ਚੈਨਲਸ 'ਤੇ ਵੀ ਕਈ ਕਿਸਮ ਦੇ ਆਉਂਦੇ ਹਨ। ਇਹੋ ਜਿਹੇ ਗੁਰਦੁਆਰਾ ਸਾਹਿਬ ਵੱਲੋਂ ਵੀ ਮੈਂ ਵੇਖਣ ਚਾਹੁੰਦਾ ਕਿ ਕਈ ਬੱਚਿਆਂ ਨੂੰ ਗੁਰਬਾਣੀ ਸਿਖਾਈ ਜਾਂਦੀ ਹੈ, ਕੁਝ ਉਹਨਾਂ ਦੇ ਉਲਥੇ ਸਿਖਾਏ ਜਾਂਦੇ ਹਨ, ਕੁਝ ਉਹਨਾਂ ਨੂੰ ਹੋਰ ਇਹੋ ਜਿਹੀਆਂ ਚੰਗੀਆਂ ਕਿਸਮ ਦੀਆਂ ਆਦਤਾਂ, ਚੰਗੀਆਂ ਪ੍ਰੋਗਰਾਮ, ਚੰਗੇ ਨਾਗਰਿਕ ਬਣਾਉਣ ਵਾਸਤੇ ਸਿਖਾਇਆ ਜਾਂਦਾ ਹੈ। ਲੇਕਿਨ ਉਸ ਸਾਰੇ ਕੁਝ ਦਾ ਅਸਰ ਸਮਾਜ ਦੇ ਉੱਤੇ ਵਿਖਾਈ ਨਹੀਂ ਦਿੰਦਾ। ਇਹ ਕਿਉਂ? ਇਹਦੇ ਵਾਸਤੇ ਕੀ ਕੀਤਾ ਜਾ ਸਕਦਾ ਹੈ? ਮੇਰਾ ਇਹ ਇੱਕ ਸਵਾਲ ਹੈ। ਆਪ ਜੀ ਦਾ ਕੀ ਨਾਮ ਹੈ? ਮੇਰਾ ਨਾਮ ਚੰਦਰ ਪ੍ਰਕਾਸ਼ ਭਾਟੀਆ, ਐਡਵੋਕੇਟ। ਚੰਦਰ ਪ੍ਰਕਾਸ਼ ਜੀ, ਤੁਸੀਂ ਮੈਨੂੰ ਬੜਾ ਉਤਸ਼ਾਹ ਦਿੱਤਾ ਔਰ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਨ ਵਾਲਿਆਂ ਤੋਂ ਪਿੱਠ 'ਤੇ ਹੱਥ ਰੱਖਿਆ, ਤਾਂ ਮੈਂ ਤੁਹਾਡਾ ਧੰਨਵਾਦੀ ਹਾਂ। ਤੁਸੀਂ ਜਿਹੜੀ ਇਸ ਦੁੱਖ ਦੀ ਰਗ 'ਤੇ ਹੱਥ ਰੱਖਿਆ, ਮੈਨੂੰ ਉਹਦਾ ਸੋਲੂਸ਼ਨ ਇਹ ਸਮਝ ਆਇਆ ਕਿ ਧਰਮ ਦਾ ਕੰਮ ਹੈ ਮਨੁੱਖ ਦੀ ਜੀਵਨ ਜਾਂਚ ਠੀਕ ਕਰਨਾ, ਉਹਨੂੰ ਪਸ਼ੂਤਾ ਦੇ ਤਲ ਤੋਂ ਚੁੱਕ ਕੇ ਇਨਸਾਨੀਅਤ ਦੇ ਤਲ 'ਤੇ ਲਿਆਉਣਾ। ਇਹ ਧਰਮ ਦਾ ਕੰਮ ਸੀ। ਲੇਕਿਨ ਧਰਮ ਦੇ ਨਾਂ ਹੇਠਾਂ, ਧਰਮ ਦੇ ਬੁਰਕੇ ਹੇਠਾਂ इंसानियत दा पहरन लगे है तार तार, इंसान बरहना सा लगे है लिबास में। इंसान ने इंसानियत दा पहरन बिल्कुल तार तार कर दिता और इंसान बिल्कुल नंगा हो गया है। कारण कि जिस लिबास नूं, इंसानियत दे लिबास नूं पा के इसने दुनियावी भुखा तो तृष्णा तो छुट्टी लैनी सी, इसनूं धर्म दे नां हेठां, रब दे नां हेठां इसनूं ये सिखाया गया फलानी जगह चले जाओ, धर्म दे फलानी जगह चले जाओ तो तुहानूं कार मिलेगी, मकान मिलेगा, पैसा मिलेगा। फलानी जगह चले जाओ, ए वाले मंत्र पढ़ो, ए वाली चीज़ चढ़ाओ, ए वाला चोला चढ़ाओ, ए वाला प्रसाद चढ़ाओ तो तुहाडे घर पुत्र होएगा। इहदे नाल फीटेसाइड किलिंग, जिसनूं असीं फीमेल फीटेसाइड कहते हैं, भ्रूण हत्या शुरू हो गई। सो वाकई घिनौने क्राइम शुरू हो गए। धर्म के नां हेठां पुत्र का वंश चलाण दीयां गल्लां शुरू हो गईयां, जिहदे नाल दाज सिस्टम की इतनी गंदगी ने समाज नूं तंग कीता कि लोकी धी जमना बड़ा अफसोस मनाउण लग पे, तां उहनूं जींदे जी गल्लां कोट दिंदे ने। धर्म दे नाल इक्को एक पक्ष जीण दी जाच सिखनी है, होए कि मेरा अवगुण की है। धर्म मैनूं सिखांदा है अपनी गिरबानी झांकना, ਅਤੇ फिर धर्म सिखांदा है कि अपने अवगुण नूं ठीक किवें करिए। लोग अवगुणा की बनना गंठड़ी, गुण ना विहाजै कोई। धर्म गुण सिखांदा है, लोग अवगुणा की गंठड़ी बन्नी रखते हैं।
ਔਰ ਇਸ ਕਰਕੇ ਘਿਨਾਉਣੇ ਕ੍ਰਾਈਮ ਕਰਦੇ ਨੇ। ਸੋ ਧਾਰਮਿਕ ਸਥਾਨਾਂ ਤੋਂ ਪੁੱਤਰ ਦੇਣ ਦੇ ਜਿਹੜੇ ਢਕੌਂਸਲੇ ਨੇ ਉਹ ਬੰਦ ਹੋਣੇ ਚਾਹੀਦੇ ਨੇ। ਧਾਰਮਿਕ ਸਥਾਨਾਂ ਤੋਂ ਰੱਬ ਦੇ ਨਾਂ ਹੇਠਾਂ ਗਿਮਿਕ ਦੇ ਕੇ ਬਾਈ 1 ਗੈਟ 1 ਫ੍ਰੀ ਵਾਲੇ ਗਿਮਿਕ, ਕਿਹੜੇ ਵਾਲਾ ਪਾਠ ਕਰੋ, ਕਿਹੜਾ ਮੰਤਰ ਪੜੋ, ਤਾਂ ਕਿਸ ਤਰ੍ਹਾਂ ਪੁੱਤਰ ਮਿਲਣਗੇ, ਕਿਸ ਤਰ੍ਹਾਂ ਦਾਤਾ ਮਿਲਣਗੇ, ਕਿਸ ਤਰ੍ਹਾਂ ਬਿਜ਼ਨਸ ਚੱਲੇਗਾ, ਕਿਵੇਂ ਪੈਸਾ ਜ਼ਿਆਦਾ ਘਰ ਆਏਗਾ, ਕਿਵੇਂ ਕੋਈ ਬਿਮਾਰ ਨਹੀਂ ਹੋਏਗਾ। ਇਹ ਸਾਰੀਆਂ ਚੀਜ਼ਾਂ ਦੇ ਬਦਲੇ ਅਸੀਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਿੱਖੀਏ ਔਰ ਕਿਸੇ ਨੂੰ ਗਰੀਬ ਨਾ ਸਮਝੀਏ, ਆਪਣੇ ਕੋਲ ਜੋ ਕੁਛ ਹੈ ਉਹਨਾਂ ਦੇ ਨਾਲ ਵੰਡ ਛਕ ਕੇ ਖਾਈਏ, ਤਾਂ ਸਾਡਾ ਸਮਾਜ ਸੁਧਰ ਸਕਦਾ ਹੈ। ਤੇ ਜੋ ਤੁਸੀਂ ਘਿਨਾਉਣੇ ਕ੍ਰਾਈਮ ਕਿਹਾ, ਉਹ ਕ੍ਰਾਈਮ ਖਤਮ ਹੋ ਸਕਦੇ ਨੇ, ਕਿਉਂਕਿ ਕ੍ਰਿਮੀਨਲ ਕੋਈ ਪੈਦਾ ਨਹੀਂ ਹੁੰਦਾ ਹੈ, ਕ੍ਰਿਮੀਨਲ ਸਾਰੇ ਸਮਾਜ ਦੀ ਕੁਰੀਤੀਆਂ ਦੇ ਅਗੇਂਸਟ ਬਣ ਜਾਂਦਾ ਹੈ। ਮੇਰਾ ਜੋ ਸਵਾਲ ਸੀ ਉਸ ਦਾ ਜਵਾਬ ਅਜੇ ਮੈਨੂੰ ਨਹੀਂ ਲੱਭਿਆ ਅੱਛਾ ਜੀ। ਕਿ ਇੰਨਾ ਕੁਛ ਧਾਰਮਿਕ ਵਾਤਾਵਰਨ ਬਣਾਇਆ ਜਾ ਰਿਹਾ ਹੈ ਹਰ ਸੰਸਥਾ ਵੱਲੋਂ, ਚਾਹੇ ਉਹ ਹਿੰਦੂ ਬਿਰਾਦਰੀ ਹੈ, ਚਾਹੇ ਉਹ ਸਿੱਖ ਬਿਰਾਦਰੀ ਹੈ, ਚਾਹੇ ਉਹ ਪਾਰਸੀ ਬਿਰਾਦਰੀ ਹੈ, ਤੇ ਚਾਹੇ ਉਹ ਕੋਈ ਹੋਰ ਬਿਰਾਦਰੀ ਹੈ, ਕ੍ਰਿਸਚੀਅਨਸ ਹਨ ਜਾਂ ਹੋਰ ਹਨ। ਉਹ ਸਾਰਾ ਕੁਝ ਧਰਮ ਦੀ ਔਰ ਚੰਗਾ ਹੋਣ ਦੀ, ਚੰਗਾ ਬਣਨ ਦੀ ਗੱਲ ਕਰਦੇ ਨੇ, ਕੁਛ ਇਹੋ ਜਿਹੀ ਕੋਸ਼ਿਸ਼ ਵੀ ਕਰਦੇ ਨੇ ਕਿ ਇਹ ਸਾਰਾ ਕੁਝ ਹੋਵੇ, ਲੇਕਿਨ ਉਸ ਦੇ ਬਾਵਜੂਦ ਇਹ ਸਾਰਾ ਕੁਝ ਉਸ ਦਾ ਰਿਜ਼ਲਟ ਕੀ ਹੈ ਉਹ ਮੈਂ 0% ਵੀ ਕਹਿਣ 'ਚ ਮੈਨੂੰ ਕੋਈ ਗਰੇਜ਼ ਨਹੀਂ ਹੈ ਕਿ ਬਿਲਕੁਲ ਦਰੁਸਤ, ਆਪ ਜੀ ਨੇ ਬਿਲਕੁਲ ਦਰੁਸਤ ਫਰਮਾਇਆ। ਉਹਦਾ ਕਾਰਨ ਇਹ ਹੈ ਕਿ ਧਰਮ ਦੇ ਨਾਂ ਹੇਠਾਂ ਉਸ ਨੂੰ ਮਰਨ ਤੋਂ ਬਾਅਦ ਵਾਲੇ ਸਵਰਗ ਦੀਆਂ ਗੱਲਾਂ ਕੀਤੀਆਂ ਗਈਆਂ, ਅਤੇ ਜੋ ਉਹ ਅੱਜ ਅਵਗੁਣ ਕਰ ਰਿਹਾ ਉਸ ਨੂੰ ਪਿਛਲੇ ਜਨਮ ਦੇ ਕਰਮਾਂ ਦੇ ਭਾਗਾਂ ਨਾਲ ਜੋੜ ਦਿੱਤਾ। ਮਨੁੱਖ ਨੂੰ ਅੱਜ ਉਹਦੇ ਅਵਗੁਣਾਂ ਵੱਲ ਧਿਆਨ ਹੀ ਨਹੀਂ ਦਿਵਾਇਆ। ਮਨੁੱਖ ਅੱਜ ਜਿਹੜੇ ਧਰਮ ਕਰਮ ਕਰ ਰਿਹਾ ਉਹਨਾਂ ਦੇ ਨਾਲ ਉਸ ਨੂੰ ਮਰਨ ਤੋਂ ਬਾਅਦ ਰੱਬ ਮਿਲੇਗਾ, ਮਰਨ ਤੋਂ ਬਾਅਦ ਸਵਰਗ ਜੰਨਤ ਮਿਲੇਗੀ, ਮਰਨ ਤੋਂ ਬਾਅਦ ਪੈਰਾਡਾਈਜ਼ ਮਿਲੇਗਾ, ਮਰਨ ਤੋਂ ਬਾਅਦ ਦੇ ਢਕੋਸਲੇ ਉਹਨੂੰ ਸਿਖਾ ਦਿੱਤੇ। ਔਰ ਕਬੀਰ ਸਾਹਿਬ ਕਹਿੰਦੇ ਨੇ ਸੁਰਗ ਬਾਸ ਨਾ ਬਾਸੀ ਹੈ, ਡਰੀਏ ਨਾ ਨਰਕ ਨਿਵਾਸ ਹੋਣਾ ਹੈ, ਸੋਏ ਗੋ ਮਨ ਨਾ ਕੀਚੇ ਆਸ, ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦਊ ਰਾਧੇ, ਹਮ ਕਹੂੰ ਕੀ ਕਾੜ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ। ਸੋ ਬਜਾਏ ਇਸ ਦੇ ਕਿ ਉਹਨੂੰ ਪਿਛਲੇ ਜਨਮ ਦੇ ਕਰਮਾਂ ਦੇ ਭਾਗਾਂ ਦੀ ਸਜ਼ਾ ਦੱਸ ਕੇ ਦੱਸਿਆ ਜਾਵੇ, ਔਰ ਬਜਾਏ ਇਸ ਦੇ ਕਿ ਉਸ ਨੂੰ ਮਰਨ ਤੋਂ ਬਾਅਦ ਵਾਲੇ ਫਲਸਫੇ ਦੇ ਨਾਲ ਜੋੜਿਆ ਜਾਏ, ਉਹਨੂੰ ਅੱਜ ਦੇ ਸੰਦਰਭ ਵਿੱਚ, ਅੱਜ ਦੇ ਕੰਟੈਕਸਟ ਵਿੱਚ ਉਹਦੀ ਜੀਵਨੀ ਨੂੰ ਉੱਚਿਆਂ ਕਰਨ ਦੀ ਗੱਲ ਕੀਤੀ ਜਾਏ ਤਾਂ ਧਰਮ ਕਾਰਗਰ ਹੋ ਸਕਦਾ ਹੈ। ਧਰਮ ਸਿਖਾਉਂਦਾ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਸੋ ਧਰਮ ਜਦੋਂ ਨਿਰਮਲ ਕਰਮ ਸਿਖਾ ਰਿਹਾ ਹੈ, ਨਿਰਮਲ ਕਰਮਾਂ ਤੋਂ ਤਾਂ ਮੇਰਾ ਧਿਆਨ ਹੀ ਹਟਾ ਦਿੱਤਾ। ਮਨੂੰ ਕਹਿ ਦਿੱਤਾ ਇੰਝ ਪ੍ਰਾਰਥਨਾ ਕਰੋ ਤੇ ਪੁੱਤਰ ਇੰਝ ਮਿਲੇਗਾ, ਇੰਝ ਪ੍ਰਾਰਥਨਾ ਕਰੋ ਮਨ ਦੀ ਮਨਸ਼ਾ ਪੂਰੀ ਹੋਏਗੀ, ਇੰਝ ਪ੍ਰਾਰਥਨਾ ਕਰੋ ਤੁਹਾਡਾ ਰਿਸ਼ਤਾ ਮਿਲ ਜਾਏਗਾ, ਇੰਝ ਪ੍ਰਾਰਥਨਾ ਕਰੋ ਸੁਖਣਾ ਪੂਰੀ ਹੋ ਜਾਏਗੀ। ਧਰਮ ਦੇ ਨਾਂ ਹੇਠਾਂ ਗੇਮ ਖੇਡੀ ਗਈ, ਮੇਰੇ ਅਵਗੁਣਾਂ ਵੱਲ ਝਾਤੀ ਨਹੀਂ ਮਰਵਾਈ ਗਈ, ਔਰ ਮੈਨੂੰ ਕਹਿ ਦਿੱਤਾ ਸੰਗਰਮਰ ਸੋਨਾ ਚੜਾਓਗੇ ਤਾਂ ਫਲਾਣੀ ਮਨਸ਼ਾ ਪੂਰੀ ਹੋ ਜਾਏਗੀ। ਇਸ ਤਰੀਕੇ ਦੇ ਨਾਲ ਬੜੇ ਭਾਰੀ ਗਿਮਿਕ ਖੇਡੇ ਗਏ ਨੇ। ਉਹਨੂੰ ਕਹਿੰਦੇ ਨੇ ਮੇਰੇ ਮਨ ਏਕਸ ਹੋ ਚਿਤਲਾਏ ਏਕਸ ਬਿਨ ਸਭ ਤਦ ਹੈ, ਸਭ ਮਿਥਿਆ ਮੋਹ ਮਾਏ। ਸੋ ਧਰਮ ਜੀਂਦੇ ਜੀ ਮਨੁੱਖ ਨੂੰ ਅੱਜ ਉਹਦੇ ਅਵਗੁਣਾਂ ਵੱਲ ਧਿਆਨ ਦਿਵਾਉਂਦਾ ਹੈ, ਔਰ ਅਵਗੁਣਾਂ ਵੱਲ ਧਿਆਨ ਦਿਵਾਉਣ ਵੇਲੇ ਕਹਿੰਦਾ ਹੈ ਇਹ ਤੇਰੇ ਪਿਛਲੇ ਜਨਮ ਦੇ ਕਰਮਾਂ ਕਰਕੇ ਨਹੀਂ ਹੈ, ਇਹ ਤੂੰ ਅਵਗੁਣ ਇੱਥੇ ਸਿੱਖੇ ਨੇ ਔਰ ਇਹਨਾਂ ਨੂੰ ਇੱਥੇ ਛੱਡ ਕੇ ਜਾ। ਛਡਾਏ ਲਿਓ ਮਹਾਬਲੀ ਤੇ ਆਪਣੇ ਚਰਨ ਪਰਾਤ, ਏਕ ਨਾਮ ਦਿਓ ਮਨਮੰਤਾ, ਬਿਨਸ ਨ ਕਥੂ ਜਾਤ, ਸਤਿਗੁਰ ਪੂਰੇ ਕੀਨੀ ਦਾਤ। ਇਹ ਅੱਜ ਇਹੀ ਅਸੀਂ ਸਿੱਖਿਆ। Thank you very much. Here I get some reply, some part of my reply. Thank you very much. ਕਿਉਂਕਿ what I feel, ਜਿਹੜੀ ਗੱਲ ਤੁਸੀਂ ਕਹੀ ਬੜੀ ਸੋਹਣੀ ਗੱਲ ਕਹੀ ਇੱਕ, ਕਿ ਪ੍ਰੈਜ਼ੈਂਟ ਦੇ ਵਿੱਚ ਲਿਵ ਕਰਨਾ ਉਹ ਸਾਨੂੰ ਧਰਮ ਨੇ ਨਹੀਂ ਸਿਖਾਇਆ। ਵਾਹ। We should try to live in the present. ਅੱਜ ਕੀ ਹੈ, ਅੱਜ ਨੂੰ ਚੰਗਾ ਬਣਾਉਣ ਦੀ ਜ਼ਰੂਰਤ ਹੈ। Past is past, that is gone. Past is history. ਉਸ ਤੋਂ ਕੁਝ ਸਬਕ ਲੈ ਕਰਕੇ ਫਿਊਚਰ ਇਟ ਇਜ਼ ਅਨਸਰਟਨ, ਉਹਦਾ ਕੁਝ ਨਹੀਂ ਪਤਾ, ਕਿਸੇ ਨੂੰ ਨਹੀਂ ਪਤਾ। ਫਿਊਚਰ ਇਜ਼ ਅਨਸਰਟਨ, ਪਾਸਟ ਇਜ਼ ਹਿਸਟਰੀ। ਉਸ ਤੋਂ ਸਬਕ ਲੈ ਕਰਕੇ ਫਿਊਚਰ ਨੂੰ ਸੁਧਾਰਨ ਲਈ ਅਸੀਂ ਅੱਜ ਦੇ ਵਿੱਚ ਰਹੀਏ, ਅੱਜ ਦੇ ਵਿੱਚ ਆਪਣੇ ਅੱਜ ਨੂੰ ਚੰਗਾ ਕਰੀਏ ਤੇ ਅੱਜ ਦੀ ਹੀ ਗੱਲ ਕਰੀਏ। ਇਹ ਅੱਜ ਦੇ ਨਾਲ ਹੀ ਧਰਮ ਸਾਨੂੰ ਜੋੜੇ ਔਰ ਅਸੀਂ ਵੀ ਅੱਜ ਦੇ ਨਾਲ ਜੁੜੀਏ ਤਾਂ ਉਹ ਜ਼ਿਆਦਾ ਅੱਛਾ ਹੈ। ਵਾਹ, ਥੈਂਕ ਯੂ ਵੈਰੀ ਮਚ। ਥੈਂक्स फॉर शेयरिंग सर। सो नमस्कार जी सर, मेरा नाम गगन जैन है। गगन जैन जी, थैंक यू। मैं यस, एक बिजनेसमैन हूँ, हाँ जी, बिजनेस करता हूँ।
मेरा एक क्वेश्चन है छोटा सा कि जो जनरेशन गैप है ना जी, ये हमारा बच्चों के साथ भी नहीं होता अकेला, हमारे पेरेंट्स के साथ भी होता है। बच्चों को तो हम प्यार से समझा सकते हैं, परंतु जब हम पेरेंट्स की बात करते हैं, अगर उनसे हम प्यार की बात भी करते हैं तो वो हमारे को समझने की कोशिश नहीं करते कभी भी। आप मेरा क्वेश्चन समझिए। हाँ जी, अब क्वेश्चन पूरा क्या बना? जो जनरेशन गैप है, जनरेशन गैप के जैसे बच्चे हमसे कुछ एक्सपेक्ट करते हैं, बच्चे हमसे कुछ एक्सपेक्ट करते हैं, अगर वो हमारे को कुछ बोलते हैं कि पापा हमको ये चीज़ चाहिए, हम उन पे थोपते हैं, ठीक है जी, कि नहीं ये चीज़ ऐसे नहीं ऐसे ही होगी। हम हमेशा कुछ ना कुछ थोपते हैं, जैसे हमारे पेरेंट्स हम पे थोपते हैं, हम अपने बच्चों पे थोपते हैं, कोई भी चीज़ है। हम उनकी समझने की कोशिश नहीं करते, हम कहते हैं कि हमने जो बोल दिया वही सही है। अच्छा जी, आप मेरी बात समझ गई? हाँ जी। उसको कैसे दूर कर सकते हैं जनरेशन गैप को? आपने चार साहिबजादे मूवी देखी है? उसमें दादी और वो जो पोतरे थे ना, गुरु गोबिंद सिंह के चार साहिबजादों में से जो छोटे दो साहिबजादे दादी के पास थे, उनका दादी के साथ बिल्कुल भी जनरेशन गैप नहीं था। जो दादी ने कहा वो उनको समझ में आ रहा है। मैं अमेरिका में रहता हूँ, मेरी मदर का पोता मीन्स मेरे भाई का बेटा, वो दादी और पोता दोनों रोज घंटों बात करते हैं। वो अमेरिका में पैदा हुआ बच्चा, लेकिन मैंने लोगों के घरों में देखा है बच्चा माँ दादी के साथ बात नहीं कर सकता क्योंकि वो इंग्लिश बोलता है। और मेरे भाई का बेटा जिसका नाम साहिब सिंह है, वो मेरे बीजी के साथ घंटों बात करता है, और दोनों घंटों जब बात करते हैं तो पता लगता है कि ये दोनों गुरबाणी के बारे में बात कर रहे हैं। तो ये डिफरेंस खत्म हो गया जिसको जनरेशन गैप आप बोल रहे हैं। अब इसमें से समझने वाली बात क्या है? सर समझने वाली बात यह है कि अगर हम सबका थॉट प्रोसेस एक जैसा बन सके, क्योंकि सबका रोने का ढंग एक जैसा है, हंसने का ढंग एक जैसा है, सारे मुंह से ही खाते हैं, सबके पेट में भूख लगती है तो पेट में चूहे कूदते हैं, सबका सेम सेम है ना, सबका खाना पीने से लेके मलमूत्र करने का सब कुछ ढंग सेम है ना। इसका मतलब अगर सोचने का ढंग एक जैसा हो जाए तो जनरेशन गैप खत्म हो जाएगा। अगर आप ये सोचने लगे कि इस टाइम ये बच्चा आज की डेट में मेरे से निंजा टर्टल का टॉय मांग रहा है, अगर मैं इसकी जगह होता और मैं अपने बाप से मांगता तो मेरा बाप ना लेके देता तो मेरे को कितना माइंड होता। तो आपने बच्चे की तरह सोचना शुरू कर दिया, जनरेशन गैप खत्म हो गया। लेकिन हम लोग क्या करते हैं, हम लोग इम्पोज करते हैं, जैसा आपने बोला ये इम्पोज नहीं करना चाहिए, जनरेशन गैप खत्म हो जाएगा। पर अगर बच्चा बोले मेरे को सिगरेट ले दो मैंने पीनी है, तो उस टाइम हमको बच्चे को इसके बारे में ठीक ठीक समझाना होगा। वी डोंट हैव टू इम्पोज, रादर उसको प्यार से समझाना कि इससे सेहत का नुकसान हो सकता है। सर जैसे कोई घर में काम बच्चे हैं, बड़े हो जाते हैं, जब वो बिजनेस संभालने लग जाते हैं, उनके पेरेंट्स होते हैं जो पहले से बिजनेस में होते हैं, जो बच्चा नई चीज़ लेके आता है बिजनेस में या कोई भी कारोबार में लेके, वो माता पिता को मान लेनी चाहिए। दुनिया में मैं पहले बैंकॉक रहा, इंडिया के बाद हाँ जी, बैंकॉक रहा, जो बच्चे वहाँ के पढ़ने गए मसूरी, और जब वो वापस आए बैंकॉक में, अगर उनका पिता अंगूठा टेक था तो उसने पैसे तो कमा लिए जैसे मर्जी, लेकिन बच्चे ने आगे पढ़ाइयाँ करके बिज़नेस को संभाला, बिज़नेस एकदम 100 से लाखों तक पहुँच गया, लाखों वालों का करोड़ों तक पहुँच गया, क्योंकि उन्होंने बच्चे का नया सिस्टम, बच्चे का नया तरीका पढ़ा लिखा माँ बाप ने माना। मेरा क्वेश्चन यही है कि अगर बच्चे का सिस्टम माँ बाप नहीं मानते तो बच्चे को माँ बाप को कैसे समझाना चाहिए? मेरा क्वेश्चन ये है। आपके पास क्या तरीका है? एक तरीका है मैं घर से भाग जाऊंगा, मैं तुम्हारे साथ बिजनेस नहीं करूंगा, मैं तुम्हारे साथ नहीं बोलता, तुम स्टब्बन माँ बाप हो, तुमको अक्ल नहीं है। एक तो ये तरीका है ना। दूसरा, उनके पास बैठ के प्यार से रिस्पेक्टफुली, देखो ये ऐसे हाथ से अकाउंट बनाने में इतना टाइम लगता है,
अगर मैं इसको कंप्यूटर पे ऐसे बनाता हूँ 2 मिनट लगते हैं। हाथ का बनाया हुआ कागज़ खो सकता है, लेकिन कंप्यूटर में एक बटन दबाने से ये मेमोरी से रिट्रीव हो जाता है। देखो इससे कितना फ़ायदा है और टाइम बचता है। अगर उनको ऐसे हम एग्जाम्पल है ये, है ना, अगर ऐसे हम उनको क्लिक कराते जाएं। कई बार क्या होता है जी, पेरेंट्स उनकी बात सुनने को भी तैयार नहीं होते बच्चों की। देखिए उस पोजीशन में क्या होता है? आप मैं एक बेनती करूं, पहले भी मैंने उनसे ये शेयरिंग की थी कि हर बच्चा और हर माँ बाप इंडिविजुअल की इंडिविजुअल प्रॉब्लम्स हैं। जैसे मैं कह रहा हूँ ऐसे कई माँ बाप मान जाते हैं, और जैसे आप कह रहे हैं ऐसे कई माँ बाप नहीं भी मानते हैं। ये उनकी अपनी प्राइवेट रिलेशनशिप में ही उनको इसका तोड़ निकालना होगा कि अल्टीमेटली मान ही लेना चाहिए। जो मम्मी पापा नहीं मानते हैं वो उनको समझना चाहिए कि वो ज़माना अब चला गया, है ना। अब उस पापा का कान पकड़ के हम नहीं समझा सकते। नहीं, वही बात बता रहा हूँ ना कि हम प्यार से भी समझा लेते हैं, कई बार मैं ना मानू वाली बात हो जाती है। हाँ जी, उस कंडीशन में बच्चे क्या कर सकते हैं? उस कंडीशन में बच्चे को उनसे प्यार ही करना है और रिस्पेक्ट बनाए रखनी है। डोंट ब्रेक वॉल ऑफ रिस्पेक्ट। जो हम सिख लोग 4 लावा लेते हैं ना, हाँ जी, उसमें पहली लाम में यही सिखाया गया एडजस्ट डोंट प्रोटेस्ट, और दूसरी लाम में सिखाया गया डोंट ब्रेक वॉल ऑफ रिस्पेक्ट। अब देखिए, आपके पिता हैं, फर्ज करते हैं वो आपकी बात नहीं मान रहे हैं नए बिजनेस के लिए। अगर आपका तरीका अपनाया जाए तो लाख से करोड़ हो सकते हैं बड़े शॉर्ट टाइम में बिना बेईमानी किए, पर पिता मान नहीं रहा है। आप लाख से करोड़ करके पिता के साथ रिस्पेक्ट की दीवार तोड़ के उससे डिसहार्मनी करके करोड़ का अचार डालेंगे? वो तो नहीं कर सकते ना। बस नहीं, उसी पोजीशन में है ना, जैसे बच्चा तोड़ना भी नहीं चाहता, वो कहता है मैं पिता के साथ ही रहूंगा। हाँ, तो बस रिस्पेक्ट करता है। इस रिस्पेक्ट को बनाए रखना है। है। क्या होता है बच्चे क्या होता है, वो अंदर से घुटने लग जाते हैं। नहीं घुटना चाहिए। मैं बताता हूँ ना वो क्या पोजीशन होती है। बच्चे घुटते रहते हैं, पिता की बात उनसे ब्रेकअप भी नहीं करता, क्योंकि बच्चे प्यार बहुत करते हैं। कई बच्चे क्या होता है पिता से बहुत प्यार करते होते हैं और उनसे डरते भी होते हैं, और रिस्पेक्ट भी इतनी करते हैं पेरेंट्स की कि पूछो मत। ऐसे पेरेंट्स को मान जाना चाहिए। नहीं, मैं एक सोल्यूशन अब आप एक ही एक्सट्रीम पर आ रहे हैं कि अगर वो ना माने तो रिस्पेक्ट की दीवार नहीं तोड़नी चाहिए, बस। वैसे मेरे क्वेश्चन का आंसर मैं, क्योंकि अगर मैंने लाख के करोड़ कमाए तो ये हो सकता है कि मैं अपने पिता की जब चिता जले तो मैं कॉमन लकड़ी के बदले चंदन की लकड़ी से जला दूंगा, क्योंकि मैंने लाख के करोड़ कमाए थे। मैं उसकी कब्र सोने की बनवा दूंगा क्योंकि मैंने लाख के करोड़ कमाए थे। ऐसी कमाई से तो अच्छा है मैं आज पिता से एडजस्ट ही कर लूं, है ना। आपका कहना बिल्कुल सही है। जो बच्चे घुटते भी हैं, पापा से डरते भी हैं, पापा की रिस्पेक्ट भी करते हैं, लेकिन पापा जो है मैं ना मानूं, है ना। आपको मालूम है एक पापा का ऐसे हुआ था। पापा घर आया और कहता आज मैं शर्त लगा आया हूं, खरगोश की 3 टांगे होती हैं। और उसकी पत्नी ने पूछा 3 टांगे होती है, अब शर्त क्या लगाया हो? कहता है 1-1 लाख रुपए की शर्त लगाया हूं, खरगोश की 3 टांगे होती हैं। सामने पोता बैठा था। पापा ये देखो मेरी किताब में फोटो बनी है खरगोश की टांग। दादाजी 4 टांगे होती हैं, आप तो शर्त हार जाओगे। पत्नी बोली, मां बोली आप तो गलत शर्त लगाए, खरगोश की तो 3 टांगे नहीं होती हैं, 4 होती हैं। कहता है मैं हारूंगा तो तब ना जब मैं मानूंगा, मैं मानूंगा ही नहीं। ऐसे पापा जी का कुछ किया नहीं जा सकता, पर मेरा स्वभाव ना बिगड़ जाए मैं रिस्पेक्ट नहीं छोड़ूंगा। बाकी पापा जी को अपना ये अवगुण साथ में लेके जाने दीजिए। थैंक यू।